ਮੁੜ ਜੰਗ ਦੇ ਖੇਤਰ ਵਿੱਚ। ਪੰਜਾਬ ਅੰਦਰ 1992 ਦੀਆਂ ਚੋਣਾਂ ਤੋਂ ਬਾਅਦ ਪੈਦਾ ਹੋਈ ਹਾਲਤ ਦਾ ਗਹਿਰਾ ਵਿਸ਼ਲੇਸ਼ਣ ਕਰਨ ਉਪਰੰਤ ਭਾਈ ਜਸਵੰਤ ਸਿੰਘ ਇਸ ਮਹੱਤਵਪੂਰਨ ਨਿਰਣੇ ਤੇ ਅਪੜਿਆ ਸੀ ਕਿ ਬੇਅੰਤ ਸਿੰਘ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਨੁਮਾਇੰਦਾ ਭਾਵ ਪ੍ਰਤੀਨਿਧ ਸਰਕਾਰ ਕਹਾਉਣ ਦਾ ਉੱਕਾ ਹੀ ਕੋਈ ਨੈਤਿਕ ਹੱਕ ਨਹੀਂ ਹੈ, ਕਿਉਂਕਿ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਪੰਜਾਬ ਦੇ ਲੋਕਾਂ ਦੀ ਭਾਰੀ ਬਹੁਗਿਣਤੀ ਨੇ ਚੋਣਾਂ ਦਾ ਠੋਕ ਵਜਾ ਕੇ ਬਾਈਕਾਟ ਕੀਤਾ। ਜਿਹੜੀ ਮਾਮੂਲੀ ਵੋਟਿੰਗ ਹੋਈ ਉਹ ਵੀ ਹਕੂਮਤੀ ਦਹਿਸ਼ਤ ਦੇ ਸਾਏ ਹੇਠ ਹੋਈ, ਮੁੱਖ ਤੌਰ ਤੇ ਸ਼ਹਿਰੀ ਖੇਤਰਾਂ ਵਿੱਚ ਹੀ ਹੋਈ ਅਤੇ ਜ਼ਿਆਦਾਤਰ ਗੈਰ ਸਿੱਖ ਵਰਗਾਂ ਮੁੱਖ ਤੌਰ ਤੇ ਸ਼ਹਿਰੀ ਹਿੰਦੂ ਤਬਕੇ ਨੇ ਵੋਟਾਂ ਪਾਈਆਂ। ਇਸ ਲਿਹਾਜ਼ ਨਾਲ ਬੇਅੰਤ ਸਿੰਘ ਦੀ ਸਰਕਾਰ ਕਾਨੂੰਨੀ ਤੇ ਸਦਾਚਾਰਕ ਦੋਨੋਂ ਹੀ ਪੱਖਾਂ ਤੋਂ ਨਜਾਇਜ਼ ਭਾਵ ਇਲਿਸਿਟ ਸਰਕਾਰ ਹੈ, ਜਿਸ ਨੂੰ ਕੋਈ ਵੀ ਫੈਸਲਾ ਕਰਨ, ਖਾਸ ਕਰਕੇ ਸਿੱਖ ਕੌਮ ਨਾਲ ਸੰਬੰਧਿਤ ਕੋਈ ਨਿਰਣਾ ਲੈਣ ਦਾ ਕੋਈ ਅਧਿਕਾਰ ਨਹੀਂ। ਭਾਈ ਜਸਵੰਤ ਸਿੰਘ ਦਾ ਵਿਚਾਰ ਇਹ ਸੀ ਕਿ ਇਸ ਨਜਾਇਜ਼ ਹਕੂਮਤ ਦੇ ਲੋਕਾਂ ਅੰਦਰ ਪੈਰ ਨਾ ਲੱਗਣ ਦਿੱਤੇ ਜਾਣ ਅਤੇ ਇਸ ਮੰਤਵ ਲਈ ਇਸ ਦੇ ਖਿਲਾਫ ਫੌਰੀ ਜਨਤਕ ਤੇ ਜਮਹੂਰੀ ਅੰਦੋਲਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਸਵੰਤ ਸਿੰਘ ਦਾ ਵਿਸ਼ਵਾਸ ਸੀ ਕਿ ਜੇਕਰ ਖਾੜਕੂ ਤੇ ਪੰਥਕ ਜਥੇਬੰਦੀਆਂ ਪੰਜਾਬ ਦੇ ਲੋਕਾਂ ਸਾਹਮਣੇ ਕੋਈ ਠੋਸ ਤੇ ਉਸਾਰੂ ਪ੍ਰੋਗਰਾਮ ਪੇਸ਼ ਕਰਨ ਦੀ ਪਹਿਲ ਕਦਮੀ ਕਰਨ ਤਾਂ ਬੇਅੰਤ ਸਿੰਘ ਦੀ ਸਰਕਾਰ ਨੂੰ ਤਾਕਤ ਫੜਨ ਤੋਂ ਪਹਿਲਾਂ ਹੀ ਨਕਾਰਾ ਕਰਕੇ ਖਦੇੜ ਦੇਣਾ ਐਨ ਮੁਮਕਿਨ ਹੈ। ਇਸੇ ਆਸ਼ੇ ਨੂੰ ਮੁੱਖ ਰੱਖਦਿਆਂ ਉਸਨੇ ਚੋਣਾਂ ਤੋਂ ਥੋੜੇ ਦਿਨਾਂ ਬਾਅਦ ਪੰਜਾਬ ਅੰਦਰ ਸਰਗਰਮ ਆਪਣੇ ਸਹਿਯੋਗੀਆਂ ਨੂੰ ਦਮਨ ਵਿਰੋਧੀ ਫਰੰਟ ਵੱਲੋਂ ਹੇਠ ਲਿਖਿਆ ਬਿਆਨ ਜਾਰੀ ਕਰਨ ਲਈ ਕਿਹਾ ਸੀ। ਦਮਨ ਵਿਰੋਧੀ ਫਰੰਟ ਦੇ ਆਗੂਆਂ ਨੇ ਸਿੱਖ ਭਾਈਚਾਰੇ ਵੱਲੋਂ ਬਾਈਕਾਟ ਦੇ ਸਬੰਧ ਵਿੱਚ ਵਿਖਾਈ ਗਈ ਏਕਤਾ ਉੱਪਰ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਚੋਣ ਬਾਈਕਾਟ ਮੁਕੰਮਲ ਹੋਣ ਨਾਲ ਕੇਂਦਰ ਸਰਕਾਰ ਦੇ ਮਨਸੂਬੇ ਮਿੱਟੀ ਵਿੱਚ ਮਿਲ ਗਏ ਨੇ। ਫਰੰਟ ਆਗੂਆਂ ਨੇ ਕਿਹਾ ਕਿ ਚੋਣਾਂ ਕਰਾਉਣ ਦਾ ਫੈਸਲਾ ਕੇਂਦਰ ਸਰਕਾਰ ਦੀ ਇਤਿਹਾਸਿਕ ਭੁੱਲ ਸਾਬਤ ਹੋਵੇਗਾ ਅਤੇ ਇਹਨਾਂ ਚੋਣਾਂ ਕਰਕੇ ਪੰਜਾਬ ਦੇ ਦੋਵਾਂ ਮੁੱਖ ਭਾਈਚਾਰਿਆਂ ਵਿਚਕਾਰ ਗੰਭੀਰ ਤਰੇੜਾਂ ਪੈਦਾ ਹੋਣ ਦਾ ਖਦਸ਼ਾ ਹੈ, ਕਿਉਂਕਿ ਜਿੰਨੀ ਪੋਲਿੰਗ ਹੋਈ ਹੈ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਹਿੰਦੂ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਹੀ ਜ਼ਿਆਦਾ ਹੋਈ ਹੈ। ਦਮਨ ਵਿਰੋਧੀ ਫਰੰਟ ਦੇ ਆਗੂਆਂ ਸਤਨਾਮ ਸਿੰਘ ਅਮੀਸ਼ਾ, ਜਸਵੀਰ ਸਿੰਘ ਅਤੇ ਸੁਰਿੰਦਰ ਸਿੰਘ ਘਰਿਆਲਾ ਨੇ ਦਾਅਵਾ ਕੀਤਾ ਹੈ ਕਿ ਪੋਲਿੰਗ ਸਿਰਫ 18% ਦੇ ਲਗਭਗ ਹੋਈ ਹੈ, ਬਾਕੀ ਪੋਲਿੰਗ ਹੇਰਾਫੇਰੀ ਕਰਕੇ ਹੋਈ ਹੈ। ਫਰੰਟ ਆਗੂਆਂ ਨੇ ਸਾਰੀਆਂ ਖਾੜਕੂ ਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਵਿਸਾਖੀ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸਰਬੱਤ ਖਾਲਸਾ ਸੱਦਣ ਵਾਸਤੇ ਆਮ ਸਹਿਮਤੀ ਕਰਨ ਅਤੇ ਸਰਕਾਰ ਖਿਲਾਫ ਸਿਵਲ ਨਾਫਰਮਾਨੀ ਅੰਦੋਲਨ ਛੇੜਨ ਲਈ ਗੁਰਮਤਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਅਸੈਂਬਲੀ ਮੈਂਬਰ ਨੈਤਿਕ ਰੂਪ ਵਿੱਚ ਲੋਕਾਂ ਦੀ ਕੋਈ ਪ੍ਰਤੀਨਿਧਤਾ ਨਹੀਂ ਕਰਦੇ ਤੇ ਨਾ ਹੀ ਇਹਨਾਂ ਨੂੰ ਸਿੱਖ ਭਾਈਚਾਰੇ ਦੇ ਭਵਿੱਖ ਬਾਰੇ ਕੋਈ ਫੈਸਲਾ ਲੈਣ ਦਾ ਅਧਿਕਾਰ ਹੈ। ਅਖਬਾਰਾਂ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਜੇਕਰ 27,000 ਪਰਮਾਣੂ ਹਥਿਆਰਾਂ ਵਾਲੀ ਮਹਾਸ਼ਕਤੀ ਸੋਵੀਅਤ ਯੂਨੀਅਨ ਅਤੇ ਵੀਅਤਨਾਮ ਵਿੱਚ ਅਮਰੀਕਾ 25 ਸਾਲਾਂ ਤੋਂ ਲੈ ਕੇ ਵੀ ਲੋਕ ਲਹਿਰਾਂ ਨੂੰ ਦਬਾ ਨਹੀਂ ਸਕਿਆ ਤਾਂ ਭਾਰਤ ਸਰਕਾਰ ਵੀ ਸਿੱਖ ਭਾਈਚਾਰੇ ਨੂੰ ਨਹੀਂ ਦਬਾ ਸਕਦੀ। ਆਵਾਜ਼ੇ ਕੌਮ 27 ਫਰਵਰੀ 4 ਮਾਰਚ 1992। ਪਰ ਇਸ ਨੂੰ ਸਿੱਖ ਪੰਥ ਦਾ ਦੁਰਭਾਗ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਖਾੜਕੂ ਜਥੇਬੰਦੀਆਂ ਨੇ ਆਪਣੇ ਅੰਦਰੂਨੀ ਸੰਕਟਾਂ ਦੀ ਬਦੌਲਤ ਚੋਣਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਤੇ ਸਿੱਖ ਭਾਈਚਾਰੇ ਨੂੰ ਯੋਗ ਅਗਵਾਈ ਦੇਣ ਲਈ ਕੋਈ ਠੋਸ ਉਪਰਾਲਾ ਨਾ ਕੀਤਾ। ਨਤੀਜਾ ਇਹ ਨਿਕਲਿਆ ਕਿ ਕਿਸੇ ਜਨਤਕ ਵਿਰੋਧ ਦੀ ਗੈਰ ਹਾਜ਼ਰੀ ਵਿੱਚ ਬੇਅੰਤ ਸਿੰਘ ਦੀ ਸਰਕਾਰ ਨੇ ਹੌਲੀ-ਹੌਲੀ ਲੋਕਾਂ ਅੰਦਰ ਆਪਣੇ ਪੈਰ ਲਾਉਣੇ ਸ਼ੁਰੂ ਕਰ ਦਿੱਤੇ। ਪਿੰਡਾਂ ਵਿੱਚੋਂ ਸਵਾਰਥੀ ਤੇ ਗੈਰ ਸਮਾਜੀ ਤੱਤਾਂ ਨੇ ਧੜਾ ਧੜ ਸਰਕਾਰ ਨਾਲ ਜੁੜਨਾ ਤੇ ਜ਼ਾਲਮਾਂ ਨਾਲ ਤੁਰਨਾ ਸ਼ੁਰੂ ਕਰ ਦਿੱਤਾ। ਥੋੜੇ ਹੀ ਚਿਰ ਵਿੱਚ ਕੇਂਦਰ ਸਰਕਾਰ ਨੇ ਇਸ ਸਾਜ਼ਗਾਰ ਹਾਲਤ ਦਾ ਫਾਇਦਾ ਲੈਂਦਿਆਂ ਸਿੱਖਾਂ ਦੇ ਖਿਲਾਫ 18ਵੀਂ ਸਦੀ ਦੇ ਮੁਗਲ ਹਾਕਮਾਂ ਦੀ ਤਰਜ਼ ਉੱਤੇ ਜ਼ਬਰ ਦੀ ਵਹਿਸ਼ੀ ਮੁਹਿੰਮ ਚਲਾ ਦਿੱਤੀ। ਇਸ ਹਾਲਤ ਨੂੰ ਦੇਖਦਿਆਂ ਹੀ ਭਾਈ ਜਸਵੰਤ ਸਿੰਘ ਨੇ
ਜ਼ੁਲਮਾਂ ਦਾ ਸਿੱਧੇ ਮੱਥੇ ਟਾਕਰਾ ਕਰਨ ਲਈ ਕਾਹਲੀ ਨਾਲ ਪੰਜਾਬ ਮੁੜਾਉਣ ਦਾ ਫੈਸਲਾ ਕੀਤਾ ਸੀ। ਉਹ ਮਈ ਮਹੀਨੇ ਦੇ ਅਖੀਰ ਵਿੱਚ ਪੰਜਾਬ ਪੁੱਜਾ, ਜਦੋਂ ਜੇਠ ਵੀ ਤਪਿਆ ਹੋਇਆ ਸੀ ਅਤੇ ਭਾਰਤ ਦੇ ਸਿੱਖ ਦੁਸ਼ਮਣ ਹਾਕਮਾਂ ਦੇ ਜ਼ੁਲਮਾਂ ਦੀ ਭੱਠੀ ਵੀ ਪੂਰੀ ਤਰ੍ਹਾਂ ਤਪੀ ਹੋਈ ਸੀ। ਹਿਊਮਨ ਰਾਈਟਸ ਵਿੰਗ ਦੀ ਸਥਾਪਨਾ। ਜਸਵੰਤ ਸਿੰਘ ਨੇ ਇੰਗਲੈਂਡ ਜਾਣ ਤੋਂ ਪਹਿਲਾਂ IDP ਨਾਲੋਂ ਆਪਣਾ ਸਿਆਸੀ ਤੇ ਜਥੇਬੰਦਕ ਨਾਤਾ ਤੋੜ ਲਿਆ ਸੀ। ਪੰਜਾਬ ਵਿੱਚ ਵਾਪਸ ਆ ਕੇ ਉਸਨੇ ਜ਼ੁਲਮਾਂ ਦਾ ਅਸਰਦਾਰ ਤਰੀਕੇ ਨਾਲ ਟਾਕਰਾ ਕਰਨ ਲਈ ਕਿਸੇ ਪ੍ਰਤੀਬੱਧ ਰਾਜਸੀ ਧਿਰ ਅਥਵਾ ਜਥੇਬੰਦੀ ਨਾਲ ਜੁੜਨ ਦੀ ਲੋੜ ਮਹਿਸੂਸ ਕੀਤੀ। ਡੂੰਘੀ ਸੋਚ ਵਿਚਾਰ ਤੋਂ ਬਾਅਦ ਉਸਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅਕਾਲੀ ਦਲ ਮਾਨ ਨਾਲ ਰਲ ਕੇ ਚੱਲਣ ਦਾ ਫੈਸਲਾ ਕੀਤਾ। ਭਾਵੇਂ ਉਹ ਸਰਦਾਰ ਮਾਨ ਦੀ ਚੋਣਾਂ ਬਾਰੇ ਸਮਝ ਨਾਲ ਸਹਿਮਤ ਨਹੀਂ ਸੀ, ਪਰ ਉਸ ਹਾਲਤ ਵਿੱਚ ਉਸਨੂੰ ਸਰਕਾਰੀ ਜ਼ੁਲਮਾਂ ਨਾਲ ਲੜਨ ਦਾ ਤੰਤ ਰੱਖਣ ਪੱਖੋਂ ਇਸ ਨਾਲੋਂ ਬਿਹਤਰ ਕੋਈ ਹੋਰ ਰਾਜਸੀ ਧਿਰ ਨਹੀਂ ਦਿਖਦੀ ਸੀ। ਉਸ ਵੇਲੇ ਉਸ ਦਾ ਵੱਡਾ ਸਰੋਕਾਰ ਪੰਜਾਬ ਅੰਦਰ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਰਾਖੀ ਕਰਨਾ ਸੀ, ਜਿਸ ਕਰਕੇ ਉਸਨੇ ਅਕਾਲੀ ਦਲ ਮਾਨ ਨਾਲ ਜੁੜ ਕੇ ਹਿਊਮਨ ਰਾਈਟਸ ਵਿੰਗ ਦੀ ਸਥਾਪਨਾ ਕੀਤੀ ਅਤੇ ਆਪਣੀ ਸਰਗਰਮੀ ਇਸੇ ਮੰਚ ਦੇ ਨਾਂ ਹੇਠ ਕਰਨ ਦਾ ਇਰਾਦਾ ਧਾਰ ਲਿਆ। ਇੰਗਲੈਂਡ ਅੰਦਰ ਬਿਤਾਏ 1 ਸਾਲ ਦੇ ਦੌਰਾਨ ਭਾਈ ਜਸਵੰਤ ਸਿੰਘ ਨੇ ਪੱਛਮੀ ਮੁਲਕਾਂ ਦੇ ਅਧਿਕਾਰੀਆਂ ਨਾਲ ਹੋਈਆਂ ਮੁਲਾਕਾਤਾਂ ਤੋਂ ਇਹ ਜਾਣ ਲਿਆ ਸੀ ਕਿ ਜੇਕਰ ਪੰਜਾਬ ਅੰਦਰ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਬਾਹਰਲੇ ਸੰਸਾਰ ਤੋਂ ਹਮਾਇਤ ਜਾਂ ਹਮਦਰਦੀ ਹਾਸਲ ਕਰਨੀ ਹੈ ਤਾਂ ਜ਼ੁਲਮਾਂ ਬਾਰੇ ਅਮੂਰਤ ਭਾਵ ਅਬਸਟਰੈਕਟ ਪ੍ਰੋਪੇਗੰਡੇ ਨੂੰ ਛੱਡ ਕੇ ਇਸ ਬਾਰੇ ਠੋਸ ਤੱਥ ਤੇ ਵੇਰਵੇ ਇਕੱਠੇ ਕਰਨੇ ਪੈਣਗੇ ਅਤੇ ਉਹਨਾਂ ਉੱਤੇ ਆਧਾਰਿਤ ਪ੍ਰਮਾਣਿਕ ਰਿਪੋਰਟਾਂ ਤਿਆਰ ਕਰਨੀਆਂ ਪੈਣਗੀਆਂ। ਭਾਵ ਉਸਨੇ ਇਸ ਮਸਲੇ ਪ੍ਰਤੀ ਸਹੀ ਪੇਸ਼ਾਵਰਾਨਾ ਪਹੁੰਚ ਅਪਣਾਉਣ ਦੀ ਲੋੜ ਤੇ ਅਹਿਮੀਅਤ ਪਛਾਣ ਲਈ ਸੀ। ਇਸੇ ਪਹੁੰਚ ਵਿੱਚੋਂ 25,000 ਅਣਪਛਾਤੀਆਂ ਲਾਸ਼ਾਂ ਦਾ ਸੱਚ ਸਾਹਮਣੇ ਆ ਸਕਿਆ ਸੀ, ਜਿਸ ਨਾਲ ਸੰਸਾਰ ਸਾਹਮਣੇ ਭਾਰਤੀ ਰਾਜ ਦੇ ਫਾਸ਼ੀ ਚਿਹਰੇ ਉੱਤੇ ਚੜ੍ਹਿਆ ਜਮਹੂਰੀਅਤ ਦਾ ਨਕਾਬ ਲੀਰੋ ਲੀਰ ਹੋ ਗਿਆ ਸੀ। ਬੀਲਾ ਕਾਂਡ। 8 ਜੂਨ 1992 ਦੀ ਰਾਤ ਨੂੰ ਪੁਲਿਸ ਤੇ CRPF ਦੇ ਵੱਡੇ ਲਸ਼ਕਰ ਨੇ ਤਰਨਤਾਰਨ ਨੇੜਲੇ ਪਿੰਡ ਬੀਲਾ ਦੇ ਇੱਕ ਘਰ ਨੂੰ ਚੁਫੇਰਿਓਂ ਘੇਰਾ ਘੱਤ ਲਿਆ ਸੀ। ਪੁਲਿਸ ਨੂੰ ਕਿਸੇ ਮੁਖਬਰ ਨੇ ਸੂਹ ਦਿੱਤੀ ਸੀ ਕਿ ਸਾਬਕਾ MLA ਸਰਦਾਰ ਮਨਜਿੰਦਰ ਸਿੰਘ ਬੀਲਾ ਦੇ ਬੇਆਬਾਦ ਪਏ 2 ਮੰਜ਼ਲਾ ਮਕਾਨ ਵਿੱਚ ਕੁਝ ਖਾੜਕੂ ਲੁਕੇ ਹੋਏ ਨੇ। ਪੁਲਿਸ ਫੋਰਸ ਦੀ ਅਗਵਾਈ ਤਰਨਤਾਰਨ ਪੁਲਿਸ ਜ਼ਿਲ੍ਹੇ ਦਾ SSP ਅਜੀਤ ਸਿੰਘ ਸੰਧੂ ਤੇ SP ਖੂਬੀ ਰਾਮ ਕਰ ਰਹੇ ਸਨ। ਪੁਲਿਸ ਨੇ ਜਦੋਂ ਘਰ ਦੇ ਅੰਦਰ ਵੜਨ ਦਾ ਯਤਨ ਕੀਤਾ ਤਾਂ ਖਾੜਕੂ ਸਿੰਘਾਂ ਨੇ ਇੱਕਦਮ ਗੋਲੀਆਂ ਦੀ ਵਾਛੜ ਕਰ ਦਿੱਤੀ, ਜਿਸ ਨਾਲ ਪੁਲਿਸ ਤੇ CRP ਦੇ 2 ਸਿਪਾਹੀ ਥਾਂਏ ਮਰ ਗਏ ਸਨ ਅਤੇ ਕੁਝ ਹੋਰ ਸਖਤ ਫੱਟੜ ਹੋ ਗਏ ਸੀ। ਇਸ ਤੋਂ ਘਬਰਾ ਕੇ ਹਮਲੇ ਦੀ ਅਗਵਾਈ ਕਰ ਰਹੇ ਪੁਲਿਸ ਅਫਸਰਾਂ ਨੇ ਕਾਹਲੀ ਨਾਲ ਆਪਣੀ ਮਦਦ ਲਈ ਫੌਜ ਸੱਦ ਲਈ ਸੀ। ਮੌਕੇ ਤੇ ਮੌਜੂਦ ਪੁਲਿਸ ਅਫਸਰਾਂ ਦੇ ਦੱਸਣ ਅਨੁਸਾਰ ਸਰਕਾਰੀ ਹਥਿਆਰਬੰਦ ਬਲਾਂ ਦੇ ਕੁੱਲ ਮਿਲਾ ਕੇ 900 ਜਵਾਨ, ਜਿਨ੍ਹਾਂ ਵਿੱਚ 400 ਫੌਜੀ, 300 CRPF ਦੇ ਜਵਾਨ ਤੇ 200 ਪੁਲਿਸ ਦੇ ਸਿਪਾਹੀ ਇਸ ਆਪਰੇਸ਼ਨ ਵਿੱਚ ਸ਼ਾਮਲ ਸਨ। ਪਰ ਅਖਬਾਰਾਂ ਦੇ ਸੂਤਰਾਂ ਅਨੁਸਾਰ ਇਸ ਲੜਾਈ ਵਿੱਚ ਤਿੰਨਾਂ ਫੋਰਸਾਂ ਨੂੰ ਮਿਲਾ ਕੇ ਕੁੱਲ 1600 ਜਵਾਨ ਸ਼ਾਮਲ ਸਨ। ਦੂਜੇ ਪਾਸੇ ਘਰ ਦੇ ਅੰਦਰ ਖਾੜਕੂ ਕਿੰਨੇ ਸਨ? ਸਿਰਫ 3। ਭਾਵ 3 ਸਿੰਘਾਂ ਨਾਲ ਲੜਨ ਲਈ ਸਰਕਾਰੀ ਹਥਿਆਰਬੰਦ ਬਲਾਂ ਦੇ 1,500 ਤੋਂ ਵੱਧ ਸੂਰਮੇ ਤੈਨਾਤ ਕੀਤੇ ਗਏ ਸਨ। ਨਕਸਲੀ ਲਹਿਰ ਦੇ ਮਕਬੂਲ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੇ 1970-71 ਵਿੱਚ ਪੁਲਿਸ ਮੁਕਾਬਲਿਆਂ ਦੇ ਸੱਚ ਬਾਰੇ ਇੱਕ ਕਵਿਤਾ ਲਿਖੀ ਸੀ, ਜਿਸ ਦੀਆਂ 2 ਪੰਕਤੀਆਂ ਇਸ ਤਰ੍ਹਾਂ ਨੇ। ਸਾਨੂੰ ਪਤਾ ਹੈ ਸਾਹਾਂ ਦਾ ਅੰਤ ਸਾਡਾ, ਹੋਣਾ ਨਹਿਰ ਜਾਂ ਕਿਸੇ ਡਰੇਨ ਦਾ ਪੁੱਲ। ਮੇਰੇ ਦੋਸਤੋ ਕੈਸਾ ਮੁਕਾਬਲਾ ਹੈ, 100 ਬੋਕ ਤੇ ਕੱਲਾ ਸਰੋਂ ਦਾ ਫੁੱਲ। 30 ਘੰਟਿਆਂ ਤੱਕ ਚੱਲੇ ਮੁਕਾਬਲੇ ਵਿੱਚ 3 ਖਾੜਕੂਆਂ ਤੋਂ ਇਲਾਵਾ 6 ਪਿੰਡ ਵਾਸੀ ਨਿਹੱਕੇ ਮਾਰੇ ਗਏ ਸਨ।
ਮੁਕਾਬਲਾ ਖਤਮ ਹੋਣ ਤੋਂ ਬਾਅਦ ਇਹ ਸੱਚ ਸਾਹਮਣੇ ਆਇਆ ਕਿ ਘਰ ਵਿੱਚ ਕੇਵਲ 3 ਹੀ ਖਾੜਕੂ ਸੁਰਜੀਤ ਸਿੰਘ ਬੀਲਾ, ਸੁਖਦੇਵ ਸਿੰਘ ਮੱਦੀ ਪਿੰਡ ਬੀਲਾ ਤੇ ਹਰਬੰਸ ਸਿੰਘ ਪਿੰਡ ਸਰਹਾਲੀ ਛੁਪੇ ਹੋਏ ਸਨ। ਉਹਨਾਂ ਨੇ ਘਰ ਵਿੱਚ ਛੁਪਣ ਲਈ ਪੱਕਾ ਭੋਰਾ ਬਣਾਇਆ ਹੋਇਆ ਸੀ। ਸੋ ਜਦੋਂ ਪੁਲਿਸ ਨੇ ਘਰ ਅੰਦਰ ਵੜਨ ਦਾ ਯਤਨ ਕੀਤਾ ਤਾਂ ਖਾੜਕੂ ਸਿੰਘਾਂ ਨੇ ਉਹਨਾਂ ਦਾ ਸਵਾਗਤ ਗੋਲੀਆਂ ਦੀ ਬਛਾੜ ਨਾਲ ਕੀਤਾ ਸੀ। ਇਸ ਉਪਰੰਤ ਕਾਹਲੀ ਨਾਲ ਫੌਜ ਸੱਦੀ ਗਈ ਸੀ, ਜਿਸ ਨੇ ਆਉਂਦੇ ਹੀ ਭਾਰੀ ਗੋਲਾਬਾਰੀ ਕਰਕੇ ਘਰ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਪਰ ਖਾੜਕੂ ਫਿਰ ਵੀ ਆਪਣੇ ਠਿਕਾਣੇ ਤੋਂ ਲਗਾਤਾਰ ਗੋਲੀਆਂ ਚਲਾਉਂਦੇ ਰਹੇ ਸਨ, ਜਿਸ ਦੇ ਡਰ ਨਾਲ ਫੌਜ ਤੇ ਪੁਲਿਸ ਦਾ ਘਰ ਦੇ ਅੰਦਰ ਵੜਨ ਦਾ ਹੌਸਲਾ ਨਹੀਂ ਪੈ ਰਿਹਾ ਸੀ। ਅਖੀਰ ਵਿੱਚ ਪੁਲਿਸ ਨੇ ਪਿੰਡ ਦੇ ਲੋਕਾਂ ਨੂੰ ਢਾਲ ਬਣਾ ਕੇ ਅਰਥਾਤ ਆਮ ਲੋਕਾਂ ਨੂੰ ਆਪਣੇ ਅੱਗੇ ਲਾ ਕੇ ਘਰ ਵਿੱਚ ਦਾਖਲ ਹੋਣ ਦੀ ਰਣਨੀਤੀ ਅਪਣਾਈ। ਜੰਗ ਦੇ ਕੌਮਾਂਤਰੀ ਪੱਧਰ ਤੇ ਸਰਬ ਪ੍ਰਵਾਨਿਤ ਨਿਯਮਾਂ ਅਨੁਸਾਰ ਆਮੋ ਸਾਹਮਣੀ ਲੜਾਈ ਦੌਰਾਨ ਆਮ ਸਿਵਲੀਅਨ ਲੋਕਾਂ ਨੂੰ ਮਨੁੱਖੀ ਢਾਲ ਭਾਵ ਹਿਊਮਨ ਸ਼ੀਲਡ ਬਣਾਉਣਾ ਜੰਗੀ ਜੁਰਮ ਮੰਨਿਆ ਜਾਂਦਾ ਹੈ। ਪਰ ਇਸ ਮਾਮਲੇ ਵਿੱਚ ਇਹ ਜੁਰਮ ਦਿਨ ਦਿਹਾੜੇ ਸਭ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਸਿੱਟੇ ਵਜੋਂ ਪਿੰਡ ਦੇ 6 ਆਮ ਆਦਮੀ ਬੇਦੋਸ਼ੇ ਮਾਰੇ ਗਏ, ਜਿਨ੍ਹਾਂ ਵਿੱਚੋਂ ਇੱਕ ਗਰੀਬ ਮਜ਼ਦੂਰ ਸੀ ਜਿਹੜਾ ਆਪਣੇ ਖੱਚਰ ਰੇੜੇ ਨਾਲ ਭੱਠੇ ਤੇ ਇੱਟਾਂ ਢੋ ਕੇ ਗੁਜ਼ਾਰਾ ਕਰਦਾ ਸੀ। ਪਰ ਅਜੀਤ ਸਿੰਘ ਸੰਧੂ ਨੇ 10 ਜੂਨ ਦੀ ਸਵੇਰ ਨੂੰ ਅਖਬਾਰਾਂ ਦੇ ਨੁਮਾਇੰਦਿਆਂ ਕੋਲ ਪੂਰੀ ਬੇਸ਼ਰਮੀ ਨਾਲ ਇਹ ਝੂਠ ਬੋਲਿਆ ਸੀ ਕਿ ਮੁਕਾਬਲੇ ਵਿੱਚ ਮਾਰੇ ਗਏ ਸਾਰੇ 9 ਵਿਅਕਤੀ ਖਤਰਨਾਕ ਦਹਿਸ਼ਤਗਰਦ ਸਨ। ਉਸ ਵੇਲੇ ਚੰਡੀਗੜ੍ਹ ਤੋਂ ਛਪਦੇ ਅੰਗਰੇਜ਼ੀ ਦੇ ਇੱਕੋ ਇੱਕ ਅਖਬਾਰ ਦ ਟ੍ਰਿਬਿਊਨ ਨੇ ਅਗਲੇ ਦਿਨ ਪੁਲਿਸ ਦਾ ਇਹ ਝੂਠ ਪੂਰੀ ਵਫਾਦਾਰੀ ਨਾਲ ਇੰਨ-ਬਿੰਨ ਛਾਪਿਆ ਸੀ। ਉਸ ਵੇਲੇ ਭਾਈ ਜਸਵੰਤ ਸਿੰਘ ਨੂੰ ਇੰਗਲੈਂਡ ਤੋਂ ਮੁੜੇ ਨੂੰ ਅਜੇ ਕੁਝ ਦਿਨ ਹੀ ਹੋਏ ਸਨ, ਪਰ ਉਸਨੇ ਖਬਰ ਪੜ੍ਹਦਿਆਂ ਹੀ ਉਸੇ ਵੇਲੇ ਬੀਲੇ ਪਹੁੰਚ ਕੇ ਲੋਕਾਂ ਕੋਲੋਂ ਸਾਰੀ ਸੱਚਾਈ ਦਾ ਪਤਾ ਕੀਤਾ। ਪੁਲਿਸ ਨੇ ਮੁਕਾਬਲੇ ਵਿੱਚ ਮਾਰੇ ਸਾਰੇ 9 ਵਿਅਕਤੀਆਂ ਨੂੰ ਦਹਿਸ਼ਤਗਰਦ ਕਹਿ ਕੇ ਉਹਨਾਂ ਦਾ 10 ਜੂਨ ਨੂੰ ਤਰਨਤਾਰਨ ਦੇ ਮਿਊਨਿਸਪਲ ਸ਼ਮਸ਼ਾਨ ਘਾਟ ਅੰਦਰ ਇਕੱਠਿਆਂ ਸੰਸਕਾਰ ਕਰ ਦਿੱਤਾ ਸੀ। ਇੱਕ ਮ੍ਰਿਤਕ ਅਜੀਤ ਸਿੰਘ ਦਾ ਪਰਿਵਾਰ ਸੰਸਕਾਰ ਮੌਕੇ ਹਾਜ਼ਰ ਸੀ, ਪਰ ਪੁਲਿਸ ਨੇ ਸਾਰੇ 9 ਜਣਿਆਂ ਨੂੰ ਅਣਪਛਾਤੇ ਜਾਂ ਲਵਾਰਸ ਕਹਿ ਕੇ ਸਾੜ ਦਿੱਤਾ ਸੀ। ਮਾਰੇ ਗਏ ਦੂਸਰੇ ਪਿੰਡ ਵਾਸੀਆਂ ਦੇ ਪਰਿਵਾਰਾਂ ਨੂੰ ਸ਼ਮਸ਼ਾਨ ਘਾਟ ਦੇ ਅੰਦਰ ਵੜਨ ਤੋਂ ਜ਼ਬਰਦਸਤੀ ਰੋਕ ਲਿਆ ਗਿਆ ਸੀ। ਭਾਈ ਜਸਵੰਤ ਸਿੰਘ ਨੇ ਇਹ ਸਾਰੇ ਤੱਥ ਇੰਡੀਅਨ ਐਕਸਪ੍ਰੈਸ ਅਖਬਾਰ ਲਈ ਤਰਨਤਾਰਨ ਤੋਂ ਖਬਰਾਂ ਭੇਜਣ ਵਾਲੇ ਰਿਪੋਰਟਰ ਨੂੰ ਦੱਸੇ, ਜਿਨ੍ਹਾਂ ਦੇ ਆਧਾਰ ਤੇ ਅਗਲੇ ਦਿਨ ਅਖਬਾਰ ਨੇ ਆਪਣੇ ਮੁੱਖ ਸਫ਼ੇ ਤੇ ਖਬਰ ਪੂਰੀ ਉਭਾਰ ਕੇ ਛਾਪੀ ਸੀ। ਇਸ ਖਬਰ ਨੇ ਅਜੀਤ ਸਿੰਘ ਸੰਧੂ ਦੇ ਝੂਠ ਦਾ ਪੋਲ ਖੋਲ੍ਹ ਦਿੱਤਾ ਸੀ। ਇਸ ਖਬਰ ਦੇ ਦਬਾਅ ਹੇਠ ਹੀ ਪੰਜਾਬ ਸਰਕਾਰ ਨੂੰ ਸ਼ਰਮੋ-ਸ਼ਰਮੀ ਸਾਰੇ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਜਾਰੀ ਕਰਨੇ ਪੈ ਗਏ ਸਨ। ਪਰ ਜਦੋਂ ਸਰਕਾਰਾਂ ਦੀ ਨੀਤ ਸਾਫ਼ ਨਾ ਹੋਵੇ ਤਾਂ ਅਜਿਹੀਆਂ ਪੜਤਾਲਾਂ ਦਾ ਮਕਸਦ ਸੱਚ ਨੂੰ ਸਾਹਮਣੇ ਲਿਆਉਣ ਦੀ ਥਾਂ ਸੱਚ ਉੱਤੇ ਪਰਦਾ ਪਾਉਣਾ ਜਾਂ ਪੜਤਾਲ ਨੂੰ ਬੇਵਜ੍ਹਾ ਲਮਕਾ ਕੇ ਸੱਚਾਈ ਨੂੰ ਘੱਟੇ ਰੋਲਣਾ ਹੁੰਦਾ ਹੈ। ਇਸ ਮਾਮਲੇ ਵਿੱਚ ਵੀ ਇਹੀ ਸਰਕਾਰੀ ਖੇਡ ਖੇਡੀ ਗਈ ਸੀ। ਉਹ ਪੜਤਾਲੀਆ ਰਿਪੋਰਟ ਅਜੇ ਤੱਕ ਵੀ ਸਰਕਾਰੀ ਕਾਗਜ਼ਾਂ ਵਿੱਚ ਹੀ ਸਹਿਕ ਰਹੀ ਹੈ। ਖਾੜਕੂ ਸਿੰਘਾਂ ਦੇ ਪਰਿਵਾਰਾਂ ਉੱਤੇ ਪੁਲਸੀ ਜ਼ਬਰ ਦੀ ਮੁਹਿੰਮ। 1992 ਵਿੱਚ ਬੇਅੰਤ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਪੁਲਿਸ ਨੇ ਖਾੜਕੂਆਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਘਰਾਂ ਤੋਂ ਚੁੱਕ ਕੇ ਅੰਨਾ ਤਸ਼ੱਦਦ ਢਾਉਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਵਿਆਪਕ ਮੁਹਿੰਮ ਚਲਾ ਦਿੱਤੀ ਸੀ। ਸਿਤਮ ਦੀ ਗੱਲ ਇਹ ਕਿ ਪੁਲਿਸ ਮ੍ਰਿਤਕਾਂ ਦੀਆਂ ਦੇਹਾਂ ਨੂੰ ਵਾਰਸਾਂ ਦੇ ਹਵਾਲੇ ਨਹੀਂ ਕਰਦੀ ਸੀ। ਉਹਨਾਂ ਨੂੰ ਕਿੱਥੇ ਖੁਰਦ-ਬੁਰਦ ਕੀਤਾ ਜਾਂਦਾ ਸੀ, ਇਸ ਬਾਰੇ ਕੋਈ ਪਤਾ ਨਹੀਂ ਚੱਲਦਾ ਸੀ। ਇਸੇ ਕੜੀ ਤਹਿਤ ਪੁਲਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ 2 ਦੋਸਤਾਂ ਨੂੰ ਅਲੱਗ-ਅਲੱਗ ਥਾਵਾਂ ਤੋਂ ਘਰੋਂ ਚੁੱਕ ਕੇ ਲਾਪਤਾ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਡਾਕਟਰ ਸੋਹਣ ਸਿੰਘ ਪੰਥਕ ਕਮੇਟੀ ਦੇ ਮੈਂਬਰ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਦਾ ਚਾਚਾ ਬਾਬਾ ਪਿਆਰਾ ਸਿੰਘ ਸੀ, ਜੋ ਕਿ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ ਦਾ ਡਾਇਰੈਕਟਰ ਸੀ।
ਉਸ ਵੇਲੇ ਜਸਵੰਤ ਸਿੰਘ ਖਾਲੜਾ ਵੀ ਉਸੇ ਬੈਂਕ ਦਾ ਡਾਇਰੈਕਟਰ ਸੀ। ਉਸ ਦੀ ਪਿਆਰਾ ਸਿੰਘ ਨਾਲ ਜਿਗਰੀ ਸਾਂਝ ਸੀ। ਬਾਬਾ ਪਿਆਰਾ ਸਿੰਘ ਪੁਲਿਸ ਦੀਆਂ ਵਧੀਕੀਆਂ ਤੋਂ ਬਚਣ ਲਈ ਯੂਪੀ ਵਿੱਚ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਆਪਣੇ ਫਾਰਮ ਤੇ ਚਲਾ ਗਿਆ ਸੀ, ਪਰ ਪੰਜਾਬ ਪੁਲਿਸ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਫਾਰਮ ਤੋਂ ਫਰੇਬੀ ਢੰਗ ਨਾਲ ਗ੍ਰਿਫਤਾਰ ਕਰ ਲਿਆ ਸੀ। ਹੋਇਆ ਇਹ ਕਿ 11 ਦਸੰਬਰ 1992 ਨੂੰ ਸਵੇਰੇ ਫਾਰਮ ਉੱਤੇ ਇੱਕ ਜੀਪ ਆ ਕੇ ਰੁਕੀ। ਉਸ ਵਿੱਚੋਂ 4 ਵਿਅਕਤੀ ਉਤਰੇ, ਜਿਨ੍ਹਾਂ ਦੇ ਚਿੱਟੇ ਕੋਟ ਪਾਏ ਹੋਏ ਸੀ ਤੇ ਗਲਾਂ ਵਿੱਚ ਸਟੈਥੋਸਕੋਪ ਲਟਕ ਰਹੇ ਸਨ। ਉਹਨਾਂ ਆਪਣੀ ਜਾਣ ਪਛਾਣ ਡਾਕਟਰਾਂ ਵਜੋਂ ਕਰਵਾਈ ਅਤੇ ਦੱਸਿਆ ਕਿ ਕੁਝ ਮਿੰਟਾਂ ਵਿੱਚ ਹੀ ਪਿੰਡ ਵਿੱਚ ਕੋਈ ਵੱਡਾ ਸਰਕਾਰੀ ਅਫਸਰ ਡਿਸਪੈਂਸਰੀ ਦਾ ਉਦਘਾਟਨ ਕਰਨ ਲਈ ਪਹੁੰਚ ਰਿਹਾ ਹੈ, ਜਿਸ ਕਰਕੇ ਉੱਥੇ ਪਿੰਡ ਦੇ ਕੁਝ ਪਤਵੰਤੇ ਲੋਕਾਂ ਦੀ ਹਾਜ਼ਰੀ ਜ਼ਰੂਰੀ ਹੈ। ਉਹਨਾਂ ਬਾਬਾ ਪਿਆਰਾ ਸਿੰਘ ਨੂੰ ਉਹਨਾਂ ਦੇ ਨਾਲ ਜਾਣ ਲਈ ਕਿਹਾ। ਉਹਨਾਂ ਨਾਲ ਹੀ ਕੋਲ ਖਲੋਤੇ ਉਸਦੇ ਨੌਜਵਾਨ ਪੁੱਤਰ ਬਲਰਾਜ ਸਿੰਘ ਨੂੰ ਵੀ ਨਾਲ ਬਿਠਾ ਲਿਆ। ਥੋੜੀ ਦੂਰ ਜਾ ਕੇ ਡਾਕਟਰ ਆਪਣੇ ਅਸਲੀ ਰੰਗ ਵਿੱਚ ਆ ਗਏ। ਉਹ ਪੰਜਾਬ ਪੁਲਿਸ ਦੇ ਬੁੱਚੜ ਮੁਲਾਜ਼ਮ ਸੀ, ਜਿਹੜੇ ਬਾਬਾ ਪਿਆਰਾ ਸਿੰਘ ਤੇ ਉਸਦੇ ਪੁੱਤਰ ਨੂੰ ਲੈ ਕੇ ਉੱਥੋਂ ਸਿੱਧੇ ਅੰਮ੍ਰਿਤਸਰ ਪਹੁੰਚ ਗਏ ਸੀ। ਅੰਮ੍ਰਿਤਸਰ ਵਿੱਚ ਪੁਲਿਸ ਨੇ ਦੋਵਾਂ ਪਿਓ ਪੁੱਤਾਂ ਨੂੰ ਇਕੱਠਿਆਂ 5 ਦਿਨ ਸਥਾਨਕ BR ਮਾਡਰਨ ਸਕੂਲ ਵਿੱਚ ਰੱਖਿਆ, ਜਿੱਥੇ ਉਹਨਾਂ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ। 16 ਦਸੰਬਰ ਨੂੰ ਬਾਬਾ ਪਿਆਰਾ ਸਿੰਘ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਛਪ ਗਈ। ਉਸ ਦੇ ਪਰਿਵਾਰ ਨੇ ਉਸ ਦੀ ਲਾਸ਼ ਲੈਣ ਦੇ ਪੁਰਜ਼ੋਰ ਯਤਨ ਕੀਤੇ, ਪਰ ਪੁਲਿਸ ਨੇ ਦੁਖੀ ਪਰਿਵਾਰ ਦੀ ਇੱਕ ਨਾ ਸੁਣੀ। ਇਸੇ ਹੀ ਸਮੇਂ ਦੌਰਾਨ ਉਸੇ ਬੈਂਕ ਦੇ ਇੱਕ ਹੋਰ ਡਾਇਰੈਕਟਰ ਅਮਰੀਕ ਸਿੰਘ ਮੱਤੇਵਾਲ, ਜਿਹੜਾ ਪ੍ਰਸਿੱਧ ਖਾੜਕੂ ਭਾਈ ਸੀਤਲ ਸਿੰਘ ਮੱਤੇਵਾਲ ਦਾ ਭਰਾ ਸੀ, ਨੂੰ ਵੀ ਘਰੋਂ ਚੁੱਕ ਕੇ ਗੁੰਮ ਕਰ ਦਿੱਤਾ ਸੀ। ਇਹਨਾਂ ਦੇ ਨਾਲ ਸੀਤਲ ਸਿੰਘ ਦੀ ਸਿੰਘਣੀ ਤੇ ਭਰਾ ਦਰਸ਼ਨ ਸਿੰਘ ਵੀ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੇ ਇਹਨਾਂ ਦੋਸਤਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਲਈ ਪੂਰੀ ਵਾਹ ਲਾ ਦਿੱਤੀ ਸੀ, ਪਰੰਤੂ ਪੁਲਿਸ ਨੇ ਕੋਈ ਪੱਲਾ ਨਹੀਂ ਫੜਾਇਆ ਸੀ। ਪਰ ਇਸ ਦੇ ਬਾਵਜੂਦ ਭਾਈ ਜਸਵੰਤ ਸਿੰਘ ਖਾਲੜਾ ਨੇ ਹਾਰ ਨਾ ਮੰਨੀ। ਉਸਨੇ ਪੂਰੇ ਸਿਰ ਨਾਲ ਆਪਣੀ ਖੋਜ ਜਾਰੀ ਰੱਖੀ। ਇਸ ਤੋਂ 2 ਕੁ ਮਹੀਨਿਆਂ ਬਾਅਦ 28 ਫਰਵਰੀ 1993 ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਨਸ਼ਰ ਹੋਈ। ਖਬਰ ਸੁਣਦਿਆਂ ਹੀ ਭਾਈ ਜਸਵੰਤ ਸਿੰਘ ਨੇ ਬਾਬਾ ਮਾਨੋਚਾਲ ਦੀ ਮ੍ਰਿਤਕ ਦੇਹ ਲੈਣ ਲਈ ਯਤਨ ਕਰਨ ਦਾ ਮਨ ਬਣਾਇਆ। ਪੁਲਿਸ ਨੇ ਜਿਹੜੀ ਲਾਸ਼ ਅਣਪਛਾਤੀ ਜਾਂ ਲਵਾਰਸ ਕਹਿ ਕੇ ਸਾੜਨੀ ਹੁੰਦੀ ਸੀ, ਉਸ ਬਾਰੇ ਇਹ ਮਨਘੜਤ ਝੂਠ ਸਿਰਜਿਆ ਜਾਂਦਾ ਸੀ ਕਿ ਮਾਰੇ ਗਏ ਖਾੜਕੂ ਦੀ ਲਾਸ਼ ਲੈਣ ਲਈ ਕੋਈ ਵਾਰਸ ਅੱਗੇ ਨਹੀਂ ਸੀ ਆਇਆ। ਇਸ ਝੂਠ ਰਾਹੀਂ ਪੁਲਿਸ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੀ ਸੀ ਕਿ ਲੋਕ ਖਾੜਕੂਆਂ ਦੇ ਇੰਨੇ ਖਿਲਾਫ ਹੋ ਗਏ ਨੇ ਕਿ ਕੋਈ ਉਹਨਾਂ ਦੀਆਂ ਲਾਸ਼ਾਂ ਦਾ ਵਾਰਸ ਬਣਨ ਲਈ ਵੀ ਤਿਆਰ ਨਹੀਂ। ਭਾਈ ਖਾਲੜਾ ਦਾ ਵਿਚਾਰ ਇਹ ਸੀ ਕਿ ਦਮਦਮੀ ਟਕਸਾਲ ਦੇ 1-2 ਮੋਤਬਰ ਬੰਦਿਆਂ ਨੂੰ ਨਾਲ ਲੈ ਕੇ ਬਾਬਾ ਮਾਨੋਚਾਲ ਦੇ ਵਾਰਸ ਹੋਣ ਦਾ ਦਾਅਵਾ ਕੀਤਾ ਜਾਵੇ ਅਤੇ ਇਸ ਆਧਾਰ ਤੇ ਪੁਲਿਸ ਕੋਲੋਂ ਉਸ ਦਾ ਮ੍ਰਿਤਕ ਸਰੀਰ ਲੈਣ ਦਾ ਯਤਨ ਕੀਤਾ ਜਾਵੇ। ਜੇਕਰ ਪੁਲਿਸ ਲਾਸ਼ ਨੂੰ ਲਵਾਰਸ ਕਹਿ ਕੇ ਸਾੜਨ ਦਾ ਯਤਨ ਕਰਦੀ ਹੈ ਤਾਂ ਉਸ ਦੇ ਝੂਠ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਜਾ ਸਕਦਾ ਸੀ। ਭਾਈ ਖਾਲੜਾ ਦਮਨ ਵਿਰੋਧੀ ਫਰੰਟ ਦੇ ਵਰਕਰਾਂ ਨਾਲ ਰਾਏ ਮਸ਼ਵਰਾ ਕਰਕੇ ਇਕੱਲੇ ਹੀ ਆਪਣੇ ਸਕੂਟਰ ਤੇ ਸਵਾਰ ਹੋ ਕੇ ਤਰਨਤਾਰਨ ਲਈ ਚੱਲ ਪਿਆ ਸੀ। ਤੁਰਨ ਤੋਂ ਪਹਿਲਾਂ ਉਸਨੇ ਆਪਣੇ ਸਾਥੀਆਂ ਨੂੰ ਤਾਕੀਦ ਕਰ ਦਿੱਤੀ ਸੀ ਕਿ ਪੁਲਿਸ ਦੇ ਜਾਬਰ ਵਤੀਰੇ ਨੂੰ ਦੇਖਦੇ ਹੋਏ ਉਸ ਨਾਲ ਉੱਥੇ ਕੋਈ ਵੀ ਮੰਦਹੋਣੀ ਵਾਪਰ ਸਕਦੀ ਹੈ ਅਤੇ ਜੇਕਰ ਉਹ ਵਾਪਸ ਨਾ ਆ ਸਕਿਆ ਤਾਂ ਮੇਰੇ ਤੋਂ ਬਾਅਦ ਤੁਸੀਂ ਆਪਣੇ ਮਿਸ਼ਨ ਨੂੰ ਇਸੇ ਜਜ਼ਬੇ ਨਾਲ ਜਾਰੀ ਰੱਖਣਾ। ਉਧਰ ਦਮਦਮੀ ਟਕਸਾਲ ਦੇ ਆਗੂ ਭਾਈ ਮੋਹਕਮ ਸਿੰਘ ਨੂੰ ਵੀ ਅੰਮ੍ਰਿਤਸਰ ਵਿਖੇ ਪੱਤਰਕਾਰ ਮਹਿੰਦਰ ਸਿੰਘ ਕੋਲੋਂ ਬਾਬਾ ਮਾਨੋਚਾਲ ਦੀ ਸ਼ਹਾਦਤ ਦੀ ਖਬਰ ਮਿਲ ਗਈ ਸੀ ਅਤੇ ਉਹ ਉਸੇ ਵੇਲੇ ਆਪਣੇ ਇੱਕ ਸਾਥੀ ਨਾਲ ਬਾਬਾ ਮਾਨੋਚਾਲ ਦਾ ਸਰੀਰ ਲੈਣ ਲਈ ਜੀਪ ਤੇ ਸਵਾਰ ਹੋ ਕੇ ਤਰਨਤਾਰਨ ਲਈ ਰਵਾਨਾ ਹੋ ਗਏ ਸਨ। ਸਬੱਬ ਨਾਲ ਉਹਨਾਂ ਨੂੰ ਰਸਤੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਸਕੂਟਰ ਉੱਤੇ ਇਕੱਲੇ ਹੀ ਤਰਨਤਾਰਨ ਵੱਲ ਜਾਂਦਾ ਦਿਸ ਗਿਆ। ਉਹਨਾਂ ਨੇ ਮਿਲ ਕੇ ਸੰਖੇਪ ਵਿੱਚ ਆਪਸੀ ਰਾਏ ਮਸ਼ਵਰਾ ਕੀਤਾ।
ਭਾਈ ਖਾਲੜਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਚੱਲੋ, ਮੈਂ ਸਕੂਟਰ ਉੱਤੇ ਤੁਹਾਡੇ ਪਿੱਛੇ ਹੀ ਆਉਂਦਾ। ਭਾਈ ਮੋਹਕਮ ਸਿੰਘ ਹੋਰਾਂ ਨੇ ਤਰਨਤਾਰਨ ਜਾ ਕੇ ਦੇਖਿਆ ਕਿ ਬਾਬਾ ਮਾਨੋ ਚਾਲ ਦਾ ਮ੍ਰਿਤਕ ਸਰੀਰ ਮੁੱਖ ਸੜਕ ਉੱਤੇ ਬੋੜੀਵਾਲਾ ਚੌਂਕ ਵਿੱਚ ਇੱਕ ਬੋਰਡ ਹੇਠਾਂ ਰੱਖਿਆ ਹੋਇਆ ਸੀ। ਚਾਰੇ ਪਾਸੇ ਪੁਲਿਸ ਭਾਰੀ ਨਫਰੀ ਵਿੱਚ ਤੈਨਾਤ ਕੀਤੀ ਹੋਈ ਸੀ। ਨੇੜੇ ਇੱਕ ਗੱਤੇ ਜਿਹੇ ਤੇ ਹੱਥ ਨਾਲ ਲਿਖ ਕੇ ਲਾਇਆ ਹੋਇਆ ਸੀ ਕਿ ਖਤਰਨਾਕ ਅੱਤਵਾਦੀ ਗੁਰਬਚਨ ਸਿੰਘ ਮਾਨੋ ਚਾਲ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ, ਪਰ ਉਸ ਦੀ ਲਾਸ਼ ਲੈਣ ਲਈ ਕੋਈ ਵਾਰਸ ਨਹੀਂ ਆਇਆ, ਜਿਸ ਕਰਕੇ ਇਸ ਲਾਸ਼ ਨੂੰ ਲਾਵਾਰਸ ਕਹਿ ਕੇ ਸਾੜਿਆ ਜਾ ਰਿਹਾ ਹੈ। ਇਹੋ ਗੱਲ ਲਾਊਡ ਸਪੀਕਰ ਤੋਂ ਵੀ ਦੁਹਰਾਈ ਜਾ ਰਹੀ ਸੀ। ਭਾਈ ਮੋਹਕਮ ਸਿੰਘ ਹੋਰਾਂ ਨੇ ਇਸ ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ਬਾਬਾ ਮਾਨੋ ਚਾਲ ਦੇ ਵਾਰਸ ਨੇ ਤੇ ਉਸ ਦਾ ਮ੍ਰਿਤਕ ਸਰੀਰ ਉਹਨਾਂ ਨੂੰ ਦਿੱਤਾ ਜਾਵੇ। ਪੁਲਿਸ ਨੇ ਉਹਨਾਂ ਦਾ ਇਹ ਦਾਅਵਾ ਬੇਰੁਖੀ ਨਾਲ ਠੁਕਰਾ ਦਿੱਤਾ ਅਤੇ ਉਹਨਾਂ ਦੇ ਇਤਰਾਜ਼ਾਂ ਦੇ ਬਾਵਜੂਦ ਜ਼ਬਰਦਸਤੀ ਲਾਸ਼ ਨੂੰ ਚੁੱਕ ਕੇ ਮਿਊਨਿਸਪਲ ਸ਼ਮਸ਼ਾਨ ਘਾਟ ਲੈ ਗਏ। ਉਸ ਵੇਲੇ ਤੱਕ ਭਾਈ ਖਾਲੜਾ ਵੀ ਸ਼ਮਸ਼ਾਨ ਘਾਟ ਪਹੁੰਚ ਗਿਆ ਸੀ, ਪਰ ਉਹਨਾਂ ਦੇ ਪੂਰਾ ਯਤਨ ਕਰਨ ਦੇ ਬਾਵਜੂਦ ਪੁਲਿਸ ਨੇ ਉਹਨਾਂ ਨੂੰ ਬਾਬਾ ਮਾਨੋ ਚਾਲ ਦਾ ਸਰੀਰ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤਰੀਕੇ ਨਾਲ ਪੁਲਿਸ ਨੇ ਬਾਬਾ ਮਾਨੋ ਚਾਲ ਦੇ ਮ੍ਰਿਤਕ ਸਰੀਰ ਦਾ ਲਾਵਾਰਸ ਕਹਿ ਕੇ ਕਾਹਲੀ ਨਾਲ ਸੰਸਕਾਰ ਕਰ ਦਿੱਤਾ ਸੀ। ਪੁਲਿਸ ਦੀ ਇਸ ਹਰਕਤ ਨੂੰ ਦੇਖ ਕੇ ਭਾਈ ਜਸਵੰਤ ਸਿੰਘ ਨੂੰ ਇੱਕਦਮ ਸ਼ੱਕ ਹੋ ਗਿਆ ਕਿ ਉਸ ਦੇ ਜਿਨ੍ਹਾਂ ਦੋ ਦੋਸਤਾਂ ਦੀਆਂ ਲਾਸ਼ਾਂ ਦੀ ਕੋਈ ਉੱਗ-ਸੁੱਗ ਨਹੀਂ ਮਿਲ ਰਹੀ ਸੀ, ਹੋ ਸਕਦਾ ਹੈ ਉਹਨਾਂ ਨੂੰ ਵੀ ਇਸੇ ਤਰ੍ਹਾਂ ਲਵਾਰਸ ਕਹਿ ਕੇ ਮਿਊਨਿਸਪਲ ਸ਼ਮਸ਼ਾਨ ਘਾਟ ਅੰਦਰ ਸਾੜ ਦਿੱਤਾ ਗਿਆ ਹੋਵੇ। ਬਸ ਇੱਥੋਂ ਹੀ ਉਸ ਦੀ ਅਣਪਛਾਤੀਆਂ ਲਾਸ਼ਾਂ ਦੀ ਸੱਚਾਈ ਦਾ ਪਤਾ ਲਾਉਣ ਦੀ ਜਾਨ-ਹੂਲਵੀ ਜੱਦੋ-ਜਹਿਦ ਆਰੰਭ ਹੋ ਗਈ ਸੀ। ਬਾਬਾ ਗੁਰਬਚਨ ਸਿੰਘ ਮਾਨੋ ਚਾਲ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਉੱਤੇ ਜ਼ੁਲਮਾਂ ਦੀ ਹੌਲਨਾਕ ਵਿਥਿਆ। ਇਸੇ ਸਮੇਂ ਦੌਰਾਨ ਪੁਲਿਸ ਨੇ ਮਾਝੇ ਵਿੱਚ, ਖਾਸ ਕਰਕੇ ਤਰਨਤਾਰਨ ਦੇ ਖੇਤਰ ਵਿੱਚ, ਕੁਝ ਚੋਣਵੇਂ ਖਾੜਕੂ ਆਗੂਆਂ ਦੇ ਪਰਿਵਾਰਾਂ ਦੇ ਮੈਂਬਰਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਉੱਤੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਸੀ। ਭਾਈ ਜਸਵੰਤ ਸਿੰਘ ਨੇ ਲੋਕਾਂ ਨੂੰ ਇਹਨਾਂ ਜ਼ੁਲਮਾਂ ਤੋਂ ਜਾਣੂ ਕਰਾਉਣ ਲਈ ਆਪਣੇ ਪੱਕੇ ਸਾਥੀਆਂ ਨਾਲ ਰਲ ਕੇ ਠੋਸ ਵੇਰਵੇ ਇਕੱਠੇ ਕਰਨ ਦੀ ਵਿਉਂਤ ਬਣਾਈ। ਉਸਨੇ ਨਮੂਨੇ ਦੇ ਤੌਰ ਤੇ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਦੇ ਪਰਿਵਾਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਉੱਤੇ ਢਾਹੇ ਗਏ ਜ਼ੁਲਮਾਂ ਬਾਰੇ ਠੋਸ ਤੱਥਾਂ ਤੇ ਆਧਾਰਿਤ ਰਿਪੋਰਟ ਤਿਆਰ ਕਰਨ ਦਾ ਕਾਰਜ ਆਰੰਭ ਕਰ ਦਿੱਤਾ। ਇਸ ਵਾਸਤੇ ਉਸ ਨੂੰ ਅਨੇਕਾਂ ਹੀ ਪਿੰਡਾਂ ਤੇ ਘਰਾਂ ਵਿੱਚ ਜਾਣਾ ਪਿਆ ਸੀ। ਜਿਸਮਾਨੀ ਭੱਜ-ਨੱਠ ਤੋਂ ਇਲਾਵਾ ਇਸ ਵਿੱਚ ਉਸ ਨੂੰ ਪੈਰ-ਪੈਰ ਤੇ ਖਤਰਿਆਂ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਅਣਮਨੁੱਖੀ ਜ਼ੁਲਮਾਂ ਲਈ ਬਦਨਾਮ ਪੁਲਿਸ ਅਫਸਰਾਂ ਦਾ ਵਤੀਰਾ ਇਹ ਸੀ ਕਿ ਉਹ ਆਪਣੀਆਂ ਵਹਿਸ਼ੀ ਕਰਤੂਤਾਂ ਦੇ ਵਿਰੁੱਧ ਕੋਈ ਵੀ ਸ਼ਬਦ ਸੁਣਨ ਲਈ ਤਿਆਰ ਨਹੀਂ ਸਨ। ਇਸ ਬਾਰੇ ਖਬਰਾਂ ਦੇਣ ਤੇ ਛਾਪਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਂਦਾ ਸੀ। ਪੁਲਿਸ ਵਿਰੁੱਧ ਖਬਰਾਂ ਛਾਪਣ ਦੀ ਗੁਸਤਾਖੀ ਕਰਨ ਵਾਲੇ ਕੁਝ ਪੱਤਰਕਾਰ ਖੁਦ ਪੁਲਿਸ ਦੀ ਕਰੋਪੀ ਦੇ ਸ਼ਿਕਾਰ ਹੋ ਚੁੱਕੇ ਸਨ। ਉਹਨਾਂ ਨੂੰ ਘਰਾਂ ਜਾਂ ਦਫ਼ਤਰਾਂ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ ਸੀ। ਖੁਦ ਜਸਵੰਤ ਸਿੰਘ ਨੂੰ ਉਸ ਵੇਲੇ ਤੱਕ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ, ਪਰ ਉਸ ਨਿਰਭੈ ਯੋਧੇ ਨੇ ਆਪਣੀ ਜਾਨ ਦੀ ਕੋਈ ਪਰਵਾਹ ਨਾ ਕੀਤੀ। ਜਦੋਂ ਉਸ ਦੇ ਕਿਸੇ ਸਾਥੀ ਨੇ ਪੁਲਿਸ ਦੇ ਡਰ ਕਾਰਨ ਉਸ ਦੇ ਨਾਲ ਜਾਣ ਤੋਂ ਥੋੜੀ ਜਿਹੀ ਵੀ ਝਿਜਕ ਦਿਖਾਈ ਤਾਂ ਉਹ ਇਕੱਲੇ ਹੀ ਆਪਣਾ ਸਲੇਟੀ ਰੰਗਾ ਸਕੂਟਰ PB02 D5291 ਲੈ ਕੇ ਪੁਲਸੀ ਜ਼ੁਲਮਾਂ ਦਾ ਗੜ੍ਹ ਬਣੇ ਤਰਨਤਾਰਨ ਖੇਤਰ ਦੇ ਪਿੰਡਾਂ ਵਿੱਚ ਬੇਖੌਫ ਘੁੰਮਦਾ ਰਿਹਾ। ਉਹ ਦਹਿਸ਼ਤਜ਼ਦਾ ਮਾਹੌਲ ਵਿੱਚ ਕੱਲੀ ਜਾਨ ਵੱਲੋਂ ਪੁਲਿਸ ਦੇ ਜ਼ੁਲਮਾਂ ਬਾਰੇ ਪਿੰਡ-ਪਿੰਡ ਫਿਰ ਕੇ ਲਿਖਤੀ ਵੇਰਵੇ ਇਕੱਠੇ ਕਰਨੇ ਖਾਲੀ ਹੱਥੀਂ ਖੁੰਖਾਰ ਬਘਿਆੜਾਂ ਦੇ ਘੁਰਨਿਆਂ ਵਿੱਚ ਜਾ ਵੜਨ ਵਰਗੀ ਹੀ ਗੱਲ ਸੀ। ਪਰ ਉਦੋਂ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਭਾਈ ਜਸਵੰਤ ਸਿੰਘ ਮੌਤ ਦੇ ਭੈ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਸੀ। ਉਹ ਪੁਲਿਸ ਦੀ ਦਰਿੰਦਗੀ ਦੇ ਸ਼ਿਕਾਰ ਹੋਏ ਪਰਿਵਾਰਾਂ ਕੋਲ ਖੁਦ ਚੱਲ ਕੇ ਗਿਆ। ਉਹਨਾਂ ਦੇ ਮੂੰਹੋਂ ਉਹਨਾਂ ਦੇ ਦੁੱਖਾਂ ਦੀ ਦਰਦਨਾਕ ਵਿਥਿਆ ਸੁਣੀ, ਜਿਸ ਨੂੰ ਸੁਣ ਕੇ ਉਸ ਦਾ ਮਨ ਲਗਾਤਾਰ ਵਿਆਕੁਲ ਹੁੰਦਾ ਰਿਹਾ। ਉਹ ਸਾਰੇ ਵੇਰਵੇ ਨਾਲੋਂ ਨਾਲ ਆਪਣੀ ਡਾਇਰੀ ਵਿੱਚ ਲਿਖਦਾ ਰਿਹਾ।
ਅਖੀਰ ਵਿੱਚ ਇਹਨਾਂ ਦੇ ਆਧਾਰ ਤੇ ਉਸਨੇ ਭਰਵੀਂ ਰਿਪੋਰਟ ਤਿਆਰ ਕੀਤੀ, ਜਿਸ ਵਿੱਚੋਂ ਪੁਲਿਸ ਦੇ ਜ਼ੁਲਮਾਂ ਦੀ ਹੇਠਾਂ ਦਿੱਤੀ ਹੌਲਨਾਕ ਤਸਵੀਰ ਉਘੜਦੀ ਹੈ। 2 ਅਗਸਤ 1992 ਨੂੰ ਨੌਸ਼ਹਿਰਾ ਪੰਨੂਆ ਪਿੰਡ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਿਤਾ ਸਰਦਾਰ ਆਤਮਾ ਸਿੰਘ ਦੇ ਘਰੋਂ ਉਸ ਦੇ ਪੁੱਤਰ ਨਿਰਵੈਲ ਸਿੰਘ ਨੂੰ ਪੁਲਿਸ ਫੜ ਕੇ ਲੈ ਗਈ। ਚੌਂਕੀ ਇੰਚਾਰਜ ਇੰਦਰਜੀਤ ਸਿੰਘ ਖੁਦ ਉਸ ਨੂੰ ਲੈ ਕੇ ਚੌਂਕੀ ਗਿਆ ਸੀ। ਉੱਥੋਂ ਉਸ ਨੂੰ CIA ਸਟਾਫ ਤਰਨਤਾਰਨ ਖੜਿਆ ਗਿਆ। 1 ਹਫ਼ਤੇ ਦੀ ਕੁੱਟਮਾਰ ਤੋਂ ਬਾਅਦ ਉਸ ਨੂੰ ਫਿਰ ਚੌਂਕੀ ਨੌਸ਼ਹਿਰਾ ਪੰਨੂਆ ਲਿਆਂਦਾ ਗਿਆ। ਉਹ ਤੁਰਨ ਫਿਰਨ ਖੁਣੋਂ ਅਸਮਰੱਥ ਸੀ। 8 ਦਿਨਾਂ ਬਾਅਦ 10 ਅਗਸਤ ਨੂੰ ਆਤਮਾ ਸਿੰਘ ਨੂੰ ਵੀ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਨਾਲ ਹੀ ਬਾਬਾ ਮਾਨੋਚਾਲ ਦੀ ਮਾਤਾ ਗੁਰਮੇਜ ਕੌਰ ਅਤੇ ਮਾਨੋਚਾਲ ਦੇ ਇੱਕ ਹੋਰ ਭਰਾ ਤਰਲੋਚਨ ਸਿੰਘ ਦੀ ਪਤਨੀ ਕਸ਼ਮੀਰ ਕੌਰ ਨੂੰ ਵੀ ਪੁਲਿਸ ਨੇ ਫੜ ਲਿਆ। ਕਸ਼ਮੀਰ ਕੌਰ ਨੂੰ ਬਿਮਾਰ ਹੋਣ ਕਰਕੇ ਅਗਲੇ ਦਿਨ ਛੱਡ ਦਿੱਤਾ ਗਿਆ। ਫਿਰ 11 ਅਗਸਤ ਨੂੰ ਨਿਰਵੈਲ ਸਿੰਘ, ਆਤਮਾ ਸਿੰਘ ਤੇ ਗੁਰਮੇਜ ਕੌਰ ਨੂੰ ਸਰਹਾਲੀ ਥਾਣੇ ਲਿਆਂਦਾ ਗਿਆ। ਇੱਥੇ ਮਾਨੋਚਾਲ ਦੀ ਭੈਣ ਬਲਜੀਤ ਕੌਰ ਨੂੰ ਬ੍ਰਹਮਪੁਰੇ ਪਿੰਡ ਤੋਂ ਫੜ ਕੇ ਲੈ ਆਂਦਾ ਗਿਆ ਅਤੇ ਪਿੰਡ ਮਾਨੋਚਾਲ ਤੋਂ ਬਾਬਾ ਮਾਨੋਚਾਲ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੂੰ ਵੀ ਲੈ ਆਂਦਾ ਗਿਆ। ਪੰਜਾਂ ਨੂੰ ਇਕੱਠਿਆਂ ਵੈਰੋਵਾਲ ਥਾਣੇ ਖੜਿਆ ਗਿਆ। 17 ਅਗਸਤ ਨੂੰ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਸਰੂਪ ਸਿੰਘ ਦੀ ਸਿਫਾਰਿਸ਼ ਤੇ ਜਨਾਨੀਆਂ ਨੂੰ ਛੱਡ ਦਿੱਤਾ ਗਿਆ। 20 ਅਗਸਤ ਨੂੰ DSP ਗੁਰਮੀਤ ਸਿੰਘ ਨਿਰਵੈਲ ਸਿੰਘ ਨੂੰ ਤਰਨਤਾਰਨ CIA ਸਟਾਫ ਵਿੱਚ ਲੈ ਆਇਆ। ਆਤਮਾ ਸਿੰਘ ਨੂੰ ਉਸੇ ਦਿਨ ਪੁਲਿਸ ਚੌਂਕੀ ਚੋਲਾ ਸਾਹਿਬ ਭੇਜ ਦਿੱਤਾ ਗਿਆ। 9 ਸਤੰਬਰ 1992 ਨੂੰ ਪੁਲਿਸ ਨੇ ਇੱਕ ਬਿਆਨ ਜਾਰੀ ਕੀਤਾ ਕਿ ਨਿਰਵੈਲ ਸਿੰਘ ਤਰਨਤਾਰਨ ਹਰੀਕੇ ਰੋਡ ਉੱਪਰ ਸਰਹਾਲੀ ਲਾਗੇ ਖਾਰੇ ਦੇ ਪੁਲ ਤੇ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਇਸ ਕਾਂਡ ਦੀ ਪਹਿਲੀ ਮੌਤ ਸੀ। ਇਸੇ ਦਿਨ ਆਤਮਾ ਸਿੰਘ ਨੂੰ ਚੋਲਾ ਸਾਹਿਬ ਤੋਂ ਪੱਟੀ ਥਾਣੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਦੇਖਣ ਵਾਲਿਆਂ ਦੱਸਿਆ ਕਿ ਉਸ ਦੇ ਸਰੀਰ ਉੱਤੇ ਹੋਏ ਜ਼ਖਮਾਂ ਵਿੱਚ ਕੀੜੇ ਚੱਲ ਚੁੱਕੇ ਸਨ। ਇਸ ਤੋਂ ਬਾਅਦ ਪੁਲਿਸ ਵਾਲੇ ਇਹ ਗੱਲਾਂ ਕਰਦੇ ਸੁਣੇ ਗਏ ਸਨ ਕਿ ਉਸ ਨੂੰ ਗਲੀ ਸੜੀ ਹਾਲਤ ਵਿੱਚ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ। ਪਰ ਇੱਕ ਅਖਬਾਰ ਨੇ ਇਹ ਕਿਹਾ ਕਿ ਪੁਲਿਸ ਨੇ ਉਸ ਨੂੰ ਸਰਹਾਲੀ ਥਾਣੇ ਵਿੱਚ ਪਿੰਡ ਰੂੜੀਵਾਲ ਲਾਗੇ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਦੱਸਿਆ। ਪੁਲਿਸ ਦੇ ਰਿਕਾਰਡ ਵਿੱਚ ਕੀ ਦਰਜ ਹੈ, ਇਹ ਭੇਤ ਅਜੇ ਤੱਕ ਬਾਹਰ ਨਹੀਂ ਆਇਆ। ਇਹ ਇਸ ਕਾਂਡ ਦੀ ਦੂਜੀ ਮੌਤ ਸੀ। 9 ਸਤੰਬਰ ਨੂੰ ਇਸ ਕਾਂਡ ਦਾ ਦੂਜਾ ਪੜਾਅ ਸ਼ੁਰੂ ਹੋਇਆ। ਪਿੰਡ ਮਾਨੋਚਾਲ ਤੋਂ ਚਾਚੇ ਕਾਰਜ ਸਿੰਘ ਦੀ ਪਤਨੀ ਚਰਨ ਕੌਰ ਬਾਬਾ ਮਾਨੋਚਾਲ ਦੀ ਚਾਚੀ ਨੂੰ ਫੜ ਲਿਆ ਗਿਆ। ਦੀਨਪੁਰ ਪਿੰਡ ਤੋਂ ਮਾਸੀ ਸਵਰਨ ਕੌਰ ਪਤਨੀ ਪਿਆਰਾ ਸਿੰਘ ਨੂੰ ਚੁੱਕ ਲਿਆ ਗਿਆ। ਚਾਚਾ ਲੱਖਾ ਸਿੰਘ ਤੇ ਉਸ ਦੇ ਸਾਡੂ ਦੇ ਮੁੰਡੇ ਕਾਬਲ ਸਿੰਘ ਨੂੰ ਪਿੰਡ ਚੋਲਾ ਸਾਹਿਬ ਤੋਂ ਚੁੱਕਿਆ ਗਿਆ। ਤਾਏ ਦਿਆ ਸਿੰਘ ਦੇ ਸਹੁਰਿਆਂ ਪਿੰਡ ਸਰਹਾਲੀ ਤੋਂ ਸਾਲੇ ਦੇ 2 ਮੁੰਡੇ ਪ੍ਰਗਟ ਸਿੰਘ ਤੇ ਅਵਤਾਰ ਸਿੰਘ ਚੁੱਕ ਲਏ ਗਏ। ਪਿੰਡ ਬ੍ਰਹਮਪੁਰਾ ਤੋਂ ਭੈਣ ਦੀ ਸੱਸ ਪ੍ਰੀਤਮ ਕੌਰ, ਭਣਵਈਏ ਦੇ ਭਰਾ ਸੁਲੱਖਣ ਸਿੰਘ ਤੇ ਬਲਦੇਵ ਸਿੰਘ ਪੁੱਤਰ ਅਰਜਨ ਸਿੰਘ, ਜੋ CRP ਦੇ ਰਿਟਾਇਰਡ ਮੁਲਾਜ਼ਮ ਸਨ, ਚੁੱਕ ਲਏ ਗਏ। ਸੰਗਤਪੁਰੇ ਪਿੰਡ ਤੋਂ ਮਾਸੀ ਦੀ ਧੀ ਅਮਰ ਕੌਰ ਤੇ ਉਸ ਦੀ ਸੱਸ ਗੁਰਮੇਜ ਕੌਰ ਨੂੰ ਚੁੱਕਿਆ ਗਿਆ। ਕੁੜਮ ਦੇ ਭਰਾ ਕੇਵਲ ਸਿੰਘ ਸਾਬਕਾ ਫੌਜੀ ਨੂੰ ਵੀ ਚੁੱਕ ਲਿਆ। ਮਾਨੋਚਾਲ ਦੇ ਸਹੁਰਿਆਂ ਮੱਲਮੋਰੀ ਤੋਂ ਉਸ ਦਾ ਸਾਲਾ ਪਿਆਰਾ ਸਿੰਘ ਸਾਬਕਾ ਫੌਜੀ ਨੂੰ ਵੀ ਫੜ ਲਿਆ ਗਿਆ। ਦਰਬਾਰ ਸਾਹਿਬ ਤਰਨਤਾਰਨ ਤੋਂ ਕੀਰਤਨੀਆ ਮੁਖਤਿਆਰ ਸਿੰਘ ਬਾਬਾ ਮਾਨੋਚਾਲ ਦਾ ਸਾਲਾ, ਜੋ ਲੱਤਾਂ ਤੋਂ ਆਰੀ ਸੀ, ਤੇ ਉਸ ਦਾ ਭਣੇਵਾ ਸੁਰਮੁਖ ਸਿੰਘ ਵੀ ਚੁੱਕ ਲਏ ਗਏ। ਮੱਲਮੋਰੀ ਤੋਂ ਹੀ ਸਾਲੇਹਾਰ ਸਰਬਜੀਤ ਕੌਰ ਪਤਨੀ ਅਵਤਾਰ ਸਿੰਘ ਤੇ ਸੱਸ ਚਰਨ ਕੌਰ ਨੂੰ ਵੀ ਚੁੱਕ ਲਿਆਂਦਾ। ਪਿੰਡ ਮੋਹਨਪੁਰੇ ਤੋਂ ਸਾਲੀ ਪਿਆਰ ਕੌਰ ਤੇ ਸਾਡੂ ਅਮਰਜੀਤ ਸਿੰਘ ਨੂੰ ਚੁੱਕ ਲਿਆ। ਨੌਸ਼ਹਿਰੇ ਤੋਂ ਅਮਰਜੀਤ ਸਿੰਘ ਦੀ ਭੈਣ ਤੇ ਭਣਵਈਏ ਨੂੰ ਵੀ ਚੁੱਕ ਲਿਆ। ਪਿੰਡ ਭੁੱਲਰਾਂ ਤੋਂ ਤਰਲੋਚਨ ਸਿੰਘ, ਭਰਾ ਦੇ ਸਹੁਰੇ ਕੁੰਨਣ ਸਿੰਘ ਪੁੱਤਰ ਨਿਰਮਲ ਸਿੰਘ
ਅਤੇ ਸਾਲੇ ਦਾਰਾ ਸਿੰਘ ਨੂੰ ਚੁੱਕ ਲਿਆਂਦਾ। ਪਿੰਡ ਖਵਾਸਪੁਰ ਤੋਂ ਭਰਾ ਤਰਲੋਚਨ ਸਿੰਘ ਤੇ ਸਾਡੂ ਨਿਰਮਲ ਸਿੰਘ ਸਪੁੱਤਰ ਸੁਬੇਗ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਤਾਰਾ ਸਿੰਘ ਨੂੰ ਚੁੱਕਿਆ ਗਿਆ। ਪਿੰਡ ਕਿਰਤੋਵਾਲ ਤੋਂ ਭੂਆ ਕਰਤਾਰ ਕੌਰ ਪਤਨੀ ਗੁਰਮੁਖ ਸਿੰਘ ਤੇ ਉਹਨਾਂ ਦੇ 2 ਪੁੱਤਰ ਗੁਰਨਾਮ ਸਿੰਘ ਤੇ ਸਤਨਾਮ ਸਿੰਘ ਚੁੱਕ ਲਿਆਂਦੇ। ਪਿੰਡ ਮਹਿਰਾਣੇ ਤੋਂ ਤਾਏ ਸੁਰਜਣ ਸਿੰਘ ਦੇ ਸਾਲੇ ਜਸਵੰਤ ਸਿੰਘ ਨੂੰ ਫੜ ਲਿਆ। ਨੌਸ਼ਹਿਰਾ ਪੰਨੂਆਂ ਤੋਂ ਨਰਵੈਲ ਸਿੰਘ ਦਾ ਸਾਡੂ ਜੋਗਾ ਸਿੰਘ ਫੜ ਲਿਆ। ਤਾਏ ਸੁਰਜਣ ਸਿੰਘ ਦੇ ਮੁੰਡੇ ਸੁਰਜੀਤ ਸਿੰਘ ਦਾ ਪਤਿਉਰਾ ਨਿਰਮਲ ਸਿੰਘ ਤੇ ਉਸ ਦਾ ਪੁੱਤਰ ਗੁਲਜ਼ਾਰ ਸਿੰਘ ਪਿੰਡ ਪੰਡੋਰੀ ਗੋਲਾ ਤੋਂ ਚੁੱਕ ਲਏ ਗਏ। ਪਿੰਡ ਵੇਈ ਪੂਈ ਤੋਂ ਭਰਾ ਬਲਵਿੰਦਰ ਸਿੰਘ ਦਾ ਸਹੁਰਾ ਅਰਜਨ ਸਿੰਘ ਤੇ ਉਸ ਦਾ ਭਰਾ ਲੱਖਾ ਸਿੰਘ ਫੜ ਲਿਆਂਦੇ। ਲੱਖਾ ਸਿੰਘ ਦੀ ਪਤਨੀ ਜਿੰਦਰ ਕੌਰ, ਅਰਜਨ ਸਿੰਘ ਦੀ ਪਤਨੀ ਕਰਮ ਕੌਰ ਤੇ ਬਲਵਿੰਦਰ ਸਿੰਘ ਦੀ ਪਤਨੀ ਗਿਆਨ ਕੌਰ ਵੀ ਫੜ ਲਿਆਂਦੀਆਂ। ਪਿੰਡ ਬ੍ਰਹਮਪੁਰੇ ਤੋਂ ਭੂਆ ਕੇਸਰ ਕੌਰ ਨੂੰ ਫੜ ਲਿਆਂਦਾ। ਮਾਨੋਚਾਲ ਪਿੰਡ ਤੋਂ ਸ਼ਰੀਕੇ ਚੋਂ ਭਰਾ ਅਰੂੜ ਸਿੰਘ ਸਪੁੱਤਰ ਪੂਰਨ ਸਿੰਘ ਫੜ ਲਿਆਂਦਾ। ਪਹਿਲਾਂ ਪੈਸੇ ਲੈ ਕੇ ਇੱਕ ਵਾਰ ਛੱਡ ਦਿੱਤਾ, ਪਰ ਫਿਰ ਦੁਬਾਰਾ ਪੇਸ਼ ਹੋਣ ਲਈ ਕਿਹਾ ਅਤੇ ਉਹ ਲੋਹੜੀ ਵਾਲੇ ਦਿਨ ਪੇਸ਼ ਹੋ ਗਿਆ, ਪਰ ਉਸ ਤੋਂ ਬਾਅਦ ਕੋਈ ਪਤਾ ਨਹੀਂ ਚੱਲਿਆ। ਪਿੰਡ ਮਾਨੋਚਾਲ ਤੋਂ ਤਾਇਆ ਕਾਮਰੇਡ ਸੁਰਜਣ ਸਿੰਘ ਫੜ ਲਿਆ ਗਿਆ, ਪਰ ਅੱਖਾਂ ਤੋਂ ਅੰਨਾ ਹੋਣ ਕਰਕੇ ਛੱਡ ਦਿੱਤਾ। ਮੱਲ ਮੋਰੀ ਤੋਂ ਸਾਲੇ ਅਵਤਾਰ ਸਿੰਘ ਦਾ ਲੜਕਾ ਸੁਰਜੀਤ ਸਿੰਘ ਫੜਿਆ। 19 ਸਤੰਬਰ 1992 ਨੂੰ ਮਾਤਾ ਗੁਰਮੇਜ ਕੌਰ ਨੂੰ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਮੁਹੱਲੇ ਤੋਂ ਕਿਸੇ ਰਿਸ਼ਤੇਦਾਰ ਦੇ ਘਰੋਂ ਚੁੱਕ ਲਿਆ ਗਿਆ। ਇਹ ਇਸ ਕਾਂਡ ਦਾ ਦੂਜਾ ਪੜਾਅ ਸੀ, ਜਿਸ ਦੌਰਾਨ 15 ਪਿੰਡਾਂ ਵਿੱਚੋਂ ਕੁੱਲ 43 ਰਿਸ਼ਤੇਦਾਰ ਤਰਨਤਾਰਨ ਪੁਲਿਸ ਵੱਲੋਂ ਫੜ ਲਏ ਗਏ ਸਨ। ਇਨ੍ਹਾਂ ਵਿੱਚੋਂ 16 ਔਰਤਾਂ ਤੇ 27 ਮਰਦ ਸਨ। ਸਾਰੀਆਂ ਔਰਤਾਂ ਨੂੰ ਇਕੱਠੀਆਂ ਵੈਰੋਵਾਲ, ਖਡੂਰ ਸਾਹਿਬ ਤੇ ਸਰਹਾਲੀ ਦੇ ਪੁਲਿਸ ਥਾਣਿਆਂ ਵਿੱਚ ਬਦਲ-ਬਦਲ ਕੇ ਰੱਖਦੇ ਰਹੇ ਅਤੇ ਉਹਨਾਂ ਉੱਤੇ ਲਗਾਤਾਰ ਤਸ਼ੱਦਦ ਕਰਕੇ ਬਾਬਾ ਮਾਨੋਚਾਲ ਬਾਰੇ ਜਾਣਕਾਰੀ ਮੰਗਦੇ ਰਹੇ। ਉਹਨਾਂ ਕੋਲੋਂ ਜਬਰੀ ਇਹ ਅਰਦਾਸ ਕਰਾਉਂਦੇ ਰਹੇ ਕਿ ਮਾਨੋਚਾਲ ਫੜਿਆ ਜਾਵੇ ਜਾਂ ਮਰ ਜਾਵੇ। ਮਰਦਾਂ ਨੂੰ ਮਾਨੋਚਾਲ, ਨੌਸ਼ਹਿਰਾ ਪੰਨੂਆਂ, ਚੋਲਾ ਸਾਹਿਬ ਦੀਆਂ ਪੁਲਿਸ ਚੌਂਕੀਆਂ ਤੋਂ ਇਲਾਵਾ ਸਰਹਾਲੀ, ਵੈਰੋਵਾਲ, ਖਡੂਰ ਸਾਹਿਬ, ਗੋਇੰਦਵਾਲ ਦੇ ਥਾਣਿਆਂ ਅਤੇ ਤਰਨਤਾਰਨ ਦੇ CIA ਸਟਾਫ ਵਿੱਚ ਰੱਖਿਆ ਜਾਂਦਾ ਰਿਹਾ। ਇਨ੍ਹਾਂ ਚੋਂ ਕਿਸੇ ਨੂੰ ਵੀ ਕਾਗਜ਼ਾਂ ਵਿੱਚ ਗ੍ਰਿਫਤਾਰ ਨਹੀਂ ਦਿਖਾਇਆ ਗਿਆ ਸੀ ਤੇ ਬਹੁਤਿਆਂ ਨੂੰ 9 ਮਹੀਨੇ ਜਾਣੀ ਕਿ ਅਪ੍ਰੈਲ 1993 ਦੇ ਪਹਿਲੇ ਹਫ਼ਤੇ ਤੱਕ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਸੀ। ਇਨ੍ਹਾਂ 43 ਜਣਿਆਂ ਵਿੱਚੋਂ ਦੂਜੇ ਦੌਰ ਵਿੱਚ ਕੇਵਲ ਸਿੰਘ ਸਾਬਕਾ ਫੌਜੀ ਪਿੰਡ ਸੰਗਤਪੁਰਾ ਕੁੱਟਮਾਰ ਨਾ ਸਹਾਰਦਾ ਮਰ ਗਿਆ ਦੱਸਿਆ ਗਿਆ। ਸੁਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਮੱਲ ਮੋਰੀ ਨੂੰ ਪੁਲਿਸ ਨੇ ਜਗਰਾਵਾਂ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਦਰਸਾਇਆ। ਨਿਰਮਲ ਸਿੰਘ ਤੇ ਗੁਲਜ਼ਾਰ ਸਿੰਘ ਪਿੰਡ ਪੰਡੋਰੀ ਗੋਲਾ ਲਾਪਤਾ ਕਰਾਰ ਦਿੱਤੇ ਗਏ। ਅਰੂੜ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਮਾਨੋਚਾਲ ਨੂੰ ਵੀ ਜਾਨ ਤੋਂ ਖਤਮ ਕਰ ਦਿੱਤਾ ਗਿਆ। ਇਸ ਤਰ੍ਹਾਂ ਦੂਜੇ ਪੜਾਅ ਵਿੱਚ ਚੁੱਕੇ ਗਏ 43 ਵਿਅਕਤੀਆਂ ਵਿੱਚੋਂ 5 ਮਾਰ ਦਿੱਤੇ ਗਏ। ਆਖਰੀ ਤੇ ਤੀਜਾ ਪੜਾਅ 25 ਫਰਵਰੀ 1993 ਨੂੰ ਬਾਬਾ ਮਾਨੋਚਾਲ ਦਾ ਛੋਟਾ ਭਰਾ ਨਰਿੰਦਰ ਸਿੰਘ ਚੰਡੀਗੜ੍ਹ ਦੇ ਪ੍ਰੋਫੈਸਰ ਰਾਹੀਂ ਪੁਲਿਸ ਅੱਗੇ ਪੇਸ਼ ਹੋਇਆ ਤੇ ਉਸ ਨੂੰ ਤਰਨਤਾਰਨ ਦੇ CIA ਸਟਾਫ ਵਿੱਚ ਲਿਆਂਦਾ ਗਿਆ। ਇਸ ਤੋਂ 2 ਦਿਨਾਂ ਬਾਅਦ 27 ਫਰਵਰੀ ਨੂੰ ਬਾਬਾ ਗੁਰਬਚਨ ਸਿੰਘ ਨੂੰ ਪਿੰਡ ਬਾਗੜੀਆਂ ਦੀ ਇੱਕ ਠਾਹਰ ਤੇ ਲੰਮਾ ਚਿਰ ਚੱਲੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਬਾਠ ਪਿੰਡ ਦਾ ਇੱਕ ਮੁੰਡਾ, ਜਿਸ ਨੂੰ ਕਾਲਾ ਕਹਿੰਦੇ ਸਨ, ਪੁਲਿਸ ਨੇ ਕੁਝ ਦਿਨ ਤਰਨਤਾਰਨ CIA ਸਟਾਫ ਵਿੱਚ ਰੱਖਿਆ ਸੀ, ਪਰ ਬਾਅਦ ਵਿੱਚ ਉਸ ਨੂੰ ਖਤਮ ਕਰ ਦਿੱਤਾ ਗਿਆ। ਨਿੱਕੇ ਚੋਲੇ ਤੋਂ ਖਾੜਕੂ ਦਿਆਲ ਸਿੰਘ, ਜਿਸ ਨੂੰ ਕੁਝ ਚਿਰ ਪਹਿਲਾਂ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ, ਦਾ ਬਾਪ ਤੇ ਇੱਕ ਭਰਾ ਉਸ ਸਮੇਂ CIA ਸਟਾਫ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਸਨ। ਇਸ ਦੇ ਨਾਲ ਹੀ ਬਾਗੜੀਆਂ ਪਿੰਡ ਦਾ ਪਿਆਰਾ ਸਿੰਘ, ਜਿਸ ਦੇ ਘਰ ਬਾਬਾ ਮਾਨੋਚਾਲ ਦੀ ਠਾਹਰ ਸੀ,
ਤੇ ਉਸ ਦਾ ਪੁੱਤਰ 27 ਫਰਵਰੀ ਨੂੰ ਸ਼ੁਰੂ ਹੋਏ ਮੁਕਾਬਲੇ ਤੋਂ ਬਾਅਦ ਆਪ ਪੁਲਿਸ ਮੂਹਰੇ ਪੇਸ਼ ਹੋ ਗਏ ਸਨ। ਉਹਨਾਂ ਨੂੰ 8-10 ਦਿਨ ਪੁਲਿਸ ਨੇ CIA ਸਟਾਫ ਵਿੱਚ ਰੱਖਿਆ ਸੀ, ਪਰ ਉਸ ਤੋਂ ਬਾਅਦ ਪੁਲਿਸ ਨੇ ਉਪਰੋਕਤ 5 ਹੀ ਵਿਅਕਤੀਆਂ ਨੂੰ ਕਿਤੇ ਲਿਜਾ ਕੇ ਖਤਮ ਕਰ ਦਿੱਤਾ ਸੀ। 16 ਮਾਰਚ ਨੂੰ ਬਾਬਾ ਮਾਨੋਚਾਲ ਦੇ ਭਰਾ ਬਲਵਿੰਦਰ ਸਿੰਘ, ਸਾਲੀ ਰਾਜਵੰਤ ਕੌਰ ਪੁੱਤਰੀ ਸੁਰਿੰਦਰ ਕੌਰ, ਗੁਰਮੀਤ ਕੌਰ ਤੇ ਉਸ ਦੇ ਪੁੱਤਰ ਦਵਿੰਦਰ ਸਿੰਘ ਤੇ ਸੁਖਵੰਤ ਸਿੰਘ ਨੂੰ ਪੁਲਿਸ ਨੇ ਨਕੋਦਰ ਤੋਂ ਹਿਰਾਸਤ ਵਿੱਚ ਲਿਆ ਸੀ। ਰਾਜਵੰਤ ਕੌਰ ਤੇ ਬੱਚਿਆਂ ਨੂੰ ਗੋਇੰਦਵਾਲ ਥਾਣੇ ਵਿੱਚ ਪਹਿਲਾਂ ਰੱਖੀਆਂ 16 ਔਰਤਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ। ਉੱਥੋਂ ਇਕੱਲੀ ਮਾਤਾ ਗੁਰਮੇਜ ਕੌਰ ਨੂੰ ਕੱਢ ਲਿਆ ਗਿਆ ਅਤੇ ਬਲਵਿੰਦਰ ਸਿੰਘ ਦੇ ਨਾਲ ਹੀ ਤਰਨਤਾਰਨ ਦੇ ਬਦਨਾਮ CIA ਸਟਾਫ ਵਿੱਚ ਲਿਆਂਦਾ ਗਿਆ। ਗੁਰਮੇਜ ਕੌਰ ਨੂੰ DSP ਗੁਰਮੀਤ ਸਿੰਘ ਆਪ ਲੈ ਕੇ ਆਇਆ ਸੀ। ਬਾਅਦ ਵਿੱਚ ਪੁਲਿਸ ਨੇ ਕਹਾਣੀ ਘੜੀ ਕਿ ਬਲਵਿੰਦਰ ਸਿੰਘ 29-30 ਮਾਰਚ ਦੀ ਰਾਤ ਨੂੰ ਪਿੰਡ ਕੌੜਾ ਵਧਾਣਾ, ਥਾਣਾ ਸਰਹਾਲੀ ਵਿੱਚ ਮੁਕਾਬਲੇ ਵਿੱਚ ਮਾਰਿਆ ਗਿਆ ਤੇ ਗੁਰਮੇਜ ਕੌਰ DSP ਗੁਰਮੀਤ ਸਿੰਘ ਦੇ ਘਰ ਉਸ ਦੀ ਨਿੱਜੀ ਨਿਗਰਾਨੀ ਹੇਠ ਹੈ। 1 ਅਪ੍ਰੈਲ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇੱਕ ਆਗੂ ਨਰਿੰਦਰ ਸਿੰਘ ਪੁਲਿਸ ਨਾਲ ਇਹ ਵਾਅਦਾ ਕਰਕੇ ਹਿਰਾਸਤ ਵਿੱਚੋਂ ਛੁੱਟ ਗਿਆ ਸੀ ਕਿ ਉਹ ਮਾਨੋਚਾਲ ਦੇ ਭਰਾ ਤਰਲੋਚਨ ਸਿੰਘ ਨੂੰ 1 ਹਫ਼ਤੇ ਵਿੱਚ ਪੇਸ਼ ਕਰ ਦੇਵੇਗਾ। 11 ਅਪ੍ਰੈਲ ਨੂੰ ਤਰਲੋਚਨ ਸਿੰਘ ਨੂੰ ਚੰਡੀਗੜ੍ਹ ਦੇ ਪ੍ਰੋਫੈਸਰ ਰਾਹੀਂ ਪੇਸ਼ ਕਰ ਦਿੱਤਾ ਗਿਆ ਸੀ। ਉਸ ਨੂੰ CIA ਸਟਾਫ ਵਾਲਾ ਇੰਸਪੈਕਟਰ ਰਾਮਨਾਥ ਆਪਣੇ ਨਾਲ ਲੈ ਗਿਆ ਸੀ। 12-13 ਦਿਨ ਤਰਲੋਚਨ ਸਿੰਘ ਉੱਤੇ CIA ਸਟਾਫ ਵਿੱਚ ਰੱਖ ਕੇ ਘੋਰ ਤਸ਼ੱਦਦ ਕੀਤਾ ਗਿਆ। ਫਿਰ ਪੁਲਿਸ ਨੇ ਮਈ ਦੇ ਪਹਿਲੇ ਹਫ਼ਤੇ ਇਹ ਕਹਾਣੀ ਘੜੀ ਕਿ ਤਰਲੋਚਨ ਸਿੰਘ ਨੂੰ ਮਹਿਤਾ ਚੌਂਕ ਲਾਗੇ ਇੱਕ ਟਰੱਕ 'ਚੋਂ ਹਥਿਆਰ ਸੁੱਟਦਾ ਦੇਖਿਆ ਗਿਆ। ਤਰਲੋਚਨ ਸਿੰਘ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਇੱਕ LP ਟਰੱਕ ਨੰਬਰ PIJ 1530 ਬਰਾਮਦ ਕੀਤਾ ਸੀ, ਜਿਹੜਾ ਖਾੜਕੂਆਂ ਨੇ ਹਰਦਿਆਲ ਸਿੰਘ ਤਰਸਿੱਕਾ ਦੇ ਨਾਂ ਤੇ ਖਰੀਦਿਆ ਸੀ। ਉਸ ਟਰੱਕ ਦਾ ਕੀ ਬਣਿਆ ਕਿਸੇ ਨੂੰ ਪਤਾ ਨਹੀਂ ਹੈ। ਇਸ ਤੀਜੇ ਪੜਾਅ ਵਿੱਚ ਬਾਬਾ ਮਾਨੋਚਾਲ ਦੀ ਬਿਰਧ ਮਾਤਾ ਗੁਰਮੇਜ ਕੌਰ ਤੇ ਭਰਾ ਬਲਵਿੰਦਰ ਸਿੰਘ ਸਮੇਤ ਕੁੱਲ 7 ਮੌਤਾਂ ਹੋਈਆਂ। ਸਰਕਾਰੀ ਜਬਰ ਦੇ ਸਨਮੁਖ ਔਰਤਾਂ ਦੇ ਅਧਿਕਾਰਾਂ ਦੀ ਗੱਲ। ਮਾਰਚ 1993 ਵਿੱਚ ਜਸਵੰਤ ਸਿੰਘ ਖਾਲੜਾ ਨੇ ਕੌਮਾਂਤਰੀ ਇਸਤਰੀ ਦਿਹਾੜੇ ਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਲੁਧਿਆਣਾ ਵਿੱਚ ਕਰਵਾਏ ਇੱਕ ਸੈਮੀਨਾਰ ਵਿੱਚ ਦਮਨ ਵਿਰੋਧੀ ਫਰੰਟ ਦੀ ਤਰਫੋਂ ਬੋਲਦੇ ਹੋਏ ਔਰਤਾਂ ਦੇ ਹੱਕਾਂ ਬਾਰੇ ਪ੍ਰਚਲਿਤ ਰਵਾਇਤ ਤੋਂ ਪਾਸੇ ਹਟ ਕੇ ਇਸ ਮਸਲੇ ਨੂੰ ਪੰਜਾਬ ਦੀਆਂ ਸਮਕਾਲੀ ਸਮਾਜਿਕ ਤੇ ਰਾਜਸੀ ਹਕੀਕਤਾਂ ਦੀ ਰੌਸ਼ਨੀ ਵਿੱਚ ਰੱਖ ਕੇ ਪੇਸ਼ ਕਰਨ ਦੀ ਨਿਵੇਲੀ ਪਹੁੰਚ ਅਪਣਾਈ ਸੀ। ਉਸ ਨੇ ਉਸ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਦੀ ਅਸਿੱਧੇ ਤਰੀਕੇ ਨਾਲ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਔਰਤਾਂ ਦੇ ਅਧਿਕਾਰਾਂ ਬਾਰੇ ਚਰਚਾ ਕਰਦਿਆਂ ਆਮ ਤੌਰ ਤੇ ਨਿੱਕੀਆਂ-ਨਿੱਕੀਆਂ ਗੱਲਾਂ ਵਿੱਚ ਵੱਡੀ ਗੱਲ ਭੁਲਾ ਦਿੱਤੀ ਜਾਂਦੀ ਹੈ, ਜਿਹਦੀ ਅੱਜ ਵੱਡੀ ਲੋੜ ਹੈ ਅਤੇ ਜਿਹੜਾ ਅਜੋਕੇ ਸਮੇਂ ਦਾ ਸੱਚ ਹੈ। ਭਾਈ ਖਾਲੜਾ ਨੇ ਵੱਡੀ ਗੱਲ ਦੀ ਵਿਆਖਿਆ ਕਰਦੇ ਹੋਏ ਕਿਹਾ ਸੀ ਕਿ ਦੁਨੀਆ ਵਿੱਚ ਮਨੁੱਖਤਾ ਉੱਤੇ ਜਿੰਨਾ ਵੀ ਜ਼ਬਰ ਹੁੰਦਾ ਹੈ, ਉਸ ਨੂੰ ਆਪਣੇ ਦਿਲ ਵਿੱਚ ਸਭ ਤੋਂ ਵੱਧ ਮਾਂ ਮਹਿਸੂਸ ਕਰਦੀ ਹੈ। ਜ਼ਬਰ ਮਾਨਵਤਾ ਤੇ ਹੁੰਦਾ ਹੈ ਤੇ ਉਸ ਦੀ ਚੀਜ਼ ਔਰਤ ਦੇ ਦਿਲ ਵਿੱਚ ਪੈਂਦੀ ਹੈ। ਉਸ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸਾਡੀਆਂ ਮਾਵਾਂ ਕਿਹੋ ਜਿਹੇ ਜ਼ੁਲਮ ਤੇ ਦੁੱਖ ਝੱਲ ਰਹੀਆਂ ਨੇ। ਇਸ ਦੀਆਂ ਅਨੇਕਾਂ ਮਿਸਾਲਾਂ ਵਿੱਚੋਂ ਇੱਕ ਮਿਸਾਲ ਖਾੜਕੂ ਸੰਘਰਸ਼ ਦੇ ਪ੍ਰਮੁੱਖ ਆਗੂ ਬਾਬਾ ਮਾਨੋਚਾਲ, ਜਿਹੜੇ ਉਦੋਂ ਤੱਕ ਸ਼ਹੀਦ ਹੋ ਚੁੱਕੇ ਸਨ, ਦੀ ਮਾਤਾ ਗੁਰਮੇਜ ਕੌਰ ਦੀ ਹੈ, ਜਿਸ ਦੇ ਇੱਕ ਪੁੱਤਰ ਨਰਵੈਲ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਅਤੇ ਜਦੋਂ ਉਸ ਦੀ ਮਾਂ ਨੂੰ ਆਪਣੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਪੁੱਤ ਦੀ ਮੌਤ ਦੀ ਖਬਰ ਮਿਲੀ ਸੀ ਤਾਂ ਪੁਲਿਸ ਦੀ ਦਹਿਸ਼ਤ ਦੇ ਡਰ ਕਰਕੇ ਉਸ ਨੂੰ ਆਪਣੇ ਪੁੱਤ ਦੀ ਮੌਤ ਉੱਤੇ ਰੋਣ ਲਈ ਪਿੰਡ ਵਿੱਚ ਕੋਈ ਜਗ੍ਹਾ ਨਹੀਂ ਮਿਲੀ ਸੀ। ਉਹ ਹਾਲੋਂ ਬੇਹਾਲ ਹੋਈ ਰਾਤ ਨੂੰ ਗਲੀਆਂ ਵਿੱਚ ਤੁਰੀ ਫਿਰਦੀ ਸੀ। ਸਬੱਬ ਨਾਲ ਉਸ ਰਾਤ ਭਾਈ ਜਸਵੰਤ ਸਿੰਘ ਉਸੇ ਪਿੰਡ ਵਿੱਚ ਆਪਣੀ ਭੈਣ ਕੋਲ ਗਿਆ ਹੋਇਆ ਸੀ। ਉਸ ਨੇ ਉਸ ਮਾਂ ਦੀ ਦਰਦਨਾਕ ਮਾਨਸਿਕ ਅਵਸਥਾ ਬਿਆਨ ਕਰਦਿਆਂ ਦੱਸਿਆ ਸੀ ਕਿ ਮਾਤਾ ਗੁਰਮੇਜ ਕੌਰ ਨੇ ਰਾਤ ਨੂੰ ਮੇਰੀ ਭੈਣ ਦੇ ਘਰ ਦਾ ਬੂਹਾ ਖੜਕਾਉਂਦਿਆਂ
ਤਰਲੇ ਭਰੀ ਆਵਾਜ਼ ਵਿੱਚ ਕਿਹਾ ਸੀ, ਭੈਣ ਭਿੰਦੋ, ਮੈਨੂੰ ਅੰਦਰ ਵੜ ਕੇ ਰੋ ਲੈਣ ਦੇ, ਮੇਰਾ ਪੁੱਤ ਮਰਿਆ। ਭਾਈ ਜਸਵੰਤ ਸਿੰਘ ਦਾ ਇਹ ਗੱਲ ਸੁਣਾਉਂਦਿਆਂ ਆਪਣਾ ਵੀ ਗੱਚ ਭਰ ਆਇਆ ਸੀ। ਉਸਨੇ ਇਸ ਮਿਸਾਲ ਦੇ ਜ਼ਰੀਏ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੇ ਦਰਦ ਦੀ ਕਹਾਣੀ ਕਹਿ ਦਿੱਤੀ ਸੀ। ਉਸਨੇ ਭਾਵੁਕ ਹੁੰਦਿਆਂ ਕਿਹਾ ਸੀ ਕਿ ਅੱਜ ਜੇਕਰ ਔਰਤਾਂ ਦੇ ਹੱਕਾਂ ਬਾਰੇ ਗੱਲ ਕਰਨੀ ਹੈ ਤਾਂ ਸਾਨੂੰ ਸਾਡੀਆਂ ਮਾਵਾਂ ਤੇ ਭੈਣਾਂ ਉੱਤੇ ਹੋ ਰਹੇ ਇਸ ਵਹਿਸ਼ੀ ਜ਼ਬਰ ਬਾਰੇ ਚਰਚਾ ਕਰਨੀ ਚਾਹੀਦੀ ਹੈ। ਭਾਈ ਖਾਲੜਾ ਨੇ ਸਰੋਤਿਆਂ ਨੂੰ ਇਹ ਗੱਲ ਚਿਤਾਰੀ ਸੀ ਕਿ ਔਰਤ ਉੱਤੇ ਸਭ ਤੋਂ ਵੱਡਾ ਧੱਕਾ ਉਦੋਂ ਹੁੰਦਾ ਹੈ ਜਦੋਂ ਉਸ ਦੀ ਸਭ ਤੋਂ ਵੱਡੀ ਦਾਤ ਖੁੱਸਦੀ ਹੈ, ਉਸ ਦਾ ਪੁੱਤ ਖੁੱਸਦਾ ਹੈ। ਅਤੇ ਅੱਜ ਪੰਜਾਬ ਦੇ ਵਿੱਚ ਸਾਡੀਆਂ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਵੀਰ ਖੁੱਸ ਰਹੇ ਨੇ। ਸੋ ਇਸ ਦੁੱਖ ਦਾ ਦਾਰੂ ਅੱਜ ਸਾਨੂੰ ਲੱਭਣਾ ਪੈਣਾ ਹੈ। ਮਨੁੱਖੀ ਅਧਿਕਾਰਾਂ ਤੇ ਔਰਤ ਦੇ ਅਧਿਕਾਰਾਂ ਦੀ ਰਾਖੀ ਦੇ ਵਾਸਤੇ ਸਾਨੂੰ ਇਹ ਸੋਚਣਾ ਪੈਣਾ ਹੈ ਕਿ ਅੱਜ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਸ ਦਾ ਨਿਆਂਪੂਰਨ ਹੱਲ ਕੀਤਾ ਜਾਵੇ। ਅਖੀਰ ਵਿੱਚ ਭਾਈ ਖਾਲੜਾ ਨੇ ਔਰਤਾਂ ਦੇ ਅਧਿਕਾਰਾਂ ਦੇ ਪ੍ਰਸੰਗ ਵਿੱਚ ਅਕਾਲੀ ਪਾਰਟੀ ਦੇ ਕੁਝ ਆਗੂਆਂ ਦੇ ਦੋਗਲੇਪਨ ਦੀ ਤਿੱਖੀ ਪੜਚੋਲ ਕਰਦੇ ਹੋਏ ਇਹ ਅਹਿਮ ਗੱਲ ਕਹੀ ਸੀ ਕਿ ਔਰਤਾਂ ਦੀ ਤਕਦੀਰ ਸੁਧਾਰਨ ਵਾਸਤੇ ਜਿੱਥੇ ਸਾਨੂੰ ਵੈਦਿਕ ਸੰਸਕ੍ਰਿਤੀ ਤੋਂ ਖਹਿੜਾ ਛਡਾਉਣਾ ਪੈਣਾ ਹੈ, ਉੱਥੇ ਨਾਲ ਹੀ ਜੇਕਰ ਅਸੀਂ ਆਪਣਾ ਰਾਜ ਸਥਾਪਿਤ ਕਰਨ ਦੀ ਗੱਲ ਕਰਨੀ ਹੈ ਤਾਂ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਆਪ ਨੂੰ ਗੁਰਮਤਿ ਦੇ ਅਨੁਸਾਰ ਢਾਲਣਾ ਪੈਣਾ ਹੈ। ਪੱਟੀ ਦਾ ਚਰਚਿਤ ਕਾਂਡ, ਜਦੋਂ ਮੁਰਦਾ ਲਾਸ਼ ਬੋਲ ਉੱਠੀ। 30 ਅਕਤੂਬਰ 1993 ਨੂੰ ਪੱਟੀ ਦੇ ਸਰਕਾਰੀ ਹਸਪਤਾਲ ਵਿੱਚ ਪੁਲਿਸ ਨੇ ਪੋਸਟਮਾਰਟਮ ਲਈ 4 ਲਾਸ਼ਾਂ ਲਿਆਂਦੀਆਂ ਸਨ, ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਉਹ ਲਾਸ਼ਾਂ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਖਾੜਕੂਆਂ ਦੀਆਂ ਸਨ। ਉਹ ਲਾਸ਼ਾਂ ਪੋਸਟਮਾਰਟਮ ਲਈ ਮੁਰਦਾ ਘਰ ਵਿੱਚ ਰੱਖੀਆਂ ਹੋਈਆਂ ਸਨ। ਜਦੋਂ ਹਸਪਤਾਲ ਦਾ ਅਮਲਾ ਫੈਲਾ ਪੋਸਟਮਾਰਟਮ ਲਈ ਮੁਰਦਾ ਘਰ ਵਿੱਚ ਪਹੁੰਚਿਆ ਤਾਂ ਉਹ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ ਕਿ ਇੱਕ ਲਾਸ਼ ਦੇ ਪਹਿਲਾਂ ਬੁੱਲ ਫਰਕੇ ਤੇ ਫਿਰ ਮੂੰਹ ਚੋਂ ਆਵਾਜ਼ ਨਿਕਲੀ। ਉਹ ਜਿਉਂਦੀ ਲਾਸ਼ ਵਲਟੋਹਾ ਪਿੰਡ ਦੇ ਸਰਬਜੀਤ ਸਿੰਘ ਉਰਫ ਕਾਲਾ ਦੀ ਸੀ। ਉਸੇ ਹੀ ਪਿੰਡ ਦੀ ਇੱਕ ਨਰਸ ਉਸ ਵੇਲੇ ਹਸਪਤਾਲ ਵਿੱਚ ਡਿਊਟੀ ਦੇ ਰਹੀ ਸੀ। ਉਸ ਦਾ ਪਤੀ ਕਾਮਰੇਡ ਮਹਾਬੀਰ ਸਿੰਘ ਪਿੰਡ ਤੂਤ ਭਾਰਤੀ ਕਮਿਊਨਿਸਟ ਪਾਰਟੀ ਜਾਣੀ ਕਿ CPI ਦਾ ਅਹਿਮ ਵਰਕਰ ਸੀ। ਨਰਸ ਨੇ ਉਸੇ ਵੇਲੇ ਆਪਣੇ ਪਤੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਸਾਰੀ ਗੱਲ ਦੱਸੀ। ਕਾਮਰੇਡ ਮਹਾਬੀਰ ਸਿੰਘ ਨੇ ਉਸੇ ਵੇਲੇ ਅੰਮ੍ਰਿਤਸਰ ਕਾਮਰੇਡ ਸਤਪਾਲ ਡਾਂਗ ਨੂੰ ਮਸਲੇ ਦੀ ਸੂਚਨਾ ਦੇ ਦਿੱਤੀ ਅਤੇ ਉਹ ਆਪ ਫੌਰੀ ਹਸਪਤਾਲ ਪਹੁੰਚ ਗਿਆ। ਇਸੇ ਦੌਰਾਨ ਜਦੋਂ ਪੁਲਿਸ ਨੂੰ ਆਪਣੀ ਹਿਮਾਕਤ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਸਰਬਜੀਤ ਸਿੰਘ ਦੇ ਸਰੀਰ ਨੂੰ ਹਸਪਤਾਲ 'ਚੋਂ ਜ਼ਬਰਦਸਤੀ ਚੁੱਕ ਲਿਆ ਅਤੇ ਸ਼ਹਿਰ ਦੇ ਬਾਹਰ ਲਿਜਾ ਕੇ ਉਸ ਵਿੱਚੋਂ AK-47 ਗਨ ਦੀਆਂ ਕਈ ਗੋਲੀਆਂ ਆਰ-ਪਾਰ ਲੰਘਾ ਦਿੱਤੀਆਂ, ਜਿਸ ਨਾਲ ਉਸ ਦੇ ਉਸੇ ਵੇਲੇ ਪ੍ਰਾਣ ਨਿਕਲ ਗਏ ਸਨ। ਉਸ ਵੇਲੇ ਤੱਕ ਇਹ ਖਬਰ ਆਲੇ-ਦੁਆਲੇ ਫੈਲ ਗਈ ਸੀ, ਪਰ ਪੁਲਿਸ ਨੇ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਅਨੇਕਾਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਸਰਬਜੀਤ ਸਿੰਘ ਦੀ ਮੁਰਦਾ ਲਾਸ਼ ਲਿਆ ਕੇ ਫਿਰ ਉਸੇ ਤਰ੍ਹਾਂ ਮੁਰਦਾ ਘਰ ਵਿੱਚ ਟਿਕਾ ਦਿੱਤੀ ਸੀ। ਹਸਪਤਾਲ ਦੇ ਸਾਹਮਣੇ ਜਸਵੰਤ ਸਿੰਘ ਖਾਲੜਾ ਦੇ ਇੱਕ ਨੇੜਲੇ ਸਾਥੀ ਸੁਰਿੰਦਰ ਸਿੰਘ ਘਰਿਆਲਾ ਦੀ ਆਪਣੇ ਭਰਾਵਾਂ ਨਾਲ ਸਾਂਝੀ ਦਵਾਈਆਂ ਦੀ ਦੁਕਾਨ ਸੀ। ਉਸ ਦਿਨ ਉਹ ਆਪ ਉਸੇ ਵੇਲੇ ਦੁਕਾਨ ਵਿੱਚ ਸੀ, ਜਿਸ ਕਰਕੇ ਉਸਨੇ ਸਾਰਾ ਕਾਂਡ ਵਾਪਰਦਾ ਦੇਖਿਆ ਸੀ। ਜਦੋਂ ਭਾਈ ਖਾਲੜਾ ਨੂੰ ਪੁਲਿਸ ਦੀ ਇਸ ਵਹਿਸ਼ਤ ਦਾ ਪਤਾ ਲੱਗਾ ਤਾਂ ਉਹ ਤੁਰੰਤ ਸਿੱਧਾ ਪੱਟੀ ਹਸਪਤਾਲ ਪਹੁੰਚ ਗਿਆ। ਉਸਨੇ ਉੱਥੋਂ ਸਾਰੀ ਜਾਣਕਾਰੀ ਹਾਸਲ ਕੀਤੀ। ਉਸਨੇ ਆਪਣੇ ਸਾਥੀ ਸੁਰਿੰਦਰ ਸਿੰਘ ਘਰਿਆਲਾ, ਜਿਹੜਾ ਕਿੱਤੇ ਵਜੋਂ ਵਕੀਲ ਸੀ, ਨੂੰ ਇਸ ਕੇਸ ਵਿੱਚ ਚਸ਼ਮਦੀਦ ਗਵਾਹ ਬਣਨ ਲਈ ਪ੍ਰੇਰਿਆ। ਉਸ ਵੇਲੇ ਪੁਲਿਸ ਦੀ ਲੋਕਾਂ ਦੇ ਮਨਾਂ ਉੱਤੇ ਇੰਨੀ ਜ਼ਿਆਦਾ ਦਹਿਸ਼ਤ ਸੀ ਕਿ ਆਮ ਤਾਂ ਕੀ, ਖਾਸ ਆਦਮੀ ਵੀ ਪੁਲਿਸ ਵਿਰੁੱਧ ਗਵਾਹੀ ਦੇਣ ਦੀ ਹਿੰਮਤ ਨਹੀਂ ਰੱਖਦਾ ਸੀ। ਸੁਰਿੰਦਰ ਸਿੰਘ ਘਰਿਆਲਾ ਨੇ ਇੱਕ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਆਪ ਸ਼ਾਇਦ ਇੰਨੀ ਜੁਰਤ ਨਾ ਕਰ ਸਕਦਾ, ਪਰ ਜਸਵੰਤ ਸਿੰਘ ਖਾਲੜਾ ਨੇ ਮੇਰੇ ਨਾਲ ਗੱਲਾਂ ਬਾਤਾਂ ਕਰਕੇ ਮੇਰੇ ਅੰਦਰ ਹੌਸਲਾ ਭਰ ਦਿੱਤਾ ਸੀ।
ਪੁਲਿਸ ਨੇ ਮੇਰੇ ਤੇ ਗਵਾਹੀ ਨਾ ਦੇਣ ਲਈ ਬਹੁਤ ਦਬਾਅ ਪਾਇਆ। ਪਰ ਇਹ ਜਸਵੰਤ ਸਿੰਘ ਖਾਲੜਾ ਦੀ ਸ਼ਖਸੀਅਤ ਦਾ ਹੀ ਕ੍ਰਿਸ਼ਮਾ ਸੀ ਕਿ ਮੇਰੇ ਵਰਗਾ ਬੰਦਾ ਵੀ ਪੁਲਿਸ ਦਾ ਇੰਨਾ ਦਬਾਅ ਝੱਲ ਗਿਆ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਉਸ ਦੀ ਸ਼ਖਸੀਅਤ ਦਾ ਬੰਦੇ ਉੱਤੇ ਕਿੰਨਾ ਮਨੋਵਿਗਿਆਨਕ ਪ੍ਰਭਾਵ ਪੈਂਦਾ ਸੀ। ਸੋ ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਆਪਣੇ ਸ਼ਖਸੀ ਪ੍ਰਭਾਵ ਨਾਲ ਡੋਲਦੇ ਵਿਅਕਤੀਆਂ ਵਿੱਚ ਅਡੋਲਤਾ, ਬੇਹਿੰਮਤਿਆਂ ਅੰਦਰ ਹਿੰਮਤ ਤੇ ਕਮਜ਼ੋਰ ਦਿਲਿਆਂ ਵਿੱਚ ਦਲੇਰੀ ਭਰ ਦਿੰਦਾ ਸੀ। ਜਲੰਧਰ ਦੀ ਜ਼ਿਮਨੀ ਚੋਣ 1993 ਵਿੱਚ ਜਲੰਧਰ ਲੋਕ ਸਭਾ ਹਲਕੇ ਦੇ ਕਾਂਗਰਸੀ MP ਯਸ਼ਪਾਲ ਸਿੰਘ ਦੀ ਮੌਤ ਹੋ ਜਾਣ ਕਰਕੇ 23 ਮਈ ਨੂੰ ਜ਼ਿਮਨੀ ਚੋਣ ਕਰਾਉਣ ਦਾ ਸਰਕਾਰੀ ਐਲਾਨ ਹੋ ਗਿਆ ਸੀ। ਇਹ ਚੋਣ ਕਈ ਸਾਰੇ ਪੱਖਾਂ ਤੋਂ ਅਹਿਮੀਅਤ ਅਖਤਿਆਰ ਕਰ ਗਈ ਸੀ। 1992 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਚੋਣ ਹੋਣ ਜਾ ਰਹੀ ਸੀ ਜਿਸ ਵਿੱਚ ਅੱਡ-ਅੱਡ ਰਾਜਸੀ ਧਿਰਾਂ ਦਾ ਜ਼ੋਰ ਪਰਖਿਆ ਜਾਣਾ ਸੀ। ਉਸ ਵੇਲੇ ਤੱਕ ਖਾੜਕੂ ਲਹਿਰ ਲਗਭਗ ਖਤਮ ਹੋ ਗਈ ਸੀ ਅਤੇ ਹਕੂਮਤੀ ਦਹਿਸ਼ਤ ਪੂਰੀ ਸਿਖਰ ਤੇ ਸੀ। ਕੇਂਦਰ ਸਰਕਾਰ ਇਸ ਚੋਣ ਰਾਹੀਂ ਖਾੜਕੂ ਲਹਿਰ ਦੇ ਖਿਲਾਫ ਪੰਜਾਬ ਦੇ ਲੋਕਾਂ ਦਾ ਫਤਵਾ ਲੈਣਾ ਤੇ ਇਸ ਦੇ ਜ਼ਰੀਏ ਸਾਰੀ ਦੁਨੀਆ ਅੰਦਰ ਆਪਣਾ ਜਮਹੂਰੀ ਅਕਸ ਚਮਕਾਉਣਾ ਚਾਹੁੰਦੀ ਸੀ। ਉਧਰ ਬੇਅੰਤ ਸਿੰਘ ਇਹ ਚੋਣ ਜਿੱਤ ਕੇ ਕੇਂਦਰੀ ਹਾਕਮਾਂ ਦੀ ਸ਼ਾਬਾਸ਼ ਲੈਣਾ ਅਤੇ ਇਸ ਤਰੀਕੇ ਨਾਲ ਆਪਣਾ ਸਿਆਸੀ ਰੁਤਬਾ ਤੇ ਵਕਾਰ ਵਧਾਉਣਾ ਚਾਹੁੰਦਾ ਸੀ। ਦੂਜੇ ਪਾਸੇ ਪੰਥ ਦਰਦੀਆਂ ਦੀਆਂ ਨਜ਼ਰਾਂ ਵਿੱਚ ਇਹ ਚੋਣ ਕਾਂਗਰਸੀ ਹਾਕਮਾਂ ਕੋਲੋਂ ਜ਼ੁਲਮਾਂ ਦਾ ਬਦਲਾ ਲੈਣ ਦਾ ਸੁਨਹਿਰੀ ਮੌਕਾ ਸੀ, ਜਿਸ ਕਰਕੇ ਉਹਨਾਂ ਦੀ ਇੱਛਾ ਸੀ ਕਿ ਇਹ ਚੋਣ ਵੱਖ-ਵੱਖ ਅਕਾਲੀ ਧਿਰਾਂ ਇਕਮੁੱਠ ਹੋ ਕੇ ਲੜਨ। ਇਸ ਮੰਤਵ ਦੀ ਪੂਰਤੀ ਲਈ ਸਾਰੀਆਂ ਅਕਾਲੀ ਧਿਰਾਂ ਵੱਲੋਂ ਇੱਕੋ ਸਾਂਝਾ ਉਮੀਦਵਾਰ ਖੜਾ ਕਰਨ ਉੱਤੇ ਆਮ ਸਹਿਮਤੀ ਬਣਾਉਣ ਦੇ ਪੁਰਜ਼ੋਰ ਯਤਨ ਕੀਤੇ ਗਏ। ਪਰ ਹਾਲਤ ਦਾ ਅਫਸੋਸਨਾਕ ਪਹਿਲੂ ਇਹ ਸੀ ਕਿ ਕੋਈ ਵੀ ਅਕਾਲੀ ਧਿਰ ਆਪਣਾ ਰਾਜਸੀ ਮੁਫਾਦ ਛੱਡਣ ਲਈ ਤਿਆਰ ਨਹੀਂ ਸੀ। ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਖਾਸੇ ਅਨੁਸਾਰ ਸਾਂਝੇ ਪੰਥਕ ਹਿੱਤਾਂ ਲਈ ਆਪਣੇ ਸੌੜੇ ਰਾਜਸੀ ਹਿੱਤਾਂ ਨੂੰ ਕੁਰਬਾਨ ਕਰਨ ਵੱਲ ਇੱਕ ਵੀ ਕਦਮ ਪੁੱਟਣ ਲਈ ਤਿਆਰ ਨਹੀਂ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅਕਾਲੀ ਦਲ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਲਿਆਕਤ ਤੇ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਸਾਂਝੇ ਪੰਥਕ ਉਮੀਦਵਾਰ ਵਜੋਂ ਅਪਣਾਏ ਜਾਣ ਲਈ ਪੂਰੀ ਵਾਹ ਲਾ ਦਿੱਤੀ ਸੀ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਵਡਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਉਮੀਦਵਾਰ ਨੂੰ ਅਪਣਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਇੱਕੋ ਸਾਂਝਾ ਪੰਥਕ ਉਮੀਦਵਾਰ ਖੜਾ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਾਹਮਣੇ ਆਪਣਾ ਉਮੀਦਵਾਰ ਜਸਟਿਸ ਅਜੀਤ ਸਿੰਘ ਬੈਂਸ ਖੜਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਾ ਰਿਹਾ। ਬਾਦਲ ਦਲ ਨੂੰ ਛੱਡ ਕੇ ਬਾਕੀ ਸਾਰੇ ਛੋਟੇ-ਛੋਟੇ ਅਕਾਲੀ ਧੜੇ ਤੇ ਜ਼ੁਲਮ ਵਿਰੋਧੀ ਜਜ਼ਬਾ ਰੱਖਣ ਵਾਲੇ ਰਾਜਸੀ ਵਰਕਰ ਜਸਟਿਸ ਬੈਂਸ ਦੀ ਹਮਾਇਤ ਵਿੱਚ ਨਿੱਤਰ ਆਏ ਸਨ। ਇੱਕ ਤਰੀਕੇ ਨਾਲ ਇਹ ਚੋਣ ਵੱਖ-ਵੱਖ ਅਕਾਲੀ ਧੜਿਆਂ ਵਿਚਕਾਰ ਵੀ ਜ਼ੋਰ ਅਜ਼ਮਾਈ ਦਾ ਅਖਾੜਾ ਬਣ ਗਿਆ ਸੀ। ਭਾਈ ਜਸਵੰਤ ਸਿੰਘ ਉਸ ਵੇਲੇ ਅਕਾਲੀ ਦਲ ਮਾਨ ਵਿੱਚ ਸਰਗਰਮ ਸੀ ਅਤੇ ਉਸਨੇ ਸਾਂਝੇ ਪੰਥਕ ਉਮੀਦਵਾਰ ਉੱਤੇ ਆਪ ਸਹਿਮਤੀ ਬਣਾਉਣ ਲਈ ਆਪਣੇ ਵੱਲੋਂ ਵੀ ਪੂਰਾ ਯਤਨ ਕੀਤਾ ਸੀ। ਪੰਥ ਦਰਦੀਆਂ ਨੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਾ ਦਿੱਤਾ ਸੀ। ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਸਾਹਮਣੇ ਪੰਜਾਬ ਵਿੱਚ ਕਾਂਗਰਸੀ ਹਾਕਮਾਂ ਵੱਲੋਂ ਢਾਹੇ ਗਏ ਅਣਮਨੁੱਖੀ ਜ਼ੁਲਮਾਂ ਦੇ ਦਿਲਾਂ ਨੂੰ ਝੰਜੋੜਨ ਵਾਲੇ ਤੱਤ ਪੇਸ਼ ਕੀਤੇ ਗਏ। ਜਸਟਿਸ ਬੈਂਸ ਦੀ ਕੁਰਬਾਨੀ ਦੇ ਵੀ ਵਾਸਤੇ ਪਾਏ ਗਏ। ਪਰ ਜਦੋਂ 23 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਹੋਈ ਤਾਂ ਪੰਥ ਦਰਦੀਆਂ ਨੂੰ ਬੇਹੱਦ ਨਿਰਾਸ਼ਾ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ ਸੀ। ਸਾਰੇ ਹਲਕੇ ਵਿੱਚ ਕੁੱਲ 5,87,137 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ ਜਸਟਿਸ ਅਜੀਤ ਸਿੰਘ ਬੈਂਸ ਨੂੰ ਮਹਿਜ਼ 18,319 ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸੀ ਉਮੀਦਵਾਰ
ਉਮਰਾਓ ਸਿੰਘ ਨੂੰ 2,87,927 ਦੇ ਕਰੀਬ ਅਤੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਵਡਾਲਾ ਨੂੰ 1,71,000 ਦੇ ਕਰੀਬ ਵੋਟਾਂ ਪਈਆਂ ਸਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਵੀ ਜਸਟਿਸ ਬੈਂਸ ਨਾਲੋਂ ਲਗਭਗ 1.5 ਗੁਣਾ ਵੱਧ 27,677 ਵੋਟਾਂ ਪੈ ਗਈਆਂ ਸਨ। ਖਾਲਸਾ ਪੰਥ ਦੀ ਚੜ੍ਹਦੀ ਕਲਾ ਚਾਹੁਣ ਵਾਲੇ ਆਮ ਸਿੱਖਾਂ, ਖਾਸ ਕਰਕੇ ਖਾੜਕੂ ਲਹਿਰ ਦੇ ਹਮਾਇਤੀਆਂ ਤੇ ਹਮਦਰਦਾਂ ਨੂੰ ਇਸ ਚੋਣ ਨਤੀਜੇ ਕਾਰਨ ਵੱਡਾ ਸਦਮਾ ਹੋਇਆ। ਇਸ ਨਾਲ ਪੰਥ-ਦਰਦੀਆਂ ਦੇ ਵਿਚਾਰਸ਼ੀਲ ਵਰਗ ਦੇ ਸਾਹਮਣੇ ਸੋਚਣ ਲਈ ਕਈ ਮਹੱਤਵਪੂਰਨ ਸਵਾਲ ਖੜੇ ਹੋ ਗਏ ਸਨ। ਇਸ ਚੋਣ ਨਤੀਜੇ ਦੀ ਸਹੀ ਵਿਆਖਿਆ ਕਰਨ ਲਈ ਸਮੇਂ ਦੀ ਵੱਡੀ ਲੋੜ ਬਣ ਗਈ ਸੀ। ਭਾਈ ਜਸਵੰਤ ਸਿੰਘ ਨੂੰ ਇਸ ਹਾਰ ਕਾਰਨ ਨਿੱਜੀ ਪੱਧਰ ਤੇ ਗਹਿਰਾ ਸਦਮਾ ਪਹੁੰਚਿਆ ਸੀ, ਪਰ ਉਸਨੇ ਮਾਯੂਸ ਹੋਣ ਦੀ ਬਜਾਏ ਇਸ ਦਿਲ ਤੋੜਵੀਂ ਹਾਰ ਦੇ ਕਾਰਨਾਂ ਨੂੰ ਘੋਖਣ ਲਈ ਆਪਣਾ ਬੌਧਿਕ ਤਾਣ ਲਾ ਦਿੱਤਾ ਸੀ। ਚੋਣ ਨਤੀਜਾ ਐਲਾਨੇ ਜਾਣ ਦੇ 2 ਦਿਨਾਂ ਬਾਅਦ ਹੀ ਉਸਨੇ ਇੱਕ ਲੰਮਾ ਲੇਖ ਲਿਖਿਆ ਸੀ, ਜਿਹੜਾ ਅੱਜ ਦੀ ਆਵਾਜ਼ ਅਖਬਾਰ ਦੇ 27 ਮਈ 1993 ਦੇ ਅੰਕ ਵਿੱਚ ਛਪਿਆ ਸੀ। ਹੇਠਾਂ ਉਹ ਲੇਖ ਹੂਬਹੂ ਦਿੱਤਾ ਜਾ ਰਿਹਾ ਹੈ। ਹਾਲਤਾਂ ਮੁਤਾਬਕ ਬਦਲਣ ਵਾਲਿਆਂ ਤੋਂ ਬਚੋ, ਹਾਲਤਾਂ ਨੂੰ ਆਪਣੇ ਮੁਤਾਬਕ ਬਦਲਣ ਦਾ ਪ੍ਰਣ ਕਰੋ। ਸਿੱਖ ਸਿਆਸਤ ਤੇ ਮੌਜੂਦਾ ਪੜਾਅ ਵਿੱਚ ਇਹ ਘਟਨਾ ਬਹੁਤ ਮਹੱਤਵਪੂਰਨ ਹੈ ਤੇ ਇਸ ਦੀ ਪੂਰੀ ਘੋਖ ਕਰਨਾ ਲਹਿਰ ਦੇ ਉਤਰਾਅ ਚੜ੍ਹਾਅ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ। ਹਰ ਬੰਦਾ ਤੇ ਜਥੇਬੰਦੀ ਆਪੋ ਆਪਣੀਆਂ ਧਾਰਨਾਵਾਂ ਦੇ ਤਹਿਤ ਇਸ ਦੇ ਸਿੱਟੇ ਕੱਢੇਗਾ ਤੇ ਉਸ ਦੇ ਆਧਾਰ ਤੇ ਹੋਰਨਾਂ ਦੀ ਰਾਏ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਘੋਖ ਪੜਤਾਲ ਸਮੇਂ 2 ਮਹੱਤਵਪੂਰਨ ਤਰੀਕੇ ਅਪਣਾਏ ਜਾਣਗੇ। ਇੱਕ ਰਵਾਇਤੀ ਧਾਰਨਾ ਤੇ ਟਿਕਿਆ ਹੋਵੇਗਾ, ਜਿਵੇਂ ਸਾਨੂੰ ਬਜ਼ੁਰਗ ਸਿੱਖਿਆ ਦਿੰਦੇ ਆਏ ਨੇ ਕਿ ਬੱਚਾ ਹਰ ਉਸ ਚੀਜ਼ ਤੇ ਯਕੀਨ ਕਰ ਜਿਸ ਨੂੰ ਤੂੰ ਅੱਖੀਂ ਦੇਖਿਆ ਤੇ ਕੰਨੀ ਸੁਣਿਆ। ਦੂਜੀ ਧਾਰਨਾ ਹੈ ਕਿ ਅੱਖਾਂ ਤੇ ਵੀ ਪੂਰਾ ਯਕੀਨ ਕਰਨਾ ਠੀਕ ਨਹੀਂ। ਮ੍ਰਿਗ ਤ੍ਰਿਸ਼ਨਾ ਤੋਂ ਸਬਕ ਸਿੱਖ। ਕੰਨਾਂ ਵਿੱਚ ਵੀ ਖੂਹ ਦੀ ਆਵਾਜ਼ ਕਈ ਵਾਰ ਛਾਲ ਮਾਰਨ ਲਈ ਉਕਸਾ ਦਿੰਦੀ ਹੈ। ਸਮਾਜਿਕ ਘਟਨਾ ਚੱਕਰ ਇੰਨਾ ਸਰਲ ਨਹੀਂ ਹੁੰਦਾ ਕਿ ਉਸ ਨੂੰ ਇੱਕ ਨਜ਼ਰ ਦੇਖ ਕੇ ਹੀ ਸਮਝਿਆ ਜਾ ਸਕੇ ਜਾਂ ਕੁਝ ਦਲੀਲਾਂ ਸੁਣ ਕੇ ਜਾਣਿਆ ਜਾ ਸਕੇ। ਇਸ ਵਿੱਚ ਰੋਲ ਅਦਾ ਕਰ ਰਹੇ ਅਨੇਕਾਂ ਪੱਖ ਬਹੁਤ ਬਰੀਕੀ ਨਾਲ ਖੋਜ ਦੀ ਮੰਗ ਕਰਦੇ ਹਨ ਤੇ ਅਕਸਰ ਫਿਲਾਸਫਰ ਇਸ ਸਿੱਟੇ ਤੇ ਵੀ ਪੁੱਜਦੇ ਨੇ ਕਿ ਕੁਦਰਤ ਦੀਆਂ ਬੁਝਾਰਤਾਂ ਕਰਨ ਕਰਾਵਣਹਾਰ ਹੀ ਬੁੱਝ ਸਕਦਾ ਹੈ। ਫਿਰ ਵੀ ਹਾਸਲ ਬੁੱਧੀ ਤੇ ਤਜਰਬੇ ਦੀ ਮਦਦ ਨਾਲ ਸਾਨੂੰ ਸੱਚ ਦੀ ਖੋਜ ਵਿੱਚ ਆਪਣੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਚੋਣਾਂ ਦੇ ਐਲਾਨ ਸਮੇਂ ਪੰਜਾਬ ਦਾ ਮਾਹੌਲ ਤੇ ਸਿੱਖ ਮਾਨਸਿਕਤਾ ਕੀ ਸੀ, ਇਹ ਸਭ ਤੋਂ ਪਹਿਲਾਂ ਘੋਖ ਦਾ ਮੁੱਦਾ ਬਣਦਾ ਹੈ। ਜਦ ਇਹਨਾਂ ਚੋਣਾਂ ਦਾ ਐਲਾਨ ਹੋਇਆ ਤਾਂ ਪੰਜਾਬ ਅੰਦਰ ਹਕੂਮਤੀ ਜਬਰ ਆਪਣੇ ਸਿਖਰ ਤੇ ਸੀ। ਖਾੜਕੂ ਲਹਿਰ ਨੂੰ ਖਤਮ ਕਰਨ ਦੇ ਟੀਚੇ ਦੀਆਂ ਆਖਰੀ ਤਰੀਖਾਂ ਮਿੱਥੀਆਂ ਜਾ ਚੁੱਕੀਆਂ ਸਨ। ਬੇਲਗਾਮ ਪੁਲਿਸ ਮਸ਼ੀਨਰੀ ਨੇ ਸਿੱਖ ਜਨਤਾ ਦੇ ਮਨਾਂ ਤੇ ਪੂਰੀ ਤਰ੍ਹਾਂ ਦਹਿਸ਼ਤ ਛਾਪ ਦਿੱਤੀ ਸੀ। ਇੱਕ ਪਾਸੜ ਪ੍ਰਚਾਰ ਮੀਡੀਆ ਦੇ ਜ਼ੋਰ ਨਾਲ ਦਬਾਅ ਹੇਠ ਆਈ ਖਾੜਕੂ ਲਹਿਰ ਦਾ ਨਕਸ਼ਾ ਇੱਕ ਗੈਰ ਰਾਜਨੀਤਿਕ ਤੇ ਗੈਰ ਸਮਾਜਿਕ ਲਹਿਰ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਸੀ। ਖਾੜਕੂ ਲਹਿਰ ਦੀ ਚੜ੍ਹਤ ਦੇ ਸਮੇਂ ਉਸ ਨੂੰ ਮੁੱਖ ਧਿਰ ਮੰਨਣ ਵਾਲੇ ਅਕਾਲੀ ਧੜੇ ਹੁਣ ਰਾਹਤ ਮਹਿਸੂਸ ਕਰਦੇ ਹੋਏ ਚੁੱਪ ਸਨ ਤੇ ਖੁਦ ਨੂੰ ਮੁੱਖ ਧਿਰ ਬਣਾਉਣ ਲਈ ਸਮੇਂ ਦੀ ਉਡੀਕ ਵਿੱਚ ਸਨ। ਸਿੱਖਾਂ ਵਿੱਚ ਆਮ ਵਿਚਰ ਰਹੇ 4 ਅਕਾਲੀ ਧੜਿਆਂ ਬਰਨਾਲਾ ਦਲ, ਬਾਦਲ ਦਲ, ਮਾਨ ਦਲ ਤੇ ਬਾਬਾ ਦਲ ਵਿੱਚੋਂ ਕੋਈ ਵੀ ਇਸ ਦਬਾਅ ਵਾਲੀ ਹਾਲਤ ਵਿੱਚ ਖਾੜਕੂ ਧਿਰਾਂ ਦੇ ਕਿਸੇ ਸਿਆਸੀ ਪੱਖ ਦੀ ਹਾਮੀ ਭਰਨ ਲਈ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਇਆ। ਬਰਨਾਲਾ ਦਲ ਪਹਿਲਾਂ ਤੋਂ ਹੀ ਖਾੜਕੂ ਲਹਿਰ ਨੂੰ ਅਕਾਲੀ ਵਿਰੋਧੀ ਲਹਿਰ ਕਰਾਰ ਦਿੰਦਾ ਆਇਆ ਸੀ। ਉਸ ਦੇ ਸਟੈਂਡ ਵਿੱਚ ਕੋਈ ਜ਼ਿਆਦਾ ਤਬਦੀਲੀ ਨਹੀਂ ਸੀ ਆਈ, ਪਰ ਬਾਦਲ ਦਲ ਦੀਆਂ ਅੱਖਾਂ ਬੁਰੀ ਤਰ੍ਹਾਂ ਬਦਲੀਆਂ ਹੋਈਆਂ ਸਨ। ਉਹ ਇਸ ਗੱਲ ਦੇ ਸਪਸ਼ਟ ਸੰਕੇਤ ਦੇ ਰਿਹਾ ਸੀ ਕਿ ਉਸਨੇ ਖਾੜਕੂ ਲਹਿਰ ਤੋਂ ਡਰਦਿਆਂ ਹੀ ਕੁਝ ਚਿਰ ਉਸ ਨੂੰ ਮੁੱਖ ਧਿਰ ਮੰਨਿਆ ਸੀ।
ਇਹ ਦਲ ਆਪਣੇ ਵਸੀਲਿਆਂ ਰਾਹੀਂ ਖਾੜਕੂ ਲਹਿਰ ਦਾ ਉਹੀ ਨਕਸ਼ਾ ਪੇਸ਼ ਕਰਨ ਲੱਗ ਪਿਆ ਸੀ ਜੋ ਬੇਅੰਤ ਸਿੰਘ ਸਰਕਾਰ ਪੇਸ਼ ਕਰ ਰਹੀ ਸੀ। ਮਾਨ ਦਲ, ਜੋ ਪਿਛਲੇ ਸਮੇਂ ਖਾੜਕੂ ਧਿਰਾਂ ਦੇ ਕਾਫੀ ਨਜ਼ਦੀਕ ਦਿਖਾਈ ਦੇ ਰਿਹਾ ਸੀ, ਆਪਣੇ ਆਪ ਨੂੰ ਨਿਰਪੱਖ ਸਾਬਤ ਕਰਨ ਵਿੱਚ ਰੁੱਝ ਗਿਆ ਸੀ। ਇਹ ਦਲ ਹਕੂਮਤੀ ਜ਼ਬਰ ਦੇ ਵਿਰੁੱਧ ਬੋਲ ਰਿਹਾ ਸੀ ਤੇ ਰਾਜਨੀਤਿਕ ਨਿਸ਼ਾਨੇ ਪ੍ਰਤੀ ਪਹਿਲੀ ਦ੍ਰਿੜਤਾ ਤੇ ਹੀ ਕਾਇਮ ਸੀ, ਪਰ ਖਾੜਕੂ ਧਿਰਾਂ ਦੇ ਗੁਣ ਔਗਣਾ ਜਾਂ ਉਹਨਾਂ ਵਿਰੁੱਧ ਹੋਏ ਭੰਡੀ ਪ੍ਰਚਾਰ ਪ੍ਰਤੀ ਆਪਣਾ ਪੱਖ ਸਪਸ਼ਟ ਕਰਨ ਤੋਂ ਗੁਰੇਜ਼ ਕਰ ਰਿਹਾ ਸੀ। ਬਾਬਾ ਦਲ ਪਹਿਲਾਂ ਤੋਂ ਹੀ ਖਾੜਕੂ ਲਹਿਰ ਤੋਂ ਦਬਾਅ ਦਾ ਇਜ਼ਹਾਰ ਕਰਦਾ ਆਇਆ ਸੀ। ਸਿੰਘ ਸਾਹਿਬ ਭਾਈ ਜਸਬੀਰ ਸਿੰਘ ਹੋਰਾਂ ਦੀ ਨਜ਼ਰਬੰਦੀ ਤੋਂ ਬਾਅਦ ਇਸ ਦਲ ਨੇ ਨਵੀਆਂ ਹਾਲਤਾਂ ਬਾਰੇ ਕੋਈ ਸਪਸ਼ਟ ਸੋਚ ਜਾਂ ਅਮਲ ਦਾ ਪ੍ਰਗਟਾਵਾ ਨਹੀਂ ਸੀ ਕੀਤਾ। ਪੰਜਾਬ ਦੀ ਸਿਆਸਤ ਵਿੱਚ ਹਕੂਮਤੀ ਜ਼ਬਰ ਦੇ ਪੂਰੇ ਜ਼ੋਰ ਅਤੇ ਅਕਾਲੀ ਧਿਰਾਂ ਵੱਲੋਂ ਜ਼ਬਰ ਦਾ ਸ਼ਿਕਾਰ ਧਿਰ ਬਾਰੇ ਬੇਗਾਨਗੀ ਦੇ ਧਾਰਨ ਕੀਤੇ ਰਵੱਈਏ ਨੇ ਆਮ ਸਿੱਖ ਜਨਤਾ ਨੂੰ ਭੰਬਲ ਭੂਸੇ ਵਿੱਚ ਪਾ ਦਿੱਤਾ ਸੀ। ਉਹ ਹੈਰਾਨ ਸਨ ਕਿ ਜੇਕਰ ਖਾੜਕੂ ਲਹਿਰ ਲੁਟੇਰਿਆਂ ਤੇ ਗੈਰ ਸਮਾਜੀ ਤੱਤਾਂ ਦੀ ਇੱਕ ਗੈਰ ਰਾਜਨੀਤਿਕ ਲਹਿਰ ਕਰਾਰ ਦੇ ਦਿੱਤੀ ਗਈ ਹੈ ਅਤੇ ਇਸ ਕਾਰਨਾਮੇ ਨੂੰ ਅਕਾਲੀ ਧਿਰਾਂ ਦੀ ਚੁੱਪ ਸਹਿਮਤੀ ਹਾਸਲ ਹੈ, ਤਾਂ ਪਿਛਲੇ 10 ਸਾਲਾਂ ਵਿੱਚ ਪ੍ਰਤੱਖ ਤੌਰ ਤੇ ਛਾਈ ਰਹੀ ਮੁੱਖ ਸਿਆਸੀ ਧਿਰ ਕਿਹੜੀ ਸੀ? ਇੱਕ ਸਵਾਲ ਇਹ ਵੀ ਆਮ ਸੀ ਕਿ ਜੇਕਰ ਅਕਾਲੀ ਧਿਰਾਂ ਜਿਵੇਂ ਦਾਅਵਾ ਕਰਦੀਆਂ ਜਾਪਦੀਆਂ ਨੇ ਕਿ ਉਹ ਖਾੜਕੂ ਦਾਬੇ ਹੇਠ ਹੀ ਉਹਨਾਂ ਨੂੰ ਮੁੱਖ ਧਿਰ ਮੰਨਦੀਆਂ ਆਈਆਂ ਨੇ, ਕਿ ਅੱਜ ਕਿਤੇ ਹਕੂਮਤੀ ਦਾਬੇ ਤਹਿਤ ਹੀ ਉਸ ਧਿਰ ਬਾਰੇ ਮੌਜੂਦਾ ਦ੍ਰਿਸ਼ਟੀਕੋਣ ਤਾਂ ਨਹੀਂ ਅਪਣਾ ਰਹੀਆਂ। ਇਸ ਤਰ੍ਹਾਂ ਬਰਨਾਲਾ ਅਕਾਲੀ ਦਲਾਂ ਤੋਂ ਬਿਨਾਂ ਬਾਕੀ ਦਲਾਂ ਦੀ ਪੋਜੀਸ਼ਨ ਲੋਕਾਂ ਵਿੱਚ ਸਪਸ਼ਟ ਨਹੀਂ ਸੀ ਹੋ ਰਹੀ। ਆਮ ਸਿੱਖ ਮਾਨਸਿਕਤਾ ਦਿਸ਼ਾਹੀਣ ਨਕਸ਼ਾ ਪੇਸ਼ ਕਰ ਰਹੀ ਸੀ। ਖਾੜਕੂ ਲਹਿਰ ਦੀਆਂ ਗਲਤੀਆਂ ਤੇ ਉਹਨਾਂ ਵਿਚਲੇ ਗੈਰ ਸਮਾਜੀ ਤੱਤਾਂ ਤੋਂ ਸਤਾਏ ਸਿੱਖ ਲੋਕਾਂ ਨੂੰ ਜਦੋਂ ਹਕੂਮਤੀ ਜ਼ਬਰ ਅਤੇ ਇੱਕ ਪਾਸੜ ਹਕੂਮਤੀ ਪ੍ਰਚਾਰ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ ਸੀ, ਤਾਂ ਉਹ ਆਪਣੇ ਆਪ ਨੂੰ ਦੋਸ਼ੀ ਸਵੀਕਾਰ ਕਰਦਿਆਂ ਹਾਰੀ ਹੋਈ ਮਨੋਬਿਰਤੀ ਦਾ ਸ਼ਿਕਾਰ ਹੋ ਗਏ। ਬੇਅੰਤ ਸਿੰਘ ਜਦ ਉਹਨਾਂ ਨੂੰ ਜ਼ਲੀਲ ਕਰਦਾ ਸੀ ਤਾਂ ਬਰਨਾਲਾ ਤੇ ਬਾਦਲ ਦਲ ਵੀ ਜ਼ਖਮਾਂ ਤੇ ਲੂਣ ਛਿੜਕਦੇ ਸਨ। ਦੂਜੇ ਦੋਵੇਂ ਦਲ, ਮਾਨ ਦਲ ਤੇ ਬਾਬਾ ਦਲ, ਪਾਸਾ ਵੱਟ ਕੇ ਚੱਲਦਿਆਂ ਇਹਨਾਂ ਲੋਕਾਂ ਨੂੰ ਹੋਰ ਪਛਤਾਤਾਪ ਵਿੱਚ ਸੁੱਟਦੇ ਸਨ ਤੇ ਅਖੀਰ ਉਹ ਸਿੱਖ ਜਨਤਾ ਜਿਨ੍ਹਾਂ ਨੂੰ ਖਾੜਕੂ ਲਹਿਰ ਦਾ ਪ੍ਰਭਾਵ ਖੇਤਰ ਮੰਨਿਆ ਜਾਂਦਾ ਸੀ, ਲਾਚਾਰੀ ਵਸ ਬਾਹਾਂ ਖੜੀਆਂ ਕਰ ਗਈ ਤੇ ਇੱਕ ਹਾਰੀ ਹੋਈ ਧਿਰ ਦੀ ਮਾਨਸਿਕਤਾ ਪ੍ਰਵਾਨ ਕਰ ਲਈ। ਖਾੜਕੂ ਜਥੇਬੰਦੀਆਂ ਨੇ ਆਪਣੇ ਵੱਡੇ ਹਿੱਸਿਆਂ ਨੂੰ ਗਰਕਣ ਤੋਂ ਰੋਕਣ ਤੋਂ ਅਸਮਰੱਥਾ ਦਿਖਾਈ ਤੇ ਫਿਰ ਆਪਣੀਆਂ ਗਲਤੀਆਂ ਕਬੂਲਣ ਤੋਂ ਡਰਪੋਕਪੁਣਾ ਦਿਖਾਇਆ। ਜਿਹੜੀਆਂ ਗਲਤੀਆਂ ਸ਼ਰੇਆਮ ਉਹਨਾਂ ਨੂੰ ਮੰਨਣੀਆਂ ਚਾਹੀਦੀਆਂ ਸਨ, ਉਹ ਬੇਅੰਤ ਸਿੰਘ ਨੇ ਇਸ ਲਹਿਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੇ ਰੂਪ ਵਿੱਚ ਪੇਸ਼ ਕੀਤੀਆਂ ਤੇ ਲੋਕ ਜੋ ਉਹਨਾਂ ਦੀਆਂ ਇਹਨਾਂ ਗਲਤੀਆਂ ਤੋਂ ਸਤਾਏ ਹੋਏ ਸਨ, ਉਹਨਾਂ ਨੇ ਬੇਅੰਤ ਸਿੰਘ ਦੇ ਪ੍ਰਚਾਰ ਨੂੰ ਕੰਨ ਦਿੱਤੇ। ਅਕਾਲੀ ਧਿਰਾਂ ਜਿਨ੍ਹਾਂ ਨੂੰ ਖਾੜਕੂ ਆਪਣੀ ਹਉਮੈ ਨੂੰ ਪੱਠੇ ਪਾਉਂਦਿਆਂ ਵਕਤਨ ਫਵਕਤਨ ਜ਼ਲੀਲ ਕਰਦੇ ਰਹਿੰਦੇ ਸਨ, ਬਦਲਾ ਲਊ ਭਾਵਨਾ ਨਾਲ ਤਮਾਸ਼ਬੀਨ ਬਣੇ ਤੇ ਅਖੀਰ ਇਹ ਦਿਨ ਆਏ ਕਿ ਖਾੜਕੂ ਬਦਨਾਮ ਹੋ ਗਏ ਤੇ ਅਕਾਲੀ ਡਰਪੋਕ ਮੋਨੋ ਐਕਟਰ ਸਾਬਤ ਹੋਏ। ਸਿੱਖ ਸਿਆਸਤ ਦੇ ਇਸ ਅਤਿਅੰਤ ਸੰਕਟਮਈ ਦੌਰ ਵਿੱਚ ਜਲੰਧਰ ਸੀਟ ਤੇ ਚੋਣ ਦਾ ਐਲਾਨ ਹੋਇਆ। ਸਭ ਤੋਂ ਪਹਿਲਾਂ ਬਾਦਲ ਅਕਾਲੀ ਦਲ ਹਰਕਤ ਵਿੱਚ ਆਇਆ। ਇਸ ਨੇ ਆਪਣੀਆਂ ਹੇਠਲੀਆਂ ਸਫ਼ਾਂ ਨੂੰ ਇਹ ਅਹਿਸਾਸ ਕਰਵਾ ਕੇ ਹਰਕਤ ਵਿੱਚ ਲਿਆਂਦਾ ਕਿ ਹੁਣ ਖਾੜਕੂ ਦਾਬਾ ਖਤਮ ਹੋਣ ਦਾ ਦਲਿੱਦਰ ਦਾ ਖਾਤਮਾ ਹੋ ਗਿਆ ਤੇ ਆਪਾਂ ਖੁੱਲ੍ਹ ਕੇ ਸਿੱਖ ਸਿਆਸਤ ਨੂੰ ਮੋੜਾ ਦੇ ਸਕਦੇ ਹਾਂ। 1982-83 ਵਿਚਲੇ ਇਸ ਅਕਾਲੀ ਦਲ ਦੇ ਉਹ ਵਿੰਗ ਜੋ ਧਰਮ ਯੁੱਧ ਮੋਰਚੇ ਨੂੰ ਦਿੱਲੀ ਅਤੇ ਭਿੰਡਰਾਂ ਵਾਲੇ ਦੋਹਾਂ ਵਿਰੁੱਧ ਲੜਾਈ ਦਾ ਰੂਪ ਦਿੰਦੇ ਸਨ, ਪੂਰੀ ਤਰ੍ਹਾਂ ਸਰਗਰਮ ਹੋਏ ਤੇ ਉਹਨਾਂ ਦੀ ਮਦਦ ਤੇ ਪ੍ਰੈਸ ਦਾ ਉਹ ਸਾਰਾ ਹਿੱਸਾ ਆਇਆ ਜਿਨ੍ਹਾਂ ਦੇ ਸਹਾਰੇ ਰਾਜੀਵ ਲੌਂਗੋਵਾਲ ਸਮਝੌਤਾ ਇਤਿਹਾਸਿਕ ਪੇਸ਼ ਕਰਕੇ 1985 ਦੀਆਂ ਚੋਣਾਂ ਜਿੱਤੀਆਂ ਗਈਆਂ ਸਨ।
ਬਾਦਲ ਅਕਾਲੀ ਦਲ 1985 ਦੀਆਂ ਚੋਣਾਂ ਦੇ ਪੈਂਤੜੇ ਤੇ ਸੀ, ਪਰ ਉਸ ਕੋਲ ਲੌਂਗੋਵਾਲ ਸਮਝੌਤਾ ਨਹੀਂ ਸੀ। ਉਧਰ ਮਾਨ ਦਲ 1999 ਦੀਆਂ ਚੋਣਾਂ ਦੇ ਪੈਂਤੜੇ ਤੇ ਸੀ, ਪਰ ਉਸ ਦੀ ਮਦਦ ਤੇ ਖਾੜਕੂ ਧਿਰ ਨਹੀਂ ਸੀ। ਦੋਵੇਂ ਅਪੰਗ ਧਿਰਾਂ ਆਪਣੀ ਕਿਸਮਤ ਅਜ਼ਮਾਈ ਲਈ ਮੈਦਾਨ ਵਿੱਚ ਨਿਤਰੀਆਂ ਤੇ ਨਤੀਜਾ ਸਾਹਮਣੇ ਹੈ। ਬਾਦਲ 1985 ਨਹੀਂ ਦੁਹਰਾ ਸਕਿਆ ਤੇ ਮਾਨ ਦਲ 1999 ਤੋਂ ਕੋਹਾਂ ਦੂਰ ਰਿਹਾ। ਸਿੱਖ ਸੰਗਤਾਂ ਨੇ ਮਾਯੂਸੀ ਦਾ ਇਜ਼ਹਾਰ ਕੀਤਾ। ਅੱਧੀ ਨਹੀਂ ਤਾਂ ਤੀਜਾ ਹਿੱਸਾ ਸਿੱਖ ਵੋਟ ਬੇਅੰਤ ਸਿੰਘ ਨੂੰ ਪਈ, ਜੋ ਇੱਕ ਵਿਚਾਰਯੋਗ ਘਟਨਾ ਹੈ। ਕਈ ਤਰ੍ਹਾਂ ਦੇ ਵਿਸ਼ਲੇਸ਼ਣ ਅੱਜ-ਕੱਲ੍ਹ ਪ੍ਰੈਸ ਵਿੱਚ ਆ ਰਹੇ ਨੇ, ਜੋ ਸਿੱਖ ਮਾਨਸਿਕਤਾ ਦੀਆਂ ਉਲਝਣਾਂ ਵਿੱਚ ਹੋਰ ਵਾਧਾ ਕਰੀ ਜਾ ਰਹੇ ਨੇ ਤੇ ਨਿਰਾਸ਼ਤਾ ਨੂੰ ਵਧਾ ਰਹੇ ਨੇ। ਇਸ ਚੋਣ ਵਿੱਚੋਂ ਜੋ ਹਾਂ ਪੱਖੀ ਸਬਕ ਸਾਨੂੰ ਮਿਲੇ ਨੇ, ਉਹਨਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਠੀਕ ਉਹ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਜੋ ਖਾੜਕੂ ਲਹਿਰ ਬਾਰੇ ਕੀਤਾ ਗਿਆ ਸੀ। ਜਲੰਧਰ ਚੋਣ ਦੇ ਸਬਕ। ਮੈਂ ਸਮਝਦਾ ਕਿ ਜਲੰਧਰ ਚੋਣ ਕਾਫੀ ਚੰਗੇ ਸਬਕ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਪਹਿਲਾ ਸਬਕ ਇਹ ਹੈ ਕਿ ਅਕਾਲੀ ਸਿਆਸਤ ਵਿੱਚ ਸਿਧਾਂਤਕ ਕਤਾਰਬੰਦੀ ਮੌਜੂਦ ਹੈ, ਚਾਹੇ ਇਹ ਅਜੇ ਮਜ਼ਬੂਤ ਨਹੀਂ ਹੋਈ। ਇੱਕ ਧਿਰ ਜੋ ਭਾਰਤੀ ਰਾਜ ਪ੍ਰਬੰਧ ਵਿੱਚ ਆਦਰ ਸਹਿਤ ਸੱਤਾ ਦਾ ਹਿੱਸਾ ਚਾਹੁੰਦੀ ਹੈ ਤੇ ਘੱਟ ਲੜਾਈ ਨਾਲ ਵੱਧ ਸਹੂਲਤਾਂ ਦੀ ਚਾਹਨਾ ਤਹਿਤ ਕੱਟੜ ਰਾਜਨੀਤਿਕ ਨਿਸ਼ਾਨੇ ਮਿੱਥਣ ਤੋਂ ਪਰਹੇਜ਼ ਕਰਦੀ ਹੈ, ਆਰਥਿਕ ਲਾਹੇਵੰਦੀ ਨੂੰ ਅੱਜ ਦੀ ਮੁੱਖ ਸਿੱਖ ਖਾਹਿਸ਼ ਦੇ ਰੂਪ ਵਿੱਚ ਲੈਂਦੀ ਹੈ ਤੇ ਕੌਮੀ ਵਿਰੋਧੀ ਪਾਰਟੀਆਂ ਨਾਲ ਰਲ ਕੇ ਕਾਂਗਰਸ ਦਾ ਬਦਲ ਪੇਸ਼ ਕਰਨ ਦੀ ਲਾਈਨ ਤੇ ਚੱਲਦੀ ਹੈ। ਇਹ ਨਾ ਭਾਰਤ ਨੂੰ ਫਿਰਕੂ ਮੰਨਦੀ ਹੈ ਤੇ ਨਾ ਆਪਣੇ ਆਪ ਨੂੰ ਸਿੱਖ ਫਿਰਕੇ ਦੇ ਘੇਰੇ ਦੇ ਵਿੱਚ ਰੱਖਣਾ ਚਾਹੁੰਦੀ ਹੈ। ਇਸ ਧਿਰ ਵਿੱਚ ਪ੍ਰਮੁੱਖਤਾ ਹਾਸਲ ਕੀਤੀ ਹੈ ਬਾਦਲ ਦਲ ਨੇ ਅਤੇ ਇਸ ਵਿੱਚ ਛੋਟੀਆਂ ਧਿਰਾਂ ਨੇ ਬਰਨਾਲਾ ਦਲ ਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਛੋਟੇ ਭਾਈ ਮਨਜੀਤ ਸਿੰਘ ਦਾ ਗਰੁੱਪ। ਦੂਜੀ ਧਿਰ ਸਿੱਖ ਫਿਰਕੇ ਤੱਕ ਅਕਾਲੀ ਸਿਆਸਤ ਨੂੰ ਸੀਮਤ ਕਰਦੀ ਹੈ ਤੇ ਭਾਰਤੀ ਰਾਜ ਨੂੰ ਫਿਰਕੂ ਰਾਜ ਮੰਨਦੀ ਹੈ। ਪੰਜਾਬ ਨੂੰ ਸਿੱਖ ਖਿੱਤਾ ਮੰਨ ਕੇ ਲੜਦੀ ਹੈ ਤੇ ਇਸ ਤਰ੍ਹਾਂ ਕਿਸੇ ਕੌਮੀ ਬਦਲ ਵਿੱਚ ਆਪਣੇ ਆਪ ਨੂੰ ਫਿੱਟ ਨਹੀਂ ਕਰਦੀ। ਕੋਈ ਵੀ ਕੌਮੀ ਪਾਰਟੀ ਇਸ ਧਿਰ ਨਾਲ ਜੁੜ ਕੇ ਹਿੰਦੂ ਵੋਟ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਸਾਰੀਆਂ ਭਾਰਤੀ ਕੌਮੀ ਪਾਰਟੀਆਂ ਇਸ ਧਿਰ ਨੂੰ ਕੌਮੀ ਨਾ ਮੰਨ ਕੇ ਸਿੱਖ ਫਿਰਕੂ ਧਿਰ ਤਸੱਵਰ ਕਰਦੀਆਂ ਨੇ। ਇਸ ਧਿਰ ਦੀ ਅਗਵਾਈ ਸਾਬਤ ਕੀਤੀ ਹੈ ਮਾਨ ਅਕਾਲੀ ਦਲ ਨੇ ਅਤੇ ਨਾਲ ਖੜਾ ਹੈ ਬਾਬਾ ਅਕਾਲੀ ਦਲ ਤੇ ਕੁਝ ਹੋਰ ਛੋਟੇ ਗਰੁੱਪ। ਵੋਟਾਂ ਦੀ ਗਿਣਤੀ ਵਿਚਾਰਨ ਤੋਂ ਪਹਿਲਾਂ ਇਹਨਾਂ ਦੋਹਾਂ ਧਿਰਾਂ ਨੇ ਜੋ ਆਪੋ ਆਪਣੀ ਹੋਂਦ ਦਾ ਚੋਣਾਂ ਦੌਰਾਨ ਪ੍ਰਗਟਾਵਾ ਕੀਤਾ ਹੈ, ਉਹ ਕਾਫੀ ਮਹੱਤਵਪੂਰਨ ਹੈ। ਬਾਦਲ ਦਲ ਵੱਲੋਂ ਜਦ ਕੌਮੀ ਪੰਜਾਬੀ ਪ੍ਰੈਸ ਦੇ ਸਹਾਰੇ ਇਹ ਮੁੱਦਾ ਉਭਾਰਿਆ ਗਿਆ ਕਿ ਕਾਂਗਰਸ ਨੂੰ ਹਰਾਉਣਾ ਅੱਜ ਦਾ ਅਸਲ ਅਕਾਲੀ ਕਾਜ਼ ਬਣਦਾ ਹੈ, ਤਾਂ ਜਵਾਬ ਵਿੱਚ ਮਾਨ ਦਲ ਵੱਲੋਂ ਸਿੱਖਾਂ ਤੇ ਹਕੂਮਤੀ ਜ਼ਬਰ ਦਾ ਮੁੱਦਾ ਮੁੱਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਹਕੂਮਤੀ ਜ਼ਬਰ ਦਾ ਮੁੱਦਾ ਅਸਲ ਵਿੱਚ ਇੱਕ ਵਿਸ਼ੇਸ਼ ਸਿਆਸੀ ਦ੍ਰਿਸ਼ਟੀਕੋਣ ਦਾ ਮੁੱਦਾ ਬਣਦਾ ਸੀ। ਜ਼ਬਰ ਕਿਉਂਕਿ ਸਿੱਖਾਂ ਉੱਪਰ ਹੀ ਹੋ ਰਿਹਾ ਸੀ ਤੇ ਭਾਰਤੀ ਰਾਜ ਅਤੇ ਸਮੁੱਚੀਆਂ ਕੌਮੀ ਪਾਰਟੀਆਂ ਇਸ ਦੀ ਪਿੱਠ ਤੇ ਖੜੀਆਂ ਸਨ। ਇਸ ਲਈ ਇਹ ਮੁੱਦਾ ਭਾਰਤੀ ਕੌਮੀ ਧਾਰਾ ਦੇ ਖਿਲਾਫ ਸਿੱਖ ਧਾਰਾ ਨੂੰ ਖੜਾ ਕਰਦਾ ਸੀ। ਰਾਜ ਕਰ ਰਹੀ ਕਾਂਗਰਸ ਪਾਰਟੀ ਜ਼ਬਰ ਨੂੰ ਸ਼ਾਂਤੀ ਦਾ ਸੰਦ ਬਣਾ ਕੇ ਪੇਸ਼ ਕਰ ਰਹੀ ਸੀ ਤੇ ਗੈਰ ਸਿੱਖ ਲੋਕ ਤੇ ਸਮੁੱਚੀਆਂ ਕੌਮੀ ਪਾਰਟੀਆਂ ਇਸ ਜ਼ਬਰ ਨੂੰ ਕੌਮੀ ਹਿੱਤਾਂ ਵਿੱਚ ਪ੍ਰਵਾਨ ਕਰ ਚੁੱਕੇ ਸਨ। ਪੰਜਾਬ ਮਸਲੇ ਨਾਲ ਸੰਬੰਧਿਤ ਦੋਹੇਂ ਧਿਰਾਂ ਭਾਰਤੀ ਰਾਜ ਅਤੇ ਸਿੱਖ ਜਨਤਾ ਜਾਣਦੇ ਸਨ ਕਿ ਇਹ ਮੁੱਦਾ ਹੀ ਮੁੱਖ ਮੁੱਦਾ ਬਣਦਾ ਹੈ। ਬੇਅੰਤ ਸਿੰਘ ਜ਼ਬਰ ਦੇ ਹੱਕ ਵਿੱਚ ਫਤਵਾ ਮੰਗ ਰਿਹਾ ਸੀ ਤੇ ਸਿੱਖਾਂ ਵੱਲੋਂ ਇਹ ਬਣਦਾ ਸੀ ਕਿ ਉਹ ਜ਼ਬਰ ਦੇ ਵਿਰੋਧ ਵਿੱਚ ਫਤਵਾ ਦੇਣ। ਗੈਰ ਕਾਂਗਰਸੀ ਕੌਮੀ ਪਾਰਟੀਆਂ ਅਤੇ ਖਾੜਕੂ ਵਿਰੋਧੀ ਅਕਾਲੀ ਧਿਰ ਬਾਦਲ ਤੇ ਬਰਨਾਲਾ ਇਸ ਮੁੱਦੇ ਤੋਂ ਚਿੰਤਤ ਸਨ।
ਕਿਉਂਕਿ ਇਸ ਮੁੱਦੇ ਦੇ ਉੱਭਰਨ ਨਾਲ ਦੋਵੇਂ ਮੁੱਖ ਧਿਰਾਂ ਕਾਂਗਰਸ ਤੇ ਖਾੜਕੂ ਫਿਰ ਉੱਭਰ ਜਾਂਦੀਆਂ ਸਨ। ਇਸ ਲਈ ਇਹਨਾਂ ਪਾਰਟੀਆਂ ਵੱਲੋਂ ਕਾਂਗਰਸ ਹਰਾਉਣ ਤੇ ਖਾੜਕੂ ਦਬਾਉਣ ਦਾ ਮੁੱਖ ਮੁੱਦਾ ਉਲੀਕਿਆ ਗਿਆ। ਬਾਦਲ ਅਕਾਲੀ ਦਲ ਭਾਰਤੀ ਵਿਰੋਧੀ ਧਿਰ ਦੀ ਸਹਿਮਤੀ ਹਾਸਲ ਕਰਨ ਲਈ ਕਾਂਗਰਸ ਹਰਾਉਣ ਨੂੰ ਮੁੱਖ ਮੁੱਦਾ ਲੈ ਕੇ ਸਾਹਮਣੇ ਆਇਆ। ਕਾਂਗਰਸ ਬਿਨਾਂ ਸ਼ੱਕ ਹਕੂਮਤੀ ਪਾਰਟੀ ਹੈ, ਪਰ ਜੋ ਮਸ਼ੀਨਰੀ ਇੱਥੇ ਜ਼ਬਰ ਕਰਦੀ ਹੈ ਉਹ ਕਾਂਗਰਸੀ ਨਹੀਂ, ਭਾਰਤੀ ਰਾਜ ਮਸ਼ੀਨਰੀ ਹੈ। KPS ਗਿੱਲ ਕਾਂਗਰਸ ਪਾਰਟੀ ਦਾ ਉਸੇ ਤਰ੍ਹਾਂ ਕਾਰਡ ਹੋਲਡਰ ਨਹੀਂ ਹੈ ਜਿਵੇਂ JF ਰਿਬੈਰੋ ਨੇ ਬਰਨਾਲਾ ਅਕਾਲੀ ਦਲ ਦੀ ਮੈਂਬਰਸ਼ਿਪ ਨਹੀਂ ਸੀ ਲਈ। ਜ਼ਬਰ ਦਾ ਮੁੱਦਾ ਕਿਤੇ ਭਾਰਤੀ ਰਾਜ ਤੇ ਸਿੱਖ ਭਾਈਚਾਰੇ ਦੇ ਸਬੰਧਾਂ ਦਾ ਮੁੱਦਾ ਨਾ ਬਣ ਜਾਵੇ, ਇਹੀ ਫਿਕਰ ਬਾਦਲ ਬਰਨਾਲਾ ਦਲਾਂ ਨੂੰ ਵੀ ਸੀ। ਕੌਮੀ ਪੰਜਾਬੀ ਪ੍ਰੈਸ ਨੇ ਇਸ ਮਸਲੇ ਦੀ ਬਾਰੀਕੀ ਨੂੰ ਪਹਿਲਾਂ ਹੀ ਭਾਂਪ ਲਿਆ ਸੀ। ਇਸ ਲਈ ਇਸ ਦੇ ਮੁੱਖ ਪਰਚੇ ਰੋਜ਼ਾਨਾ ਅਜੀਤ ਅਖਬਾਰ ਵੱਲੋਂ ਸਿੱਖਾਂ ਅੰਦਰ ਇਹ ਵਿਚਾਰ ਜ਼ੋਰ ਨਾਲ ਫੈਲਾਇਆ ਗਿਆ ਸੀ ਕਿ ਜ਼ਬਰ ਨਹੀਂ, ਕਾਂਗਰਸ ਨੂੰ ਹਰਾਉਣਾ ਮੁੱਖ ਮੁੱਦਾ ਹੈ। ਮਾਨ ਦਲ ਬਾਬਾ ਦਲ ਸਮਝਦੇ ਸਨ ਕਿ ਜ਼ਬਰ ਹੀ ਮੁੱਖ ਮੁੱਦਾ ਹੈ ਤੇ ਇਸ ਦਾ ਸਿੱਧਾ ਸਬੰਧ ਸਿੱਖਾਂ ਤੇ ਭਾਰਤੀ ਰਾਜ ਨਾਲ ਸਬੰਧਾਂ ਨਾਲ ਜੁੜਿਆ ਹੋਇਆ ਹੈ। ਸੋ ਅਕਾਲੀ ਸਿਆਸਤ ਵਿੱਚ ਦੋ ਧਿਰਾਂ ਸਪਸ਼ਟ ਤੌਰ ਤੇ ਆਪਣਾ ਆਪ ਲੈ ਕੇ ਆਈਆਂ। ਇਹਨਾਂ ਚੋਣਾਂ ਦੀ ਇਹ ਇੱਕ ਵੱਡੀ ਪ੍ਰਾਪਤੀ ਹੈ। ਇੱਕ ਧਿਰ ਕਾਂਗਰਸ ਵਿਰੋਧੀ ਪੰਜਾਬੀ ਪਾਰਟੀ ਦੇ ਰੂਪ ਵਿੱਚ ਆਈ ਹੈ ਜਿਸ ਦੀ ਅਗਵਾਈ ਬਾਦਲ ਕਰ ਰਿਹਾ ਹੈ, ਤੇ ਦੂਜੀ ਧਿਰ ਭਾਰਤੀ ਰਾਜ ਦੇ ਜ਼ਬਰ ਵਿਰੁੱਧ ਸਿੱਖ ਰਾਜਨੀਤਿਕ ਧਿਰ ਦੇ ਰੂਪ ਵਿੱਚ ਆਈ ਹੈ। ਚੋਣ ਪ੍ਰਕਿਰਿਆ ਦੀ ਇੱਕ ਪ੍ਰਾਪਤੀ ਫਿਰ ਵੀ ਹੈ ਕਿ ਦੋਹਾਂ ਧਿਰਾਂ ਅੰਦਰ ਸੁੱਤੇ ਸਿੱਧ ਬੈਠੇ ਸਿਆਸੀ ਵਰਕਰਾਂ ਨੇ ਆਪਣੀ ਸੂਝ ਤੋਂ ਕੰਮ ਲਿਆ ਤੇ ਆਪੋ ਆਪਣੀ ਅਸਲੀ ਧਿਰ ਦੀ ਪਛਾਣ ਕਰਕੇ ਦਲ ਬਦਲੀ ਕੀਤੀ। ਇਹ ਪ੍ਰਕਿਰਿਆ ਚੋਣਾਂ ਤੋਂ ਬਾਅਦ ਵੀ ਚੱਲੇਗੀ ਤੇ ਅਸਲ ਕਤਾਰਬੰਦੀ ਨੂੰ ਮੁਕੰਮਲ ਕਰੇਗੀ। ਇਹਨਾਂ ਚੋਣਾਂ ਦਾ ਤੀਜਾ ਫਾਇਦਾ ਸਿਧਾਂਤਕ ਡਾਵਾਡੋਲਤਾ ਦਾ ਖਾਤਮਾ ਹੋਇਆ ਹੈ। ਦੋਹਾਂ ਧਿਰਾਂ ਵਿੱਚ ਇੱਕ ਹਿੱਸਾ ਤਾਂ ਸਿਧਾਂਤਕ ਬਰੀਕੀ ਨੂੰ ਸਮਝਣ ਦੀ ਥਾਂ ਭਾਵਕ ਏਕਤਾ ਦੀ ਰੱਟ ਲਾਉਂਦਾ ਸੀ। ਇਹ ਹਿੱਸਾ ਕਾਂਗਰਸ ਹਰਾਉਣ ਨੂੰ ਹੀ ਜ਼ਬਰ ਹਰਾਉਣਾ ਸਮਝ ਲੈਂਦਾ ਸੀ ਤੇ ਬਿਨਾਂ ਮੁੱਦੇ ਤੋਂ ਇੱਕੇ ਉਮੀਦਵਾਰ ਦੀ ਇੱਛਾ ਕਰਦਾ ਸੀ। ਪੂਰੀ ਇਮਾਨਦਾਰੀ ਨਾਲ ਇਹ ਹਿੱਸਾ ਵੱਡੇ ਤੇ ਤਕੜੇ ਉਮੀਦਵਾਰ ਨੂੰ ਅਪਣਾ ਲੈਣ ਦਾ ਤਰਲਾ ਕਰਦਾ ਸੀ ਜਾਂ ਪਰਚੀ ਪਾ ਕੇ ਇੱਕੋ ਉਮੀਦਵਾਰ ਖੜਾ ਕਰਨ ਦੀ ਸਲਾਹ ਦਿੰਦਾ ਸੀ। ਚੋਣਾਂ ਦੇ ਪ੍ਰਚਾਰ ਦੇ ਥੋੜੇ ਜਿਹੇ ਸਮੇਂ ਵਿੱਚ ਭਾਵੇਂ ਇਹ ਮੁੱਦਿਆਂ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਨਾ ਜਾਣ ਸਕਿਆ ਹੋਵੇ, ਪਰ ਕੁਝ ਸਮੇਂ ਤੱਕ ਇਹ ਵੀ ਕਿਸੇ ਇੱਕ ਧਿਰ ਵੱਲ ਸਪਸ਼ਟ ਖੜਾ ਹੋ ਜਾਵੇਗਾ। ਕੁਝ ਗਰੁੱਪ ਜਿਨ੍ਹਾਂ ਨੂੰ ਸਿਧਾਂਤਕ ਪੋਜੀਸ਼ਨਾਂ ਲੈਣ ਦਾ ਪਹਿਲਾਂ ਕਦੇ ਮੌਕਾ ਨਹੀਂ ਮਿਲਿਆ, ਉਹ ਵੀ ਰਾਜਨੀਤਿਕ ਖੇਤਰ ਵਿੱਚ ਆਪਣਾ ਹੌਲਾਪਣ ਪਛਾਣ ਗਏ ਹਨ। ਇਹਨਾਂ ਵਿੱਚੋਂ ਕੁਝ ਦੀ ਹੋਂਦ ਦਾ ਭੋਗ ਵੀ ਪੈ ਜਾਵੇਗਾ। ਸੋ ਇਹਨਾਂ ਚੋਣਾਂ ਦਾ ਚੌਥਾ ਫਾਇਦਾ ਰਾਜਨੀਤਿਕ ਆਪਾਹੁਦਰੀ ਦਾ ਖਾਤਮਾ ਵੀ ਹੋਵੇਗਾ। ਅਰਾਜਕਤਾਵਾਦੀ ਬਿਰਤੀਆਂ ਦੇ ਸ਼ਿਕਾਰ ਲੋਕਾਂ ਵੱਲੋਂ ਖੜੇ ਕੀਤੇ ਜਾਤੀ ਧੜੇ ਵੀ ਲੜਖੜਾ ਗਏ ਨੇ। ਇੱਕ ਹੋਰ ਸਿੱਟਾ ਜੋ ਕਾਫੀ ਅਹਿਮ ਹੈ, ਖਾੜਕੂ ਲਹਿਰ ਦੀ ਪੜਚੋਲ ਦਾ ਨਿਕਲਿਆ। ਪਹਿਲੀ ਵਾਰ ਇਹ ਅਹਿਸਾਸ ਕੀਤਾ ਗਿਆ ਕਿ ਪਿਛਲੇ 10 ਸਾਲਾਂ ਵਿੱਚ ਖਾੜਕੂ ਲਹਿਰ ਦੇ ਨਾਂ ਹੇਠ ਜੋ ਸਰਗਰਮੀਆਂ ਹੋਈਆਂ ਨੇ ਉਹਨਾਂ ਨੂੰ ਖੁੱਲ੍ਹੇਆਮ ਬਹਿਸ ਅਧੀਨ ਲਿਆਂਦਾ ਜਾਵੇ ਅਤੇ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿਣ ਦੀ ਜੁਰਤ ਦਿਖਾਈ ਜਾਵੇ। ਇੱਕ ਸਿੱਟਾ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਸਿੱਖਾਂ ਦੇ ਗਲੋਂ ਗੁਲਾਮੀ ਲਾਉਣ ਦੀ ਲਹਿਰ ਤੇ ਖਾੜਕੂ ਲਹਿਰ ਵਿੱਚ ਪੂਰੀ ਸੂਰੀ ਇੱਕਮਿਕਤਾ ਨਹੀਂ ਹੈ। ਆਜ਼ਾਦੀ ਲਈ ਲੜਨ ਵਾਲਾ ਜ਼ਰੂਰੀ ਨਹੀਂ ਕਿ ਖਾੜਕੂ ਹੀ ਹੋਵੇ ਤੇ ਹਰੇਕ ਖਾੜਕੂ ਜ਼ਰੂਰੀ ਨਹੀਂ ਗੁਲਾਮੀ ਵਿਰੁੱਧ ਲੜ ਰਿਹਾ ਹੋਵੇ। ਇਹ ਇੱਕ ਅਹਿਮ ਸੰਦੇਸ਼ ਹੈ ਚੋਣਾਂ ਦੌਰਾਨ ਪ੍ਰਗਟ ਹੋਈ ਸਿੱਖ ਮਾਨਸਿਕਤਾ ਦਾ। ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਇਸ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਾ। ਕੁਦਰਤੀ ਮਨੁੱਖੀ ਫਿਤਰਤ ਅਨੁਸਾਰ ਇਹ ਨਿਰਾਸ਼ ਵੀ ਹੁੰਦੀ ਤੇ ਗੁੱਸੇ ਵਿੱਚ ਗਲਤ ਫੈਸਲੇ ਵੀ ਲੈਂਦੀ ਹੈ।
ਸਿੱਖ ਲੀਡਰਸ਼ਿਪ ਵੱਲੋਂ ਸਮੇਂ ਦੇ ਹਾਣ ਪ੍ਰਵਾਨ ਹੋਣ ਦੀ ਘਾਟ ਇਹਨਾਂ ਚੋਣਾਂ ਅੰਦਰਲਾ ਇੱਕ ਹੋਰ ਸਿੱਟਾ ਕਿਹਾ ਜਾ ਸਕਦਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਨਿਸ਼ਾਨੇ ਪ੍ਰਤੀ ਸਪਸ਼ਟ ਸੀ ਤੇ ਉਸ ਦੀ ਇਸ ਨੂੰ ਸਿਰੇ ਤੱਕ ਖੜਨ ਦੀ ਪੂਰੀ ਤਿਆਰੀ ਸੀ। ਜਲੰਧਰ ਦੀ ਰੈਲੀ ਉਸ ਦੀ ਚੋਣ ਰੈਲੀ ਹੀ ਸੀ ਤੇ ਵਡਾਲਾ ਉਸ ਦਾ ਸ਼ੁਰੂ ਤੋਂ ਹੀ ਉਮੀਦਵਾਰ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਸਿਧਾਂਤਕ ਤੌਰ ਤੇ ਸਪਸ਼ਟ ਸੀ ਤੇ ਮੁੱਦੇ ਆਧਾਰਿਤ ਚੋਣ ਤੇ ਖੜਾ ਸੀ। 9 ਅਪ੍ਰੈਲ ਨੂੰ ਜਦ ਬਾਦਲ ਉਸ ਨੂੰ ਵਡਾਲੇ ਪ੍ਰਤੀ ਹਮਾਇਤ ਲੈਣ ਲਈ ਮਿਲਿਆ ਤਾਂ ਉਸ ਦਾ ਪੱਖ ਸਿਧਾਂਤਕ ਸੀ ਕਿ ਮੁੱਦੇ ਨੂੰ ਅਪਣਾ ਲਓ, ਉਮੀਦਵਾਰ ਕੋਈ ਵੀ ਹੋ ਸਕਦਾ ਹੈ। ਪਰ ਸਰਦਾਰ ਮਾਨ ਦੀ ਲੜਾਈ ਵਿੱਚ ਵੀ ਇੱਕ ਕਮਜ਼ੋਰੀ ਦਿਖਾਈ ਦਿੱਤੀ ਕਿ ਉਹ ਪਹਿਲ ਕਦਮੀ ਆਪਣੇ ਹੱਥ ਨਹੀਂ ਲੈ ਸਕਿਆ ਤੇ ਸੁਰੱਖਿਆਤਮਕ ਲੜਾਈ ਹੀ ਲੜਦਾ ਰਿਹਾ। ਕੁਝ ਛੋਟੇ ਸਿੱਖ ਗਰੁੱਪਾਂ ਦੇ ਲੀਡਰਾਂ ਨੇ ਅਜੀਬੋ-ਗਰੀਬ ਸਟੈਂਡ ਲਏ। ਉਹ ਮੁੱਦੇ ਨਾਲੋਂ ਉਮੀਦਵਾਰ ਨੂੰ ਹੀ ਬਹਿਸ ਅਧੀਨ ਰੱਖਦਿਆਂ ਫੈਸਲੇ ਲੈਂਦੇ ਰਹੇ ਤੇ ਬਦਲਦੇ ਰਹੇ, ਜਿਸ ਦੇ ਸਿੱਟੇ ਵਜੋਂ ਉਹਨਾਂ ਦੀਆਂ ਜਥੇਬੰਦੀਆਂ ਬੁਰੀ ਤਰ੍ਹਾਂ ਖਿੰਡੀਆਂ ਤੇ ਅਜੇ ਹੋਰ ਖਿੰਡਣਗੀਆਂ। ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਜਿਸ ਦਲੇਰੀ ਦਾ ਸਬੂਤ ਦਿੱਤਾ ਗਿਆ ਉਹ ਵੀ ਇੱਕ ਚੰਗਾ ਸਬਕ ਹੈ। ਵੋਟਾਂ ਦੀ ਗਿਣਤੀ ਮਿਣਤੀ ਦੇ ਹਿਸਾਬ ਨਾਲ ਪਹਿਲਾਂ ਤੋਂ ਹੀ ਘਾਟੇਬੰਦੀ ਧਿਰ ਨੂੰ ਇਸ ਕਰਕੇ ਅਪਣਾਉਣਾ ਕਿ ਉਹ ਮੁੱਦੇ ਤੇ ਆਧਾਰਿਤ ਲੜਾਈ ਦੀ ਹਾਮੀ ਹੈ, ਸਿਆਣਪ ਦਾ ਸਬੂਤ ਸੀ ਤੇ ਬੁਰੀ ਤਰ੍ਹਾਂ ਹੋਈ ਹਾਰ, ਜਿਸ ਦੇ ਉਹ ਖੁਦ ਕਾਰਨ ਵੀ ਨਹੀਂ ਸਨ, ਤੋਂ ਨਾ ਘਬਰਾ ਕੇ ਲੜਦੇ ਰਹਿਣ ਦਾ ਫਿਰ ਅਹਿਦ ਕਰਨਾ ਇੱਕ ਉਤਸ਼ਾਹਪੂਰਨ ਸਬਕ ਹੈ। ਦਮਦਮੀ ਟਕਸਾਲ ਦਾ ਸਿੱਖ ਸਿਆਸਤ ਵਿੱਚ ਕੀ ਰੋਲ ਹੋਵੇ, ਇਹ ਇਹਨਾਂ ਚੋਣਾਂ ਦਾ ਹੀ ਇੱਕ ਸਵਾਲ ਬਣ ਕੇ ਉੱਭਰਿਆ। ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ ਜੀ ਦੇ ਨਾਂ ਤੇ ਵੱਖੋ ਵੱਖਰੇ ਇਸ਼ਾਰੇ ਦੇਣ ਵਾਲੇ ਬਿਆਨ ਛਪਣ ਦਾ ਜੋ ਰਿਵਾਜ ਪਿਛਲੇ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਹੈ, ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਪੈ ਰਿਹਾ। ਕੋਈ ਸਪਸ਼ਟ ਸੇਧ ਆਉਣ ਤੋਂ ਪਹਿਲਾਂ ਚਾਹੇ ਅਸੀਂ ਟਿੱਪਣੀ ਨਹੀਂ ਕਰ ਸਕਦੇ, ਪਰ ਇਸ ਸੇਧ ਦਾ ਇੰਤਜ਼ਾਰ ਹੁਣ ਜ਼ਰੂਰ ਤੀਬਰਤਾ ਗ੍ਰਹਿਣ ਕਰ ਗਿਆ। ਚੋਣ ਪ੍ਰਕਿਰਿਆ ਬਾਰੇ ਸਿੱਖ ਮਾਨਸਿਕਤਾ ਵਿੱਚ ਅਜੇ ਤੱਕ ਸੰਤੁਲਨ ਕਾਇਮ ਨਹੀਂ ਹੋ ਸਕਿਆ। ਇਸ ਬਾਰੇ ਸਾਨੂੰ ਸਬਕ ਮਿਲਦਾ ਹੈ। ਸਿੱਖ ਕੌਮ ਦੇ ਅੰਦਰ ਇੱਕ ਪਾਸੜ ਉਲਾਰ ਦੇਖਣ ਨੂੰ ਮਿਲਿਆ। ਜੇਕਰ ਇਹ ਚੋਣਾਂ ਤੋਂ ਪਾਸਾ ਵੱਟਦੇ ਨੇ ਤਾਂ ਬਾਈਕਾਟ ਤੋਂ ਉਰੇ ਨਹੀਂ ਖਲੋਂਦੇ ਤੇ ਜੇ ਹਿੱਸਾ ਲੈਂਦੇ ਨੇ ਤਾਂ ਜਿੱਤਣ ਤੋਂ ਸਿਵਾ ਕੋਈ ਟੀਚਾ ਨਹੀਂ ਮਿੱਥਦੇ। ਆਪਣੇ ਸੰਘਰਸ਼ ਲਈ ਇੱਕ ਸਾਧਨ ਦੇ ਤੌਰ ਤੇ ਚੋਣਾਂ ਨੂੰ ਕਿਵੇਂ ਲੜਿਆ ਜਾਵੇ, ਇਸ ਬਾਰੇ ਸਿੱਖ ਪੂਰੀ ਤਰ੍ਹਾਂ ਸਪਸ਼ਟ ਨਹੀਂ ਨੇ। ਚੋਣਾਂ ਨੂੰ ਜਿੱਤਣ ਹਾਰਨ ਦੀ ਦੋ ਟੁੱਕ ਖੇਡ ਸਮਝ ਕੇ ਗਲਤ ਸਿੱਟੇ ਕੱਢਦੇ ਨੇ। ਜਾਂ ਤਾਂ ਬਿਲਕੁਲ ਨਿਰਾਸ਼ ਹੋ ਜਾਂਦੇ ਨੇ ਜਾਂ ਫਿਰ ਹੱਦੋਂ ਵੱਧ ਘਮੰਡ ਦਾ ਸ਼ਿਕਾਰ ਹੋ ਜਾਂਦੇ ਨੇ। 1985 ਦੀਆਂ ਚੋਣਾਂ ਨਾ ਤਾਂ ਲੌਂਗੋਵਾਲ ਦੀ ਪੂਰਨ ਜਿੱਤ ਸੀ ਤੇ ਨਾ ਬਾਈਕਾਟ ਕਰਨ ਵਾਲਿਆਂ ਦੇ ਮੁਕੰਮਲ ਸਫਾਏ ਦਾ ਸੰਕੇਤ ਸੀ। ਇਸੇ ਤਰ੍ਹਾਂ 1999 ਦੇ ਨਤੀਜੇ ਕਿਸੇ ਤਰ੍ਹਾਂ ਖਾੜਕੂ ਲਹਿਰ ਤੇ ਪੱਕੀ ਮੋਹਰ ਜਾਂ ਰਵਾਇਤੀ ਅਕਾਲੀ ਦਲ ਦੇ ਸਫਾਏ ਦੀ ਨਿਸ਼ਾਨੀ ਨਹੀਂ ਸੀ। ਸਮੇਂ ਨੇ ਦੱਸਿਆ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਹਕੀਕਤ ਵਿੱਚ ਉਲਟ ਵਾਪਰਦਾ ਰਿਹਾ ਤੇ ਵਾਪਰ ਸਕਦਾ ਹੈ। ਚੋਣਾਂ ਇੱਕ ਵਕਤੀ ਉਭਾਰ ਨੂੰ ਮਾਪਣ ਦਾ ਸੰਦ ਹੁੰਦੀਆਂ ਨੇ। ਤੁਸੀਂ ਉਸ ਵਿੱਚ ਆਪਣਾ ਪੱਖ ਉਭਾਰ ਸਕਦੇ ਹੋ, ਪਰ ਜ਼ਰੂਰੀ ਨਹੀਂ ਦਿੱਤੀਆਂ ਵਿਸ਼ੇਸ਼ ਹਾਲਤਾਂ ਵਿੱਚ ਵੋਟਰ ਹਰੇਕ ਪੱਖ ਤੇ ਪੂਰਾ ਗੌਰ ਕਰਕੇ ਠੀਕ ਫੈਸਲਾ ਲੈ ਸਕੇ। ਆਮ ਤੌਰ ਤੇ ਪ੍ਰਚਾਰ ਸਾਧਨ ਤੇ ਸਮਾਜਿਕ ਮਾਹੌਲ ਜਿਹੋ ਜਿਹਾ ਮੋੜ ਪੈਦਾ ਕਰ ਦੇਵੇ, ਨਤੀਜਾ ਉਹ ਨਿਕਲ ਆਉਂਦਾ ਹੈ। ਜਿਹੜੇ ਲੋਕ ਕਿਸੇ ਪ੍ਰਬੰਧ ਨੂੰ ਬਦਲਣ ਤੇ ਨਵਾਂ ਮਾਹੌਲ ਸਿਰਜਣ ਵਿੱਚ ਯਕੀਨ ਰੱਖਦੇ ਨੇ, ਉਹਨਾਂ ਨੂੰ ਦਿੱਤੇ ਹੋਏ ਪ੍ਰਬੰਧ ਤੇ ਮਾਹੌਲ ਦੇ ਫੈਸਲੇ ਆਪਣੇ ਹੱਕ ਜਾਂ ਵਿਰੋਧ ਵਿੱਚ ਵਰਤ ਕੇ ਤਸੱਲੀ ਨਹੀਂ ਕਰ ਲੈਣੀ ਚਾਹੀਦੀ। ਤੱਤ ਭੜੱਤੇ ਸਿੱਟੇ ਕੱਢ ਕੇ ਸਮਾਜਿਕ ਘਬਰਾਹਟ ਪੈਦਾ ਕਰਨਾ ਗੈਰ ਸਮਾਜੀ ਰੁਝਾਨ ਹੁੰਦਾ ਹੈ। ਇਸ ਤੋਂ ਬਚਣਾ ਚਾਹੀਦਾ ਹੈ।
ਅਖੀਰ ਵਿੱਚ ਮੇਰੀ ਬੇਨਤੀ ਹੈ ਕਿ ਇਹਨਾਂ ਚੋਣਾਂ ਦੇ ਸਿੱਟਿਆਂ ਨੂੰ ਮੌਜੂਦਾ ਪ੍ਰਬੰਧ ਅਤੇ ਮਾਹੌਲ ਦੇ ਸੰਦਰਭ ਵਿੱਚ ਹੀ ਦੇਖਣਾ ਚਾਹੀਦਾ ਹੈ ਅਤੇ ਪ੍ਰਬੰਧ ਤੇ ਮਾਹੌਲ ਵਿੱਚ ਤਬਦੀਲੀ ਲਈ ਲੜਾਈ ਲੜਦਿਆਂ ਪਹਿਲੇ ਸਿੱਟਿਆਂ ਤੋਂ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ। ਮੈਂ ਕਿਉਂਕਿ ਵਿਚਾਰਧਾਰਕ ਤੌਰ ਤੇ ਉਸ ਧਿਰ ਨਾਲ ਬੱਝਾ ਹੋਇਆ ਜਿਸ ਵੱਲੋਂ ਜਸਟਿਸ ਬੈਂਸ ਚੋਣ ਲੜੇ ਸਨ, ਇਸ ਲਈ ਉਸ ਧਿਰ ਨੂੰ ਬੇਨਤੀ ਕਰਦਾ ਕਿ ਚੋਣ ਨਤੀਜੇ ਵੱਲੋਂ ਜੋ ਸੰਦੇਸ਼ ਮਿਲੇ ਨੇ ਉਹਨਾਂ ਨੂੰ ਪ੍ਰਵਾਨ ਕਰਦਿਆਂ ਆਪਣੇ ਆਪ ਵਿੱਚ ਹੋਰ ਸੁਧਾਰ ਲਿਆਓ। ਸਿੱਖ ਸਿਆਸਤ ਅੰਦਰਲੇ ਦੋਹਾਂ ਧੜਿਆਂ ਦੇ ਸਿਧਾਂਤਕ ਵਖਰੇਵੇਂ ਨੂੰ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਉਣ ਦਿਓ। ਆਸ ਹੈ ਕਿ ਬਾਦਲ, ਬਰਨਾਲਾ, ਟੌੜਾ, ਮਨਜੀਤ ਇੱਕ ਧਿਰ ਦਾ ਇੱਕ ਪਲੇਟਫਾਰਮ ਉਸਾਰਨਗੇ। ਆਓ ਆਪਾਂ ਵੀ ਇੱਕ ਪਲੇਟਫਾਰਮ ਉਸਾਰ ਕੇ ਸਾਹਮਣੇ ਆਈਏ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਸਪਸ਼ਟ ਸਿਧਾਂਤਕ ਪੋਜੀਸ਼ਨਾਂ ਤੇ ਬੇਦਾਗ ਸ਼ਖਸੀਅਤ ਸਲਾਹੁਣਯੋਗ ਹੈ ਤੇ ਬਾਬਾ ਦਲ ਦੀ ਸਿਧਾਂਤਕ ਪਰਪੱਕਤਾ ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਖਾਸ ਤੌਰ ਤੇ ਭਾਈ ਜਸਬੀਰ ਸਿੰਘ ਜੀ ਦੀ ਅਜੋਕੀ ਸੰਤੁਲਿਤ ਪਹੁੰਚ ਦੀ ਕਦਰ ਕਰਨੀ ਚਾਹੀਦੀ ਹੈ। ਮਹਿਤਾ ਚਾਵਲਾ ਦੀ ਵਿਦਿਆਰਥੀ ਲੀਡਰਸ਼ਿਪ ਦਾ ਰੋਲ ਵੀ ਸ਼ਲਾਘਾਯੋਗ ਰਿਹਾ ਹੈ। ਇਹਨਾਂ ਸਭ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਐਸਾ ਪਲੇਟਫਾਰਮ ਉਸਾਰਿਆ ਜਾਵੇ ਜੋ ਖਾੜਕੂ ਲਹਿਰ ਦੇ ਸੁਚੱਜੇ ਤੇ ਸ਼ਾਨਦਾਰ ਰੋਲ ਨੂੰ ਨਜ਼ਰਅੰਦਾਜ਼ ਨਾ ਕਰੇ ਤੇ ਵਿਗਾੜਾਂ ਉੱਤੇ ਉਂਗਲ ਧਰਨ ਤੋਂ ਗੁਰੇਜ਼ ਨਾ ਕਰੇ। ਇਹ ਪਲੇਟਫਾਰਮ ਉਸਾਰਨਾ ਇਹਨਾਂ ਚੋਣਾਂ ਦੀ ਇੱਕ ਪ੍ਰਾਪਤੀ ਕਰਾਰ ਦਿੱਤਾ ਜਾ ਸਕਦਾ ਹੈ ਤੇ ਜੇਕਰ ਇਹ ਪਲੇਟਫਾਰਮ ਨਾ ਉਸਰ ਸਕਿਆ ਤਾਂ ਇਸ ਧਿਰ ਵਿੱਚ ਭਾਰੀ ਖਿੰਡਾਅ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਸ ਦਾ ਨੁਕਸਾਨ ਇਹਨਾਂ ਜਥੇਬੰਦੀਆਂ ਨੂੰ ਤਾਂ ਹੋਵੇਗਾ ਹੀ, ਸਿੱਖ ਲਹਿਰ ਵੀ ਇਸ ਤੋਂ ਘਾਟਾ ਖਾਏਗੀ। ਇਸ ਸਮੇਂ ਦੋਵਾਂ ਮੁੱਖ ਸਿਆਸੀ ਧਿਰਾਂ ਵਿੱਚ ਗੈਰ ਸਿਧਾਂਤਕ ਏਕਤਾ ਦੀ ਕਿਸੇ ਵੀ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹਾ ਰਲੇਵਾਂ ਮੁੱਦਿਆਂ ਨੂੰ ਘੱਟੇ ਕੌਡੀਆਂ ਮਿਲਾ ਦੇਵੇਗਾ। ਇਹੋ ਭਾਰਤੀ ਰਾਜ ਦੀ ਇੱਛਾ ਹੈ ਤੇ ਇਹੋ ਸਿੱਖ ਵਿਰੋਧੀਆਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਜੇ ਪਹਿਲੇ ਦਿਨ ਨਹੀਂ ਰਹੇ ਤਾਂ ਅਜੋਕੇ ਦਿਨ ਵੀ ਨਹੀਂ ਰਹਿਣੇ। ਹੌਸਲੇ ਨਾਲ ਆਪਣੇ ਆਪ ਨੂੰ ਮੁੜ ਸੰਗਠਿਤ ਕਰਦਿਆਂ ਮਾਹੌਲ ਨੂੰ ਆਪਣੇ ਮੁਤਾਬਕ ਬਦਲਣ ਦਾ ਪ੍ਰਣ ਕਰੋ। ਉਹਨਾਂ ਨਾਲ ਨਾ ਚੱਲੋ ਜੋ ਹਾਲਾਤ ਮੁਤਾਬਕ ਬਦਲਣ ਦੀ ਹੀ ਗੱਲ ਕਰਦੇ ਨੇ।